ਕਿਉਂਕਿ ਜੇ ਹਲਕੇ ਹੋਣਗੇ ਤਾਂ ਹੀ ਉਹਨਾਂ ਨੂੰ ਲੈ ਕੇ ਜਾ ਸਕੂਗੀ, ਤੇ ਨੋਨ ਸਟਿਕੀ ਹੋਣਗੇ ਤਾਂ ਹੀ ਉਹ ਕਿਸੇ ਵੀ ਸਰਫੇਸ ਜੋ ਵੀ ਉਹਨਾਂ ਦੇ ਵਿੱਚ ਆਬਸਟੈਕਲ ਆਇਆ ਉਹਦੇ ਉੱਪਰ ਨਹੀਂ ਸਟਿਕ ਕਰਨਗੇ। ਠੀਕ ਹੈ। ਦੇ ਓਫਨ ਪੋਜ਼ੈਸ ਵੈਲ ਐਕਸਪੋਜ਼ਡ ਸਟੇਮਨਸ। ਠੀਕ ਹੈ, ਇਹਨਾਂ ਦੇ ਕੋਲ ਵੈਲ ਐਕਸਪੋਜ਼ਡ ਸਟੇਮਨਸ ਹੁੰਦੇ ਆ, ਤਾਂ ਕਰਕੇ ਜੇ ਮਾੜੀ ਮੋਟੀ ਵਿੰਡ ਆਏ, ਮਾੜਾ ਮੋਟਾ ਵਿੰਡ ਝੋਂਕਾ ਆਏ, ਉਹਦੀ ਨਾਲ ਦੀ ਨਾਲ ਜਿਹੜੇ ਪੋਲਨ ਗ੍ਰੇਨਸ ਨੇ ਵਿੰਡ ਦੇ ਨਾਲ ਉੱਡ ਜਾਣ। ਠੀਕ ਹੈ, ਈਜ਼ੀਲੀ ਡਿਸਪਰਸ ਹੋ ਸਕਣ ਵਿੰਡ ਕਰੰਟਸ ਦੇ ਨਾਲ ਜਿਹੜੇ ਪੋਲਨ ਗ੍ਰੇਨਸ ਨੇ। ਅਤੇ ਜਿਹੜੇ ਸਟਿਗਮਾ ਨੇ ਉਹ ਵੀ ਇਹਨਾਂ ਦੇ ਵੱਡੇ ਵੱਡੇ ਹੁੰਦੇ ਆ, ਅਤੇ ਓਫਨ ਕੀ ਹੁੰਦੇ ਨੇ, ਫੈਦਰੀ ਹੁੰਦੇ ਨੇ। ਠੀਕ ਹੈ, ਤਾਂ ਕਰਕੇ ਕੋਈ ਵੀ ਏਅਰਬੋਰਨ ਪੋਲਨ ਗ੍ਰੇਨਸ ਨੂੰ ਇਹ ਕੀ ਕਰ ਸਕਣ, ਟਰੈਪ ਕਰ ਸਕਣ। ਠੀਕ ਹੈ, ਫੈਦਰੀ ਦਾ ਜਾਲ ਜਾ ਬਣਾ ਲੈਂਦੇ ਆ ਟਰੈਪ ਕਰਨ ਦੇ ਲਈ ਐਂਡ ਪੋਲਿਨੇਸ਼ਨ ਕਰਨ ਦੇ ਲਈ। ਠੀਕ ਹੈ, ਵਿੰਡ ਪੋਲਿਨੇਟਡ ਫਲਾਵਰਸ ਜਿਹੜੇ ਆ ਉਹਨਾਂ ਦੇ ਕੋਲ ਸਿੰਗਲ ਓਵਿਊਲ ਹੁੰਦਾ ਹੈਗਾ ਹਰੇਕ ਓਵਰੀ ਦੇ ਵਿੱਚ, ਅਤੇ ਨਿਊਮੈਰਸ ਫਲਾਵਰਸ ਜਿਹੜੇ ਆ ਇਹਨਾਂ ਦੇ ਵਿੱਚ ਇੱਕ ਇਨਫਲੋਰੈਸੈਂਸ ਦੇ ਵਿੱਚ ਪੈਕਡ ਹੁੰਦੇ ਨੇ। ਠੀਕ ਹੈ, ਇਹਦਾ ਫੈਮਿਲੀਅਰ ਬਹੁਤ ਕਾਮਨ ਐਗਜ਼ਾਮਪਲ ਹੈ ਕਾਰਨ ਕ੍ਰੌਪ। ਠੀਕ ਹੈ, ਜਿਹੜੇ ਈਅਰਸ ਹੁੰਦੇ ਨੇ ਇੱਥੇ ਯਾਦ ਰੱਖਣਾ, ਇੱਥੇ ਕਰੈਕਸ਼ਨ ਹੋਈ ਆ, ਪਹਿਲਾਂ ਇੱਥੇ ਟੈਸਲਸ ਲਿਖਿਆ ਹੋਇਆ ਸੀ। ਠੀਕ ਹੈ, ਗੱਲ ਇੱਥੇ ਫੀਮੇਲ ਪਾਰਟ ਦੀ ਕਰ ਰਹੇ ਆ, ਬਟ ਇੱਥੇ ਨਾਮ ਇਹਨਾਂ ਟੈਸਲਸ ਲਿਖਿਆ ਹੋਇਆ ਸੀ ਅਤੇ ਉਹ ਮੇਲ ਪਾਰਟ ਨੂੰ ਕਿਹਾ ਜਾਂਦਾ, ਮੇਲ ਰਿਪਰੋਡਕਟਿਵ ਆਰਗਨ ਆਫ ਦ ਕ੍ਰੌਪ ਯੂ ਕੈਨ ਸੀ। ਠੀਕ ਹੈ, ਜਿਹੜੇ ਈਅਰਸ ਤੁਸੀਂ ਦੇਖਦੇ ਹੋ, ਠੀਕ ਹੈ, ਉਹ ਸਟਿਗਮਾ ਅਤੇ ਸਟਾਈਲ ਹੀ ਹੁੰਦੇ ਨੇ ਜਿਹੜੇ ਕਿ ਵਿੰਡ ਦੇ ਵਿੱਚ ਲਹਿਰਾਉਂਦੇ ਰਹਿੰਦੇ ਆ। ਠੀਕ ਹੈ, ਪੋਲਨ ਗ੍ਰੇਨਸ ਨੂੰ ਟਰੈਪ ਕਰਨ ਦੇ ਲਈ ਵਿੰਡ ਪੋਲਿਨੇਸ਼ਨ ਜਿਹੜੀ ਆ ਉਹ ਕੁਆਇਟ ਕਾਮਨ ਹੁੰਦੀ ਹੈ ਪ੍ਰੋਸੈਸ ਦੇ ਵਿੱਚ। ਪੋਲੀਨੇਸ਼ਨ ਬਾਈ ਆ ਕੀ ਆ ਆਪਣੇ ਕੋਲ, ਇਹ ਦਿਸ ਆਰ ਦ ਟੈਸਲਸ, ਦਿਸ ਆਰ ਨਾਟ ਦ ਈਅਰਸ। ਠੀਕ ਹੈ, ਇਹ ਟੈਸਲਸ ਨੇ, ਇਹ ਟਿਪ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਆ, ਅਤੇ ਈਅਰਸ ਜਿਹੜੇ ਹੁੰਦੇ ਆ ਉਹ ਨੀਚੇ ਜੇ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, ਇੱਥੇ ਵੀ ਲਿਖਿਆ ਹੈ ਦੈਟ ਦਿਸ ਇਜ਼ ਦ ਕੰਪੈਕਟਿਵ ਇਨਫਲੋਰੈਸੈਂਸ ਸ਼ੋਇੰਗ ਦ ਵੈਲ ਐਕਸਪੋਜ਼ਡ ਸਟੇਮਨਸ। ਈਅਰਸ ਕਿੱਦਾਂ ਦੇ ਹੁੰਦੇ ਆ, ਤਾਂ ਬੰਦ ਜੀ ਹੁੰਦੀ ਆ। ਠੀਕ ਹੈ, ਉਹਦੇ 'ਚ ਨਾ ਇਕੱਠੇ ਸਾਰੇ ਇੰਨੇ ਸਾਰੇ ਸਟਿਗਮਾ ਐਂਡ ਸਟਾਈਲ ਬਾਹਰ ਨਿਕਲਦੇ ਹੁੰਦੇ ਆ। ਠੀਕ ਹੈ, ਇੱਦਾਂ ਜਾਲ ਜਿਹਾ ਬਣਾ ਲੈਂਦੇ ਹੁੰਦੇ ਆ। ਠੀਕ ਹੈ, ਅਤੇ ਅੰਦਰ ਇਹ ਸਾਰੇ ਓਵਰੀਜ਼ 'ਚੋਂ ਆ ਰਹੇ ਹੁੰਦੇ ਆ, ਅੱਗੇ ਸਾਰਾ ਹਰੇਕ ਸਟਾਈਲ ਓਵਰੀ ਨਾਲ ਅਟੈਚ ਹੁੰਦਾ। ਠੀਕ ਹੈ, ਜਿੰਨੇ ਜ਼ਿਆਦਾ ਪੋਲੀਨੇਟ ਹੋਣਗੇ, ਜਿੰਨੇ ਜ਼ਿਆਦਾ, ਠੀਕ ਹੈ, ਉਨੇ ਜ਼ਿਆਦਾ ਅੱਗੇ ਦਾਣੇ ਆਪਾਂ ਨੂੰ ਮੱਕੀ ਦੇ ਦੇਖਣ ਨੂੰ ਮਿਲਦੇ ਨੇ। ਪੋਲੀਨੇਸ਼ਨ ਬਾਏ ਵਾਟਰ ਕੀ ਆ, ਕਾਫੀ ਜ਼ਿਆਦਾ ਰੇਅਰ ਆ ਫਲਾਵਰਿੰਗ ਪਲਾਂਟਸ ਦੇ ਵਿੱਚ, ਅਤੇ ਸਿਰਫ 30 ਜੈਨਰਾ ਜਿਹੜੇ ਆ। ਠੀਕ ਹੈ, ਅਤੇ ਇਹਨਾਂ ਦੇ ਵਿੱਚੋਂ ਮੋਸਟਲੀ ਮੋਨੋਕੋਟਸ ਨੇ, ਸਾਰੇ ਮੋਨੋਕੋਟਸ ਨੇ, ਮੋਸਟਲੀ ਮੋਨੋਕੋਟਸ ਸਿਰਫ 30 ਜੈਨਰਾ ਹਾਈਡਰੋਫਿਲੀ ਸ਼ੋ ਕਰਦੇ ਆ, ਪੋਲਿਨੇਸ਼ਨ ਬਾਈ ਵਾਟਰ ਸ਼ੋ ਕਰਦੇ ਆ। ਐਜ਼ ਅਗੇਂਸਟ ਦਿਸ ਯੂ ਵੁਡ ਰਿਕਾਲ ਦੈਟ ਵਾਟਰ ਇਜ਼ ਅ ਰੈਗੂਲਰ ਮੋਡ ਆਫ ਟਰਾਂਸਪੋਰਟ ਫॉर द ਮੇਲ ਗਮੀਟ ਅਮੰਗ ਦਾ, ਬਟ ਇਹਦੇ ਓਪੋਜ਼ਿਟ, ਠੀਕ ਹੈ, ਜਿਹੜੇ ਲੋਅਰ ਪਲਾਂਟਸ ਨੇ ਲਾਈਕ ਐਲਗੀ, ਬ੍ਰੇਫਾਈਟਸ, ਟੈਰੀਡੋਫਾਈਟਸ, ਇਹਨਾਂ ਦੇ ਵਿੱਚ ਠੀਕ ਹੈ ਰੈਗੂਲਰ ਮੋਡ ਆਫ ਟਰਾਂਸਪੋਰਟ ਵਾਟਰ ਹੁੰਦਾ ਗਾ। ਠੀਕ ਹੈ, ਕਿਉਂਕਿ ਉਹ ਮੋਟਾਈਲ ਹੁੰਦੇ ਨੇ ਉਹਨਾਂ ਦੇ ਜਿਹੜੇ ਗੈਮੀਟਸ ਨੇ। ਠੀਕ ਹੈ, ਅਤੇ ਇਸੇ ਕਰਕੇ ਇਹਨਾਂ ਦੀ ਜਿਹੜੀ ਡਿਸਟਰੀਬਿਊਸ਼ਨ ਹੁੰਦੀ ਆ, ਠੀਕ ਹੈ, ਲੋਅਰ ਪਲਾਂਟਸ ਦੀ, ਉਹ ਕੀ ਲਿਮਿਟਡ ਹੁੰਦੀ ਹੈ ਟੂ ਦ ਨੈਰੋ ਜੀਓਗ੍ਰਾਫੀਕਲ ਰੀਜਨਸ। ਠੀਕ ਹੈ, ਕਿਉਂਕਿ ਇਹਨਾਂ ਦੀ ਮੇਲ ਗਮੀਟਸ ਨੂੰ ਟਰਾਂਸਪੋਰਟ ਕਰਨ ਦੇ ਲਈ ਵਾਟਰ ਦੀ ਲੋੜ ਪੈਂਦੀ ਹੈ, ਦੈਟਸ ਵਾਈ। ਠੀਕ ਹੈ, ਅਤੇ ਫਰਟੀਲਾਈਜੇਸ਼ਨ ਕਰਾਉਣ ਦੇ ਲਈ ਕੁਝ ਐਗਜ਼ਾਮਪਲਸ ਵਾਟਰ ਪੋਲੀਨੇਟਡ ਫਲਾਵਰਸ ਦੇ ਹੈਗੇ ਆ, ਵੈਲੀਸੀਨੇਰੀਆ ਐਂਡ ਹਾਈਡ੍ਰਿਲਾ। ਵੈਲੀਸੀਨੇਰੀਆ ਅਤੇ ਹਾਈਡ੍ਰਿਲਾ ਹੈਗੇ ਨੇ ਫਰੈਸ਼ ਵਾਟਰ ਪਲਾਂਟਸ, ਐਂਡ ਜ਼ੋਸਟੈਰਾ ਇਜ਼ ਅ ਮੈਰਾਈਨ ਪਲਾਂਟ। ਠੀਕ ਹੈ, ਅਤੇ ਵੈਲੀਸੀਨੇਰੀਆ ਅਤੇ ਹਾਈਡ੍ਰਿਲਾ ਗਰੋ ਇਨ ਫਰੈਸ਼ ਵਾਟਰ ਐਂਡ ਸੈਵਰਲ ਮੈਰਾਈਨ ਸੀ ਗ੍ਰਾਸਿਸ। ਐਗਜ਼ਾਮਪਲ ਇਜ਼ ਜ਼ੋਸਟੈਰਾ। ਸਾਰੇ ਐਕੁਆਟਿਕ ਪਲਾਂਟਸ ਜਿਹੜੇ ਆ ਉਹ ਕੀ ਆ, ਵਾਟਰ ਨਹੀਂ ਯੂਜ਼ ਕਰਦੇ ਪੋਲਿਨੇਸ਼ਨ ਦੇ ਲਈ। ਕਾਫੀ ਸਾਰੇ ਐਕੁਆਟਿਕ ਪਲਾਂਟਸ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਕਿਸੇ ਹੋਰ ਫੈਕਟਰ ਨੂੰ ਪੋਲਿਨੇਸ਼ਨ ਦੇ ਲਈ ਯੂਜ਼ ਕਰਦੇ ਆ, ਲਾਈਕ ਦੇ ਆਰ ਡਿਪੈਂਡੈਂਟ ਔਨ ਇਨਸੈਕਟਸ ਔਰ ਵਿੰਡ ਫॉर ਪੋਲਿਨੇਸ਼ਨ। ਠੀਕ ਹੈ, ਜਦ ਤੁਸੀਂ ਦੇਖੋ ਕਿ ਵਟ ਆਰ ਆਰ ਨਹੀਂ ਦਿਸ ਇਜ਼, ਠੀਕ ਹੈ, ਪਲਾਂਟ ਹੈਗਾ ਐਕੁਆਟਿਕ ਆ, ਬਟ ਉਹ ਵਾਟਰ ਨੂੰ ਯੂਜ਼ ਨਹੀਂ ਕਰੂਗਾ ਪੋਲਿਨੇਸ਼ਨ ਕਰਾਉਣ ਦੇ ਲਈ। ਮੈਜੋਰਿਟੀ ਆਫ ਐਕੁਆਟਿਕ ਪਲਾਂਟਸ ਜਿਹੜੇ ਆ, ਜਿੱਦਾਂ ਕਿ ਵਾਟਰ ਹਾਈਸਿੰਥ ਹੋ ਗਿਆ, ਵਾਟਰ ਲਿਲੀ ਹੋ ਗਿਆ, ਹੈ ਨਾ, ਉਹਨਾਂ ਦੇ ਵਿੱਚ ਜਿਹੜੇ ਫਲਾਵਰਸ ਨੇ ਉਹ ਸੀ ਲੈਵਲ ਤੋਂ ਉੱਪਰ ਆ ਜਾਂਦੇ ਆ, ਵਾਟਰ ਲੈਵਲ ਤੋਂ ਉੱਪਰ ਆ ਜਾਂਦੇ ਆ। ਠੀਕ ਹੈ, ਅਤੇ ਉਹਨਾਂ ਨੂੰ ਇਨਸੈਕਟਸ ਦੇ ਦੁਆਰਾ ਜਾਂ ਫਿਰ ਵਿੰਡ ਦੇ ਦੁਆਰਾ ਲੈਂਡ ਪਲਾਂਟਸ ਦੀ ਤਰ੍ਹਾਂ ਪੋਲਿਨੇਟ ਕੀਤਾ ਜਾਂਦਾ ਹੈ। ਠੀਕ ਹੈ, ਵੈਲੀਸਨੇਰੀਆ ਦੇ ਵਿੱਚ ਹੁਣ ਆਪਾਂ ਵੈਲੀਸਨੇਰੀਆ ਦੇ ਵਿੱਚ ਤਾਂ ਹਾਈਡਰੋਫਿਲੀ ਹੁੰਦੀ ਆ, ਵਾਟਰ ਪੋਲਿਨੇਸ਼ਨ ਹੁੰਦੀ ਆ। ਜਿਹੜੇ ਫੀਮੇਲ ਫਲਾਵਰਸ ਨੇ ਉਹ ਸਰਫੇਸ ਦੇ ਉੱਪਰ ਆਉਂਦੇ ਨੇ। ਠੀਕ ਹੈ, ਵਿਦ ਹੈਲਪ ਆਫ ਲੌਂਗ ਸਟਾਕ, ਅਤੇ ਜਿਹੜੇ ਮੇਲ ਫਲਾਵਰਸ ਨੇ ਜਾਂ ਫਿਰ ਪੋਲਨ ਗ੍ਰੇਨਸ ਨੇ ਉਹ ਵਾਟਰ ਦੇ ਸਰਫੇਸ ਦੇ ਉੱਪਰ ਰਿਲੀਜ਼ ਕੀਤੇ ਜਾਂਦੇ ਨੇ। ਠੀਕ ਹੈ, ਪੈਸਿਵਲੀ ਵਾਟਰ ਕਰੰਟਸ ਨੂੰ ਕੈਰੀ ਕੀਤੇ ਜਾਂਦੇ ਨੇ, ਮਤਲਬ ਕਿ ਉਹ ਐਨਰਜੀ ਨਹੀਂ ਯੂਜ਼ ਕਰਦੇ ਮੂਵਮੈਂਟ ਦੇ ਲਈ। ਜਿੱਧਰ ਪਾਣੀ ਜਾਊਗਾ ਉੱਧਰ ਉਹਨਾਂ ਦਾ ਮੂਵ ਹੋ ਜਾਊਗਾ, ਭਾਵੇਂ ਉੱਧਰ ਫੀਮੇਲ ਫਲਾਵਰ ਹੋਵੇ ਨਾ ਹੋਵੇ, ਦੈਟ ਡਜ਼ਨਟ ਮੈਟਰ। ਠੀਕ ਹੈ, ਕਿਉਂਕਿ ਉਹਨਾਂ ਦਾ ਸਾਰਾ ਜਿਹੜਾ ਲੋਕੋਮੋਸ਼ਨ ਆ ਉਹ ਵਾਟਰ ਦੇ ਉੱਪਰ ਡਿਪੈਂਡੈਂਟ ਆ। ਠੀਕ ਹੈ, ਲੋਕੋਮੋਟ ਤਾਂ ਉਹ ਕਰਨਗੇ ਹੀ ਨਹੀਂ, ਕਿਉਂਕਿ ਉਹ ਖੁਦ ਮੋਟਾਈਲ ਤਾਂ ਹੈ ਨਹੀਂ ਗੇ। ਠੀਕ ਹੈ, ਮਤਲਬ ਤੁਸੀਂ ਮੂਵਮੈਂਟ ਕਹਿ ਸਕਦੇ ਹੋ। ਸਮ ਆਫ ਦੈਮ ਇਵੈਂਚੁਅਲੀ ਰੀਚ ਦਾ ਫੀਮੇਲ ਫਲਾਵਰ। ਠੀਕ ਹੈ, ਤਾਂ ਕਰਕੇ ਕੁਝ ਇੱਦਾਂ ਭੜਕਦੇ ਭੜਕਾਉਂਦੇ ਕੀ ਹੈ, ਕਈ ਵਾਰੀ ਫੀਮੇਲ ਫਲਾਵਰ ਕੋਲ ਪਹੁੰਚ ਜਾਂਦੇ ਆ, ਸਟਿਗਮਾ ਦੇ ਕੋਲ ਪਹੁੰਚ ਜਾਂਦੇ ਆ। ਠੀਕ ਹੈ,
ਅਤੇ ਬਾਕੀ ਇੱਕ ਆਹ ਫਸਟ ਟਾਈਪ ਸੀਗੀ, ਇਹਨੂੰ ਆਪਾਂ ਕਹਿੰਦੇ ਹਾਂ ਐਪੀਹਾਈਡਰੋਫਿਲੀ। ਐਪੀਹਾਈਡਰੋਫਿਲੀ ਇਜ਼ ਅ ਟਾਈਪ ਆਫ ਹਾਈਡਰੋਫਿਲੀ ਜਿਹਦੇ ਵਿੱਚ ਜਿਹੜਾ ਫੀਮੇਲ ਫਲਾਵਰ ਆ ਉਹ ਐਮਰਜ ਕਰਦਾ ਅਬਵ ਦ ਵਾਟਰ ਲੈਵਲ, ਅਤੇ ਮੇਲ ਫਲਾਵਰਸ ਔਰ ਪੋਲਨ ਗ੍ਰੇਨਸ ਜਿਹੜੇ ਆ ਉੱਥੇ ਰਿਲੀਜ਼ ਹੁੰਦੇ ਨੇ ਅਤੇ ਉੱਥੇ ਉਹਨਾਂ ਦੀ ਪੋਲਿਨੇਸ਼ਨ ਹੁੰਦੀ ਆ, ਠੀਕ ਹੈ। ਅਤੇ ਦੂਜੀ ਹੁੰਦੀ ਹੈ ਹਾਈਪੋਹਾਈਡਰੋਫਿਲੀ, ਜਿਹੜੀ ਬਿਲੋ ਦ ਸਰਫੇਸ ਆਫ ਦ ਵਾਟਰ ਹੁੰਦੀ, ਉਹਨੂੰ ਆਪਾਂ ਹਾਈਪੋਹਾਈਡਰੋਫਿਲੀ ਕਹਿੰਦੇ ਹਾਂ। ਅਤੇ ਇਹ ਕੀ ਆਪਾਂ ਨੂੰ ਜ਼ੋਸਟੈਰਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਔਰਕੈਂਸਸ ਸੀਗਰਾਸਿਸ ਦੇ ਵਿੱਚ ਦੇਖਣ ਨੂੰ ਮਿਲਦੀ ਆ। ਇਹਨਾਂ ਦੇ ਵਿੱਚ ਜਿਹੜਾ ਫੀਮੇਲ ਫਲਾਵਰ ਉਹ ਵਾਟਰ ਦੇ ਵਿੱਚ ਸਮਰਜ ਜਾਂਦਾ ਹੈਗਾ, ਅਤੇ ਪੋਲਨ ਗ੍ਰੀਨ ਜਿਹੜਾ ਹੈਗਾ ਉਹ ਵਾਟਰ ਦੇ ਅੰਦਰ ਹੀ ਰਿਲੀਜ਼ ਹੁੰਦਾ। ਇਹਨਾਂ ਜਿਹੜਾ ਪੋਲਨ ਗ੍ਰੀਨ ਹੁੰਦਾ ਉਹ ਲੰਬਾ ਲੰਬਾ ਹੁੰਦਾ, ਰਿਬਨ ਲਾਈਕ ਹੁੰਦਾ, ਸੋ ਦੈਟ ਉਹ ਵਾਟਰ ਦੀ ਸਰਫੇਸ ਦੇ ਉੱਪਰ ਕੀ ਆ ਇਮਰਜ ਨਾ ਹੋਵੇ, ਕਿਉਂਕਿ ਜੇ ਸਰਫੇਸ ਮਤਲਬ ਬਾਲ ਲਾਈਕ ਹੋਊਗਾ ਤਾਂ ਇਟ ਇਜ਼ ਮੈਂਡੇਟਰੀ ਕਿ ਉਹ ਉੱਪਰ ਜਾਊਗਾ ਹੀ ਜਾਊਗਾ, ਕਿਉਂਕਿ ਇੱਦਾਂ ਦਾ ਜਿਹੜਾ ਸਟਰਕਚਰ ਹੁੰਦਾ ਉਹ ਕੀ ਹੈ ਵਾਟਰ ਸਰਫੇਸ ਦੇ ਉੱਪਰ ਫਲੋਟ ਕਰ ਦੇਗਾ। ਬਟ ਜੇ ਲੰਬਾ ਰਿਬਨ ਲਾਈਕ ਹੋਊਗਾ ਤਾਂ ਉਹ ਵਾਟਰ ਦੇ ਵਿੱਚ ਤੈਰ ਸਕੂਗਾ, ਰਾਈਟ, ਤਾਂ ਉਹ ਵਾਟਰ ਦੇ ਉੱਪਰ ਸਰਫੇਸ ਦੇ ਉੱਪਰ ਨਹੀਂ ਜਾਊਗਾ, ਅਤੇ ਇਵੈਂਚੁਅਲੀ ਉਹ ਕੀ ਆ ਫੀਮੇਲ ਫਲਾਵਰ ਕੋਲ ਪਹੁੰਚ ਸਕੂਗਾ, ਕਿਉਂਕਿ ਉਹਨਾਂ ਦਾ ਫੀਮੇਲ ਫਲਾਵਰ ਦੇ ਉੱਪਰ ਨਹੀਂ ਹੁੰਦਾ, ਉਹਨਾਂ ਦਾ ਫੀਮੇਲ ਫਲਾਵਰ ਦਾ ਸਮਰਜ ਰਹਿੰਦਾ ਹੈਗਾ ਵਾਟਰ ਦੇ ਥੱਲੇ, ਉਹ ਕੋਈ ਵੀ ਖਿਚਲਾ ਨਹੀਂ ਕਰਦਾ ਉੱਪਰ ਆਉਂਦੀ, ਅਤੇ ਉਹਦੇ ਕੋਲ ਲੌਂਗ ਸਟਾਕ ਵੀ ਨਹੀਂ ਹੁੰਦੀ ਹੈਗੀ ਵਾਟਰ ਸਰਫੇਸ ਦੇ ਉੱਪਰ ਇਮਰਜ ਕਰਨ ਦੇ ਲਈ। ਅਤੇ ਇਸੇ ਕਰਕੇ ਕੀ ਆ ਇਹ ਸੀ ਦੇ ਵਿੱਚ ਦੇਖੇ ਗਏ ਆ, ਵੈਲਿਸਨੇਰੀਆ ਅਤੇ ਹੈਰਵਿਲਾ ਵਰਗੇ ਉਹ ਫਰੈਸ਼ ਵਾਟਰ ਦੇ ਵਿੱਚ ਦੇਖੇ ਗਏ। ਫਰੈਸ਼ ਵਾਟਰ ਦੇ ਵਿੱਚ ਕਿਉਂਕਿ ਫਰੈਸ਼ ਵਾਟਰ ਦੇ ਜਿਹੜੇ ਮੋਸਟ ਆਫ ਦਾ ਸੋਰਸਿਸ ਹੁੰਦੇ ਉਹ ਕਾਫੀ ਜ਼ਿਆਦਾ ਡੂੰਘੇ ਨਹੀਂ ਹੁੰਦੇ, ਸੀ ਕਾਫੀ ਡੂੰਘਾ ਹੁੰਦਾ ਨਾ, ਦੈਟਸ ਵਾਈ। ਲੌਂਗ ਅਤੇ ਰਿਬਨ ਲਾਈਕ ਪੋਲਨ ਗ੍ਰੇਨਸ ਹੁੰਦੇ ਆ ਅਤੇ ਪੈਸਿਵਲੀ, ਠੀਕ ਹੈ, ਦੋਨੋਂ ਕੇਸਿਸ ਦੇ ਵਿੱਚ ਭਾਵੇਂ ਐਪੀਹਾਈਡਰੋਫਿਲੀ ਭਾਵੇਂ ਹਾਈਪੋਹਾਈਡਰੋਫਿਲੀ, ਦੋਨੋਂ ਕੇਸਿਸ ਦੇ ਵਿੱਚ ਜਿਹੜੇ ਵਾਟਰ ਕਰੰਟਸ ਦੇ ਦੁਆਰਾ ਪੈਸਿਵਲੀ ਹੀ ਕੈਰੀ ਕੀਤੇ ਜਾਣਗੇ ਮਿਲ ਗਮੀਟਸ, ਪੋਲਨ ਗ੍ਰੇਨਸ, ਵਟ ਯੂ ਵਾਂਟ ਟੂ ਸੇ, ਠੀਕ ਹੈ। ਅਤੇ ਫਿਰ ਜਿਹੜੇ ਕੁਝ ਸਟਿਗਮਾ ਦੇ ਕੋਲ ਪਹੁੰਚ ਜਾਂਦੇ ਆ ਅਤੇ ਪੋਲਿਨੇਸ਼ਨ ਅਚੀਵ ਕਰ ਲੈਂਦੇ ਆ। ਮੋਸਟ ਆਫ ਦ ਜਿਹੜੀ ਵਾਟਰ ਪੋਲੀਨੇਟਰ ਸਪੀਸ਼ੀਜ਼ ਹੁੰਦੀਆਂ ਨੇ, ਠੀਕ ਹੈ, ਉਹਨਾਂ ਦੇ ਵਿੱਚ ਪੋਲਨ ਗ੍ਰੇਨਸ ਨੂੰ ਪ੍ਰੋਟੈਕਟ ਕੀਤਾ ਜਾਂਦਾ ਫਰੋਮ ਵੈਟਿੰਗ ਬਾਏ ਆ ਮਿਊਸਿਲੇਜੀਨੀਅਸ ਕਵਰਿੰਗ, ਠੀਕ ਹੈ, ਉਹਨਾਂ ਦੇ ਬਾਹਰ ਇੱਕ ਮਿਊਸਿਲੇਜੀਨੀਅਸ ਕਵਰਿੰਗ ਹੁੰਦੀ ਆ ਜਿਹਦੇ ਨਾਲ ਉਹ ਗਿੱਲੇ ਨਹੀਂ ਹੁੰਦੇ, ਕਿਉਂਕਿ ਜੇ ਗਿੱਲੇ ਹੋ ਜਾਣਗੇ ਤਾਂ ਜੰਪੋਸ ਦੇ ਥਰੂ ਜਿਹੜਾ ਵਾਟਰ ਆ ਉਹ ਅੰਦਰ ਵੜ ਸਕਦਾ ਨਾ, ਅਤੇ ਆਪਾਂ ਨੇ ਵਾਟਰ ਅੰਦਰ ਵੜਨਾ ਨਹੀਂ ਹੈਗਾ। ਜੇ ਵਾਟਰ ਅੰਦਰ ਵੜੂਗਾ ਤਾਂ ਆਸਮੋਸਿਸ ਦੇ ਦੁਆਰਾ ਹੈ ਨਾ, ਤਾਂ ਉਹਨਾਂ ਉਹ ਸਵੈਲਿੰਗ ਹੋ ਸਕਦੀ, ਉਹਨਾਂ ਦੀ ਸ਼ਰਿੰਕ ਹੋ ਸਕਦੀ ਹੈ, ਮਤਲਬ ਤੁਸੀਂ ਕਹਿ ਸਕਦੇ ਹੋ ਡੈਮੇਜ ਹੋ ਸਕਦੀ ਆ, ਠੀਕ ਹੈ। ਬਾਈ ਵਿੰਡ ਐਂਡ ਵਾਟਰ ਪੋਲੀਨੇਟਡ ਫਲਾਵਰਸ ਆਰ ਨਾਟ ਵੈਰੀ ਕਲਰਫੁਲ, ਠੀਕ ਹੈ, ਜਿਹੜੇ ਬੋਥ ਵਿੰਡ ਵਾਟਰ ਪੋਲੀਨੇਟਡ ਫਲਾਵਰਸ ਨੇ ਕਾਫੀ ਕਲਰਫੁਲ ਹੁੰਦੇ, ਕਿਉਂਕਿ ਜਿਹੜੇ ਵਿੰਡ ਅਤੇ ਵਾਟਰ ਨੇ ਉਹ ਰੰਗ ਰੂਪ ਦੇਖ ਕੇ ਨਹੀਂ ਤੁਹਾਡੇ ਕੋਲ ਆਉਂਦੇ, ਉਹ ਤਾਂ ਇੱਦਾਂ ਹੀ ਚੱਲਦੇ ਫਿਰਦੇ ਫਰਿਸ਼ਤੇ ਨੇ ਤੁਸੀਂ ਕਹਿ ਸਕਦੇ ਹੋ, ਠੀਕ ਹੈ। ਅਤੇ ਉਹ ਬਹੁਤ ਕਲਰਫੁਲ ਵੀ ਨਹੀਂ ਹੁੰਦੇ, ਕਿਉਂਕਿ ਵਿੰਡ ਅਤੇ ਵਾਟਰ ਫਲਾਵਰਸ ਨੂੰ ਨੈਕਟਰ ਵੀ ਨਹੀਂ ਚਾਹੀਦਾ ਹੁੰਦਾ, ਅਤੇ ਉਹ ਨੈਕਟਰ ਵੀ ਨਹੀਂ ਪ੍ਰੋਡਿਊਸ ਕਰਦੇ ਹੈਗੇ। ਉਹ ਕਹਿੰਦੇ ਬੇਫਾਲਤੂ ਦੀਆਂ ਚੀਜ਼ਾਂ ਦੇ ਵਿੱਚ ਅਸੀਂ ਐਨਰਜੀ ਕਿਉਂ ਯੂਜ਼ ਕਰੀਏ ਜਦੋਂ ਉਹ ਚੀਜ਼ਾਂ ਸਾਡੇ ਕੰਮ ਹੀ ਨਹੀਂ ਆਉਣ ਲੱਗੀਆਂ, ਰਾਈਟ। ਰੀਜ਼ਨ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ। ਆਈ ਡੋਂਟ ਨੋ ਕਿ ਇਹਦੇ ਇਹ ਫਾਇਦੇ ਨਾ 14th ਪੇਜ ਲੋਡ ਕਿਉਂ ਨਹੀਂ ਹੁੰਦਾ ਹੈਗਾ। ਕੈਂਟ ਵੀ ਡੂ ਦ 14th ਪੇਜ ਐਟ ਦੈਨ, ਪਹਿਲਾਂ ਆਪਾਂ ਅੱਗੇ ਪੜ੍ਹ ਲੈਂਦੇ ਹਾਂ। 14th ਪੇਜ ਦੇ ਉੱਪਰ ਤਾਂ ਮੇਨਲੀ ਕੀ ਦਿੱਤਾ ਹੈ, ਪੋਲੀਨੇਸ਼ਨ ਐਂਡ ਆਲ ਦਿੱਤਾ ਹੈ ਨਾ, ਐਂਟੋਮੋਫਿਲੀ, ਇਨਸੈਕਟ ਪੋਲੀਨੇਸ਼ਨ ਡੋਲ ਸਭ ਕੁਛ। 14th ਪੇਜ ਨਹੀਂ ਲੋਡ ਹੁੰਦਾ। ਲਾਈਕ ਆਈ ਹੈਵ ਦ ਬੁੱਕ ਅਤੇ ਮੈਂ ਤੁਹਾਨੂੰ ਥੋੜ੍ਹਾ ਰੀਡ ਕਰਕੇ ਦੱਸਦਾ, ਕਿਉਂਕਿ ਜੇ ਮੈਂ ਰਿਕਾਰਡਿੰਗ ਬੰਦ ਕਰਦੀ ਨਾ ਤਾਂ ਦੁਆਰਾ ਤੋਂ ਫਾਈਲ ਵਗੈਰਾ ਸਾਰੀ ਉੱਡ ਜਾਂਦੀ ਹੈ, ਐਂਡ ਉਹਨੂੰ ਡਾਊਨਲੋਡ ਕਰਨ ਦੇ ਵਿੱਚ ਨਾ ਮੇਰਾ ਬਹੁਤ ਟਾਈਮ ਵੇਸਟ ਹੋ ਜਾਂਦਾ, ਅਤੇ ਦੂਜੇ ਫੋਨ 'ਚ ਸਟੋਰੇਜ ਹੀ ਬਹੁਤ ਘੱਟ ਰਹਿੰਦੀ ਆ, ਹੈ ਨਾ। ਓਪਨ ਤੁਸੀਂ ਦੇਖਿਆ ਹੋਊਗਾ ਕਿ ਵੀਡੀਓ ਦੇ ਵਿੱਚ ਆ ਜਾਂਦਾ ਕਲੀਨ ਅਪ ਇਟ, ਠੀਕ ਹੈ, ਕਲੀਨ ਅਪ ਟੂ ਬੀ ਆ ਕਲੀਨ ਅਪ ਨਾਓ, ਠੀਕ ਹੈ। ਅਤੇ ਇਸ ਕਰਕੇ ਉਹਦੇ 'ਚ ਤਾਂ ਮੈਂ ਘੱਟ ਵੱਧ ਹੀ ਬਣਾਉਣਾ ਪ੍ਰੈਫਰ ਕਰਦੀ ਹਾਂ, ਇਸ ਕਰਕੇ ਉਹਦੇ 'ਚ ਤਾਂ ਨਹੀਂ ਬਣਾਉਂਦੀ, ਅਤੇ ਇਹਦੇ 'ਚ ਟਾਈਮ ਵੱਧ ਲੱਗ ਜਾਂਦਾ ਕਿਉਂਕਿ ਫਾਈਲ ਹੀ ਡਾਊਨਲੋਡ ਹੀ ਨਹੀਂ ਹੁੰਦੀ, ਆਈ ਡੋਂਟ ਨੋ ਵਾਈ। ਬਾਕੀ ਬਹੁਤ ਸਾਰੇ ਕਿਤੇ ਹੋ ਜਾਂਦੀ, ਮਤਲਬ ਨੈਟਵਰਕ ਕਨੈਕਸ਼ਨ ਦੀ ਤਾਂ ਪ੍ਰੋਬਲਮ ਨਹੀਂ ਹੈਗੀ, ਰਾਈਟ। ਓਕੇ, ਆਈ ਐਮ ਰੀਡਿੰਗ ਦਾ 14th ਪੇਜ ਨਾਓ। ਤੁਸੀਂ ਆਪਦੀ ਬੁੱਕ ਖੋਲ੍ਹ ਸਕਦੇ ਹੋ, ਔਰ ਅਗਰ ਤੁਸੀਂ PDF ਤੋਂ ਪੜ੍ਹ ਰਹੇ ਤੁਸੀਂ PDF ਖੋਲ੍ਹ ਸਕਦੇ ਹੋ, ਠੀਕ ਹੈ। ਸੋਰੀ ਫॉर द डिस्टर्बेंस और यू कैन से कंपनसेशन, थोड़ा कर लो कंपनसेशन, ठीक है। ਫੋਟੋ ਦਿੱਤੀ ਹੋਈ ਹੈ ਤੁਹਾਨੂੰ ਉਹਦੇ ਵਿੱਚ, ਠੀਕ ਹੈ। ਫੀਮੇਲ ਫਲਾਵਰ ਉੱਪਰ ਆ ਰਿਹਾ ਵਿਦ ਹੈਲਪ ਆਫ ਦ ਸਟਾਕ, ਅਤੇ ਜਿਹੜੇ ਮੇਲ ਫਲਾਵਰਸ ਉਹਦੇ ਇਰਦ ਗਿਰਦ ਘੁੰਮ ਰਹੇ ਨੇ। ਉਹਦੇ ਬਾਅਦ ਤੁਹਾਨੂੰ ਇੱਕ ਦਿੱਤੀ ਹੋਈ ਹੈ ਇਨਸੈਕਟ ਪੋਲਿਨੇਸ਼ਨ ਦੀ ਫੋਟੋ। ਹੁਣ ਆਪਾਂ ਪੜ੍ਹਦੇ ਹਾਂ, ਜਿਹੜੀ ਮੈਜੋਰਿਟੀ ਆਫ ਫਲਾਵਰਿੰਗ ਪਲਾਂਟਸ ਹੁੰਦੇ ਆ ਉਹ ਕੀ ਹੈ, ਕਾਫੀ ਸਾਰੇ ਐਨੀਮਲਸ ਦੇ ਦੁਆਰਾ ਹੀ ਪੋਲੀਨੇਟਡ ਹੁੰਦੇ ਆ, ਠੀਕ ਹੈ, ਜਿਵੇਂ ਕਿ ਬੀਜ਼, ਬਟਰਫਲਾਈਜ਼, ਫਲਾਈਜ਼, ਬਰਡਲਸ, ਵਾਸਪਸ, ਠੀਕ ਹੈ, ਆਂਟਸ, ਮੋਥਸ, ਬਰਡਸ, ਇਹ ਕਾਫੀ ਸਾਰੇ ਅਲੱਗ ਅਲੱਗ ਐਨੀਮਲਸ ਨੇ ਜਿਹੜੇ ਕਿ ਫਲਾਵਰਿੰਗ ਪਲਾਂਟਸ ਨੂੰ ਪੋਲੀਨੇਟ ਕਰਦੇ ਨੇ, ਠੀਕ ਹੈ। ਜਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਕਾਮਨ ਪੋਲੀਨੇਟਿੰਗ ਏਜੰਟਸ ਨੇ। ਅਮੰਗ ਦ ਐਨੀਮਲਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੋਲੀਨੇਸ਼ਨ ਕੀਤੀ ਜਾਂਦੀ ਹੈ ਇਨਸੈਕਟਸ ਦੇ ਦੁਆਰਾ। ਜੇ ਆਪਾਂ ਇਨਸੈਕਟਸ ਦੇ ਵਿੱਚ ਵੀ ਗੱਲ ਕਰੀਏ ਤਾਂ ਹਨੀ ਬੀ ਸਭ ਤੋਂ ਜ਼ਿਆਦਾ ਪੋਲੀਨੇਸ਼ਨ ਕਰਾਉਂਦੀ ਹੈ, ਠੀਕ ਹੈ, ਠੀਕ ਹੈ। ਪਾਰਟੀਕੂਲਰਲੀ ਬੀ ਜਿਹੜੀ ਉਹ ਕੀ ਹੈ, ਡੋਮੀਨੈਂਟ ਬਾਇਓਟਿਕ ਪੋਲੀਨੇਟਿੰਗ ਏਜੰਟ ਹੈ। ਲਾਰਜਰ ਐਨੀਮਲਸ ਜਿਵੇਂ ਕਿ ਪ੍ਰਾਈਮੇਟਸ ਹੋ ਗਏ, ਪ੍ਰਾਈਮੇਟਸ ਦੇ ਵਿੱਚ ਲੂੰਬਰਡ, ਰਾਈਟ, ਲੂੰਬਰਡ, ਹੋਰ ਆਰਬੋਰੀਅਲ, ਟਰੀ ਡਿਵੈਲਿੰਗ ਲਾਈਕ ਰੈਟਸ,
ਲਿਜ਼ਰਡਸ, ਇਹ ਸਭ ਵੀ ਕੀ ਨੇ, ਪੋਲੀਨੇਸ਼ਨ ਕਰਾਉਂਦੇ ਨੇ। ਉਹ ਐਨੀਮਲ ਵੀ ਪੋਲੀਨੇਸ਼ਨ ਕਰਾਉਣ ਜਿਹਦੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਵੀ ਪੋਲੀਨੇਸ਼ਨ ਕਰਾ ਸਕਦਾ ਗਾ। ਯੂ ਕੈਂਟ, ਹੈ ਨਾ। ਸਨੇਕਸ ਆਰ ਆਲਸੋ ਦ ਐਨੀਮਲਸ, ਠੀਕ ਹੈ, ਸਨੇਕਸ ਵੀ ਪੋਲੀਨੇਸ਼ਨ ਕਰਾ ਦਿੰਦੇ ਆ, ਰਾਈਟ। ਯੂ ਕੈਨ ਇਵਨ ਥਿੰਕ, ਰਾਈਟ। ਰੈਪਟਾਈਲਸ, ਗੈਕੋ ਲਿਜ਼ਾਰਡ, ਗਾਰਡਨ ਲਿਜ਼ਾਰਡ, ਠੀਕ ਹੈ, ਇਹ ਵੀ ਕੀ ਹੈ, ਪੋਲੀਨੇਟਰਸ ਨੇ ਇਨ ਸਮ ਸਪੀਸ਼ੀਜ਼। ਆਫਨ ਫਲਾਵਰਸ ਜਿਹੜੇ ਹੁੰਦੇ ਨੇ ਐਨੀਮਲ ਪੋਲੀਨੇਟਡ ਪਲਾਂਟਸ ਦੇ, ਉਹ ਸਪੈਸੀਫਿਕਲੀ ਅਡੈਪਟਡ ਹੁੰਦੇ ਨੇ ਫॉर ਅ ਪਾਰਟੀਕੂਲਰ ਸਪੀਸ਼ੀਜ਼ ਆਫ ਐਨੀਮਲ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤਾ ਸੀ ਮੌਥ ਅਤੇ ਉਹ ਸੀਰੋਕੋਪੂਲੇਸ਼ਨ ਵਾਲਾ ਐਗਜ਼ਾਮਪਲ ਦਿੱਤਾ ਸੀ, ਰਾਈਟ। ਸੀਰੋਕੋਪੂਲੇਸ਼ਨ ਆ, ਬਟ ਫਰਟੀਲਾਈਜੇਸ਼ਨ ਜਿਹੜੀ ਆ ਉਹ ਟਰੂ ਹੁੰਦੀ ਆ, ਟਰੂ ਪੋਲੀਨੇਸ਼ਨ ਆ, ਠੀਕ ਹੈ, ਉਹਦੇ ਵਿੱਚ। ਅਤੇ ਹੋਰ ਵੀ ਅਲੱਗ-ਅਲੱਗ ਅਡੈਪਟੇਸ਼ਨ ਦੇ ਮੈਂ ਤੁਹਾਨੂੰ ਉਦੋਂ ਵੀ ਐਗਜ਼ਾਮਪਲ ਦਿੱਤੇ ਸੀਗੇ ਕਿ ਇੱਕ ਪਰਟੀਕੂਲਰ ਸਪੀਸ਼ੀਜ਼, ਪਲਾਂਟ ਸਪੀਸ਼ੀਜ਼ ਜਿਹੜੀ ਆ ਅਡੈਪਟਡ ਹੁੰਦੀ ਆ ਕਿ ਉਹ ਇੱਕ ਪਰਟੀਕੂਲਰ ਐਨੀਮਲ ਸਪੀਸ਼ੀਜ਼ ਦੇ ਦੁਆਰਾ ਹੀ ਪੋਲੀਨੇਟ ਹੋਵੇ। ਕਿਉਂਕਿ ਦੇਖੋ ਜਿਹੜੇ ਹੁਣ ਨੋਰਮਲੀ ਰੋਜ਼ ਫਲਾਵਰ ਹੈ, ਦੇਖਣ ਨੂੰ ਤਾਂ ਨਹੀਂ, ਤੁਸੀਂ ਨਹੀਂ ਕਹੋਗੇ ਕਿ ਉਹਨੂੰ ਕੋਈ ਸਨੇਕ ਨਹੀਂ ਪੋਲੀਨੇਟ ਕਰਾ ਸਕਦਾ, ਬਟ ਜਿਹੜੇ ਇੱਦਾਂ ਦੇ ਫਲਾਵਰ ਹੋਣਗੇ ਜਿਹੜੇ ਬਹੁਤ ਹੀ ਜ਼ਮੀਨੀ ਪੱਧਰ ਦੇ ਉੱਪਰ ਗਰੋ ਕਰਦੇ ਹੋਣੇ, ਹੈ ਨਾ, ਗਰਾਊਂਡ ਲੈਵਲ ਦੇ ਕੋਲ ਗਰੋ ਕਰਦੇ ਹੋਣੇ, ਉਹਨਾਂ ਨੂੰ ਤਾਂ ਇਨਸੈਕਟਸ ਜਿਹੜੇ ਆ, ਸੋਰੀ, ਸਨੇਕਸ ਪੋਲੀਨੇਟ ਕਰਾ ਸਕਦੇ ਆ ਨਾ। ਤਾਂ ਉਹਨਾਂ ਦੀ ਬੋਡੀ ਨਾਲ ਅਟੈਚ ਹੋ ਗਿਆ, ਰਿੰਗ ਰਹੇ ਸੀ, ਦੂਜੇ ਫੁੱਲ ਬਾਕੀ ਜਾਣਾ, ਪੋਲੀਨੇਸ਼ਨ ਹੋ ਗਈ, ਵਾਓ ਗ੍ਰੇਟ, ਠੀਕ ਹੈ। ਆਫਨ ਫਲਾਵਰਸ ਆਫ ਐਨੀਮਲ ਮੈਜੋਰਿਟੀ ਆਫ ਇਨਸੈਕਟ ਪੋਲੀਨੇਟਡ ਫਲਾਵਰਸ ਆਰ ਲਾਰਜ। ਜਿਹੜੇ ਇਨਸੈਕਟ ਪੋਲੀਨੇਟਡ ਫਲਾਵਰਸ ਨੇ ਲਾਰਜ ਹੁੰਦੇ, ਕਾਫੀ ਵੱਡੇ ਹੁੰਦੇ ਆ, ਕਲਰਫੁਲ ਹੁੰਦੇ ਆ, ਅਤੇ ਉਹ ਫਰੈਗਰੈਂਸ ਵੀ ਛੱਡਦੇ ਆ, ਜਿਹਦੇ ਨਾਲ ਜਿਹੜਾ ਫਲਾਵਰ ਕਰਨੀ ਇਨਸੈਕਟ ਹੁੰਦਾ ਉਹ ਅਟਰੈਕਟ ਹੁੰਦਾ, ਜਿਹੜੇ ਤੋਂ ਫਰੈਗਰੈਂਸ ਅਤੇ ਕਲਰ, ਠੀਕ ਹੈ, ਅਤੇ ਨੈਕਟਰ ਕਲੈਕਟ ਕਰਨ ਲਈ ਆਉਂਦਾ ਹੁੰਦਾ। ਨੈਕਟਰ ਅਤੇ ਪੋਲਨ ਕੀ ਹੁੰਦੇ ਨੇ, ਦੇ ਆਰ ਦਾ ਰਿਵਾਰਡਸ ਫॉर द ਇਨਸੈਕਟ, ਯੂ ਕੈਨ ਸੇ, ਠੀਕ ਹੈ, ਅਤੇ ਰਿਚ ਇਨ ਨੈਕਟਰ ਹੁੰਦੇ ਆ, ਠੀਕ ਹੈ। ਜਦੋਂ ਫਲਾਵਰਸ ਜੇਕਰ ਇਨਸੈਕਟ ਪੋਲੀਨੇਟਡ ਫਲਾਵਰ ਛੋਟਾ ਹੋਵੇ ਤਾਂ ਕਾਫੀ ਸਾਰੇ ਫਲਾਵਰ ਜਿਹੜੇ ਇੱਕ ਇਨਫਲੋਰੈਸੈਂਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਤਾਂ ਕਰਕੇ ਜਿਹੜਾ ਇਨਫਲੋਰੈਸੈਂਸ ਦੇ ਵਿੱਚ ਪ੍ਰੈਜ਼ੈਂਟ ਹੋਣ ਕਰਕੇ ਮਤਲਬ ਇੱਕ ਗੁੱਛਾ ਜਿਹਾ ਬਣਾ ਲੈਂਦੇ, ਜਿਹਦੇ ਕਰਕੇ ਕਿ ਇਨਸੈਕਟ ਨੂੰ ਵਿਜ਼ੀਬਲ ਹੋ ਸਕਣ ਅਤੇ ਕਾਫੀ ਸਾਰਿਆਂ ਦੀ ਫਰੈਗਰੈਂਸ ਇਕੱਠੀ ਹੋਵੇ ਥੋੜ੍ਹੀ ਵੱਧ ਜੇ, ਜਿਸ ਦੇ ਨਾਲ ਜਿਹੜਾ ਇਨਸੈਕਟ ਆ ਉਹ ਐਟਰੈਕਟ ਹੋ ਜਾਵੇ, ਠੀਕ ਹੈ। ਐਨੀਮਲਸ ਆਰ ਅਟਰੈਕਟਡ ਟੂ ਫਲਾਵਰਸ ਬਾਈ ਕਲਰ ਐਂਡ ਔਰ ਫਰੈਗਰੈਂਸ, ਠੀਕ ਹੈ। ਜਿਹੜੇ ਐਨੀਮਲਸ ਨੇ ਉਹ ਫਲਾਵਰ ਦੀ ਕਲਰ ਕਰਕੇ ਜਾਂ ਫਲਾਵਰ ਦੀ ਫਰੈਗਰੈਂਸ ਕਰਕੇ ਕੀ ਆ, ਅਟਰੈਕਟ ਹੁੰਦੇ ਨੇ ਟੂਵਰਡਸ ਦਾ ਐਨੀਮਲ। ਦ ਫਲਾਵਰਸ ਪੋਲੀਨੇਟਡ ਬਾਈ ਫਲਾਈਜ਼ ਐਂਡ ਬੀਟਲਸ, ਸੀਕ੍ਰੇਟ ਫੋਲ। ਹੁਣ ਦੇਖੋ ਜਿਹੜੇ ਫਲਾਈਜ਼ ਦੀ ਬੀਟਲਸ ਹੁੰਦੇ ਨੇ ਉਹ ਕੀ ਆ, ਉਹ ਗੰਦੀਆਂ ਬਦਬੂਆਂ ਦੇ ਉੱਪਰ ਹੁੰਦੇ ਆ, ਠੀਕ ਹੈ, ਜਿਵੇਂ ਕੋਈ ਨਾਲੇ 'ਚੋਂ ਬਦਬੂ ਮਾਰੀ ਹੋਵੇ, ਲਾਈਕ ਐਂਡ ਗੋਹੇ 'ਚੋਂ ਬਦਬੂ ਮਾਰਦੀ ਹੈ, ਠੀਕ ਹੈ, ਉਹ ਫਲਾਈਜ਼ ਬੀਟਲਸ ਉਹੀ ਜਿਹੀ ਜਗ੍ਹਾ ਦੇ ਉੱਪਰ ਅਟਰੈਕਟ ਹੁੰਦੇ ਆ। ਤਾਂ ਜਿਹੜੇ ਫਲਾਵਰਸ ਨੇ ਫਲਾਈਜ਼ ਜਾਂ ਫਿਰ ਬੀਟਲਸ ਤੋਂ ਕੀ ਕਰਨਾ ਹੋਊਗਾ, ਪੋਲੀਨੇਸ਼ਨ ਕਰਾਉਣੀ ਹੋਊਗੀ, ਉਹਨਾਂ ਦੇ ਦੁਆਰਾ ਪੋਲੀਨੇਸ਼ਨ ਕਰਾਉਣੀ ਹੋਊਗੀ, ਤਾਂ ਓਬਵੀਅਸਲੀ ਉਹ ਗੰਦੀ ਫਰੈਗਰੈਂਸ ਹੀ ਛੱਡਣਗੀ ਨਾ, ਗੰਦੀ ਔਡੋਰ ਛੱਡਣਗੇ, ਰਾਈਟ। ਐਂਡ ਟੂ ਸਸਟੇਨ ਐਨੀਮਲ ਵਿਜ਼ਿਟਸ, ਠੀਕ ਹੈ, ਅਤੇ ਐਨੀਮਲ ਵਿਜ਼ਿਟਸ ਨੂੰ ਸਸਟੇਨ ਕਰਨ ਦੇ ਲਈ, ਮਤਲਬ ਇਹ ਮੇਕ ਸ਼ੋਰ ਕਰਾਉਣ ਦੇ ਲਈ ਕਿ ਆਫਨ ਜਿਹੜਾ ਐਨੀਮਲ ਹੈ ਉਹ ਪਲਾਂਟ ਦੇ ਕੋਲ ਆਵੇ, ਠੀਕ ਹੈ, ਵਾਰੀ ਵਿਜ਼ਿਟ ਕਰੇ। ਇਹ ਕਰਾਉਣ ਦੇ ਲਈ ਜਿਹੜੇ ਐਨੀਮਲਸ ਨੇ, ਜਿਹੜੇ ਪਲਾਂਟਸ ਨੇ, ਐਨੀਮਲਸ ਨੂੰ ਕੁਝ ਰਿਵਾਰਡਸ ਦਿੰਦੇ ਆ, ਲਾਈਕ ਕੁਝ ਜਿਹੜੇ ਆ ਉਹ ਨੈਕਟਰ ਦਿੰਦੇ ਆ, ਹੈ ਨਾ, ਪੋਲਨ ਦਿੰਦੇ ਆ, ਠੀਕ ਹੈ। ਨੈਕਟਰ ਐਂਡ ਪੋਲਨ ਗ੍ਰੇਨਸ ਆਰ ਦ ਯੂਜੂਅਲ ਫਲੋਰਲ ਰਿਵਾਰਡਸ ਨੈਕਟਰ ਅਤੇ ਪੋਲਨ ਗ੍ਰੇਨ ਹੀ ਨੇ ਫॉर ਹਾਰਵੈਸਟਿੰਗ ਦ ਰਿਵਾਰਡਸ ਫਰੋਮ ਦ ਫਲਾਵਰ, ਠੀਕ ਹੈ, ਅਤੇ ਫਲਾਵਰ ਤੋਂ ਰਿਵਾਰਡ ਕਲੈਕਟ ਕਰਨ ਦੇ ਲਈ, ਨੈਕਟਰ ਜਾਂ ਪੋਲਨ ਲੈਣ ਦੇ ਲਈ, ਠੀਕ ਹੈ। ਜਿਹੜਾ ਐਨੀਮਲ ਆ ਵਿਜ਼ਿਟ ਕਰੂਗਾ ਫਲਾਵਰ ਦੇ ਕੋਲ, ਅਤੇ ਵਿਜ਼ਿਟ ਕਰੂਗਾ ਅਤੇ ਇਸੇ ਚੱਕਰ ਦੇ ਵਿੱਚ ਉਹ ਫਰਟੀਲਾਈਜੇਸ਼ਨ ਵੀ ਕਰਾ ਦੂਗਾ, ਉਹਨਾਂ ਦੀ ਪੋਲੀਨੇਸ਼ਨ ਵੀ ਕਰ ਦੂਗਾ, ਰਾਈਟ। ਦ ਬੋਡੀ ਆਫ ਦ ਐਨੀਮਲਸ ਗੈਟਸ ਅ ਕੋਟਿੰਗ ਆਫ ਅ ਪੋਲਨ ਗ੍ਰੇਨ, ਠੀਕ ਹੈ। ਐਨੀਮਲ ਦੀ ਬੋਡੀ ਦੇ ਉੱਪਰ ਪੋਲਨ ਗ੍ਰੇਨ ਚਿਪਕ ਜਾਣਗੇ, ਠੀਕ ਹੈ। ਜਨਰਲੀ ਜਿਹੜੇ ਸਟਿੱਕੀ ਹੁੰਦੇ ਨੇ, ਜਿਹੜੇ ਉਹ ਹੁੰਦੇ ਆ ਵਿੰਡ ਪੋਲੀਨੇਟਡ, ਉਹਨਾਂ ਦੇ ਨੋਨ ਸਟਿੱਕੀ ਹੁੰਦੇ ਆ, ਬਟ ਐਨੀਮਲ ਪੋਲੀਨੇਟਡ ਸਪੀਸ਼ੀਜ਼ ਦੇ ਵਿੱਚ ਜਿਹੜੇ ਪੋਲਨ ਗ੍ਰੇਨਸ ਹੁੰਦੇ ਆ ਉਹ ਜਨਰਲੀ ਸਟਿੱਕੀ ਹੁੰਦੇ ਆ, ਈਜ਼ੀਲੀ ਐਨੀਮਲ ਦੀ ਬੋਡੀ ਦੇ ਨਾਲ ਉਹ ਚਿਪਕ ਜਾਂਦੇ ਆ, ਠੀਕ ਹੈ। ਅਤੇ ਜਦੋਂ ਕੋਈ ਐਨੀਮਲ ਇੱਧਰ ਉੱਧਰ ਜਾਊਗਾ ਜਿਹਦੀ ਬੋਡੀ ਨਾਲ ਪੋਲਨ ਜਿਹੜਾ ਚਿਪਕਿਆ ਹੋਇਆ ਹੈਗਾ, ਤਾਂ ਉਹ ਕੀ ਸਟਿਗਮਾ ਦੇ ਕੰਟੈਕਟ ਦੇ ਵਿੱਚ ਆ ਜਾਊਗਾ, ਜਿਹਦੇ ਨਾਲ ਕੀ ਹੋ ਜੂਗੀ, ਪੋਲੀਨੇਸ਼ਨ ਹੋ ਜੂਗੀ। ਕੁਝ ਸਪੀਸ਼ੀਜ਼ ਦੇ ਵਿੱਚ ਜਿਹੜੇ ਫਲੋਰਲ ਰਿਵਾਰਡਸ ਨੇ, ਠੀਕ ਹੈ, ਮੇਜਰ ਤਾਂ ਕੀ ਹੈ, ਨੈਕਟਰ 'ਤੇ ਆਪਾਂ ਨੇ ਉਹੀ ਦੇਖ ਲਿਆ, ਹੈ ਨਾ, ਨੈਕਟਰ ਅਤੇ ਪੋਲਨ ਗ੍ਰੇਨਸ ਆਰ ਦ ਮੋਸਟ ਕਾਮਨ ਫਲੋਰਲ ਰਿਵਾਰਡਸ ਪ੍ਰੋਵਾਈਡਡ ਬਾਈ ਦ ਪਲਾਂਟਸ ਟੂ ਐਨੀਮਲਸ ਇਨ ਟਰਨ ਆਫ ਦ ਪੋਲੀਨੇਸ਼ਨ, ਠੀਕ ਹੈ। ਬਟ ਕੁਝ ਸਪੀਸ਼ੀਜ਼ ਦੇ ਵਿੱਚ ਜਿਹੜਾ ਫਲੋਰਲ ਰਿਵਾਰਡ ਹੁੰਦਾ, ਇਟ ਇਜ਼ ਅ ਸੇਫ ਪਲੇਸ ਪ੍ਰੋਵਾਈਡਡ ਬਾਈ ਦ ਪਲਾਂਟ ਟੂ ਦ ਐਨੀਮਲ ਟੂ ਲੇ ਦੇਅਰ ਐਗਸ, ਠੀਕ ਹੈ। ਅਤੇ ਇਹਦਾ ਐਗਜ਼ਾਮਪਲ ਹੈਗਾ ਟੋਲੈਸਟ ਫਲਾਵਰ, ਠੀਕ ਹੈ। ਟੋਲੈਸਟ ਫਲਾਵਰ ਐਮੋਰਫੋਫੈਲਸ, ਜਿਹਦਾ ਇਕੱਲਾ ਫੁੱਲ ਆ, ਸਿਰਫ ਫੁੱਲ ਕੀ ਹੁੰਦਾ 6 ਫੁੱਟ ਦਾ ਹੁੰਦਾ, ਠੀਕ ਹੈ। ਇੱਕ ਸਿਮਿਲਰ ਰਿਲੇਸ਼ਨਸ਼ਿਪ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਇੱਕ ਮੌਥ ਦੀ ਸਪੀਸ਼ੀਜ਼ ਦੇ ਵਿੱਚ ਅਤੇ ਯੂਕਾ ਦੇ ਵਿੱਚ, ਠੀਕ ਹੈ। ਜਿਹੜੀ ਮੌਥ ਅਤੇ
ਪਲਾਂਟ ਇੱਕ ਦੂਸਰੇ ਦੇ ਉੱਪਰ ਇੰਨੇ ਡਿਪੈਂਡੈਂਟ ਨੇ ਕਿ ਇੱਕ ਦੂਸਰੇ ਤੋਂ ਬਿਨਾਂ ਉਹ ਆਪਦਾ ਲਾਈਫ ਸਾਈਕਲ ਨਹੀਂ ਕੰਪਲੀਟ ਕਰ ਸਕਦੀ। ਅਤੇ ਇਹ ਕੀ ਆ, ਯੂ ਕੈਨ ਸੇ ਇਟ ਇਜ਼ ਅ ਗੁੱਡ ਐਗਜ਼ਾਮਪਲ ਆਫ ਮਿਊਚੁਅਲਿਜ਼ਮ। ਅਤੇ ਤੁਹਾਨੂੰ ਇਹ ਬਹੁਤ ਡਿਟੇਲ ਦੇ ਵਿੱਚ ਆਊਗਾ ਪਲੱਸ ਟੂ ਦੇ ਲਾਸਟ ਚੈਪਟਰਸ ਦੇ ਵਿੱਚ, ਠੀਕ ਹੈ, ਲਾਸਟ ਯੂਨਿਟ ਦੇ ਵਿੱਚ ਇਹ ਸਭ ਪੜ੍ਹਨਾ ਹੀ ਆ, ਠੀਕ ਹੈ। ਹੋਰ ਇੱਦਾਂ ਦੀ ਰਿਲੇਸ਼ਨਸ਼ਿਪ ਤੁਹਾਨੂੰ ਫਿਗ ਅਤੇ ਬਲਾਸਟੋਫੈਗਾ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ, ਠੀਕ ਹੈ। ਮੌਤ ਅਤੇ ਯੂਕਾ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ। ਉਹਦੇ ਵਿੱਚ ਕੁਛ ਨਹੀਂ ਆ ਕਿ ਮੌਤ ਜਿਹੜੀ ਆ ਉਹ ਫਲਾਵਰ ਦੇ ਅੰਦਰ ਜਿਹੜੀ ਐਗ ਲੇ ਕਰਦੀ ਆ, ਅਤੇ ਇਸ ਚੱਕਰ ਦੇ ਵਿੱਚ ਉਹਦੇ ਕੀ ਕਰਦੀ ਆ, ਫਰਟੀਲਾਈਜੇਸ਼ਨ ਕਰਾ ਦਿੰਦੀ ਹੈ। ਅਤੇ ਜਦੋਂ ਲਾਰਵਾ ਨਿਕਲੇ ਆਉਂਦੇ ਨੇ ਐਗਸ ਤੋਂ, ਠੀਕ ਹੈ, ਅਤੇ ਲਾਰਵਾ ਜਿਹੜਾ ਉਹਦੇ ਕੁਝ ਸੀਡਸ ਦੇ ਉੱਪਰ, ਡਿਵੈਲਪਿੰਗ ਸੀਡਸ ਦੇ ਉੱਪਰ ਵੀ ਕੀ ਕਰਦੇ ਨੇ, ਫੀਡ ਕਰਦੇ ਨੇ। ਸਾਰੇ ਸੀਡਸ ਦੇ ਉੱਪਰ ਨਹੀਂ, ਕੁਝ ਮਾੜੇ ਮੋਟੇ ਸੀਡਸ ਖਾ ਲੈਂਦੇ ਲਾਰਵੇ, ਕਿੰਨੇ ਕੁ ਖਾਣਗੇ, ਹੈ ਨਾ। ਅਤੇ ਫਿਰ ਜਦੋਂ ਡਿਵੈਲਪ ਕਰਦੇ ਥੋੜ੍ਹੇ ਮੋਟੇ ਤੁਰਨ ਜੋਗੇ ਹੁੰਦੇ ਆ, ਬਾਹਰ ਨਿਕਲ ਜੋਗੇ, ਤਾਂ ਉਹ ਕੀ ਆ, ਫਰੂਟ ਫਾਰਮੇਸ਼ਨ ਹੋਣ ਤੋਂ ਪਹਿਲਾਂ ਬਾਹਰ ਨਿਕਲੇ ਹੁੰਦੇ। ਇਸ ਕਰਕੇ ਇੱਦਾਂ ਦੇ ਜਿਹੜੇ ਫਰੂਟਸ ਹੁੰਦੇ ਉਹਨਾਂ ਦੇ ਅੰਦਰ ਲਾਰਵਾ ਨਹੀਂ ਹੁੰਦੇ, ਠੀਕ ਹੈ। ਲਾਰਵਾ ਜਿਹੜੇ ਆ ਤੁਸੀਂ ਤੁਹਾਨੂੰ ਕੁਝ ਫਰੂਟਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਕੁਝ ਲਾਈਕ ਗਾਵਾ ਦੇ ਵਿੱਚ ਕਾਫੀ ਸਾਰੇ ਲਾਰਵਾ ਦੇਖਣ ਨੂੰ ਮਿਲਦੇ ਆ, ਰਾਈਟ, ਯਾ ਸਪੈਸ਼ਲੀ ਮੌਨਸੂਨ ਦੇ ਵਿੱਚ, ਹੈ ਨਾ। ਜਿਹੜੇ ਮੌਥ ਜਿਹੜੇ ਆ ਉਹ ਕੀ ਆ, ਓਵਰੀ ਦੇ ਲੋਕਿਊਲ ਦੇ ਵਿੱਚ ਕੀ ਕਰਦੇ ਆ, ਐਗ ਨੂੰ ਡਿਪੋਜ਼ਿਟ ਕਰ ਦਿੰਦੇ ਹੈਗੇ, ਅਤੇ ਜਿਹੜਾ ਫਲਾਵਰ ਇਹਦੇ ਨਾਲ ਕੀ ਹੋ ਜਾਂਦਾ ਹੈਗਾ, ਪੋਲੀਨੇਟਡ ਹੋ ਜਾਂਦਾ ਹੈਗਾ। ਫਿਰ ਲਾਰਵਾ ਜਿਹੜੇ ਆ ਮੌਤ 'ਤੇ ਉਹ ਕੀ ਐਗ ਤੋਂ ਬਾਹਰ ਆ ਜਾਂਦੇ ਆ, ਜਿਵੇਂ ਜਿਵੇਂ ਜਿਹੜਾ ਸੀਡ ਆ ਉਹ ਡਿਵੈਲਪ ਕਰਨਾ ਸਟਾਰਟ ਕਰ ਜਾਂਦਾ ਹੈਗਾ, ਠੀਕ ਹੈ। ਦਿਸ ਵਾਜ਼ ਦਾ 14th ਪੇਜ। ਅਗਰ ਤੁਹਾਨੂੰ ਇੱਥੇ ਨਹੀਂ ਸਮਝ ਆਇਆ, ਅਗਰ ਤੁਹਾਨੂੰ ਵੀ ਚਾਹੀਦਾ ਕਿ ਮੈਂ ਇੱਦਾਂ ਹੀ ਪੜ੍ਹਦੇ ਹੀ ਮਤਲਬ ਬੁੱਕ ਤੋਂ ਪੜ੍ਹਦੇ ਸਮਝਾਵਾਂ, ਤਾਂ ਤੁਸੀਂ ਇਹ ਚੈਪਟਰ ਦੇ ਇਸਦੀ ਨਾ ਇੰਡੀਵਿਜੂਅਲ ਵੀਡੀਓ ਦੇਖ ਸਕਦੇ ਹੋ। ਜਿਹੜੇ ਮੈਂ ਇਹ ਤਾਂ ਵਨ ਸ਼ਾਟ ਆ ਰਹੀ, ਦਿਸ ਇਜ਼ ਕੁਇਕ ਰਿਵੀਜ਼ਨ, ਵਨ ਸ਼ਾਟ ਤਾਂ ਨਹੀਂ ਹੈਗੀ, ਕਿਉਂਕਿ ਉਹ ਮੇਰੀਆਂ ਵਨ ਸ਼ਾਟ ਨਹੀਂ ਰਹਿੰਦੀਆਂ। ਆਈ ਡੋਂਟ ਨੋ ਵਾਈ ਮੇਰੀ ਰਿਕਾਰਡਿੰਗ ਆਪਣੇ ਆਪ ਹੀ ਆਫ ਹੋ ਜਾਂਦੀ ਹੈ, ਆਈ ਡੋਂਟ ਨੋ ਵਾਈ। ਅਗਰ ਕਿਸੇ ਫੋਨ 'ਤੇ ਰਿਕਾਰਡਿੰਗ ਸਹੀ ਚੱਲਦੀ ਤਾਂ ਉਸ ਫੋਨ ਦੇ ਵਿੱਚ ਸਟੋਰੇਜ ਨਹੀਂ ਆਉਂਦੀ, ਅਗਰ ਕਿਸੇ ਸਟੋਰੇਜ ਆ ਤਾਂ ਉਹਦੇ ਵਿੱਚ ਕੰਮ ਨਹੀਂ ਸਹੀ ਕਰਦਾ, ਲੋਟ ਆਫ ਦਿੱਕਤ ਸਰਦੀ ਹੈ, ਠੀਕ ਹੈ। ਪਰ ਉਹਦੇ ਵਿੱਚ ਮੈਂ ਫੋਨ 'ਤੇ ਪੜ੍ਹਾਇਆ ਸੀ, ਅਤੇ ਤੁਸੀਂ ਉਹ ਦੇਖ ਸਕਦੇ ਹੋ, ਠੀਕ ਹੈ। ਸਭ ਤੋਂ ਲੰਬੀ ਜੀ ਉਹ 57 ਮਿੰਟਸ ਸੀ, ਸਮਥਿੰਗ 51 ਦੀ ਉਹ ਵਾਲੀ ਜਾ, ਠੀਕ ਹੈ। ਵਾਈ ਡੋਂਟ ਯੂ ਓਬਜ਼ਰਵ ਸਮ ਫਲਾਵਰਸ ਆਫ ਦਾ ਫੋਲੋਇੰਗ ਪਲਾਂਟਸ ਔਰ ਐਨੀ ਅਦਰ ਅਵੇਲੇਬਲ ਟੂ ਯੂ, ਠੀਕ ਹੈ। ਕਹਿੰਦੇ ਤੁਸੀਂ ਇਹਨਾਂ ਦੇ ਜਿਹੜੇ ਆ ਫਲਾਵਰਸ ਕਿਉਂ ਨਹੀਂ ਓਬਜ਼ਰਵ ਕਰਦੇ, ਜਾਂ ਫਿਰ ਜਾਂ ਕੋਈ ਹੋਰ ਦੇ, ਠੀਕ ਹੈ। ਮਤਲਬ ਇਹਨਾਂ ਤੋਂ ਇਲਾਵਾ ਜਿਹੜਾ ਇਹਨਾਂ ਨੇ ਨਾਮ ਦਿੱਤੇ ਆ ਉਹਨਾਂ ਤੋਂ ਇਲਾਵਾ ਵੀ ਤੁਸੀਂ ਕਿਸੇ ਹੋਰ ਦੇ ਫਲਾਵਰ ਨੂੰ ਓਬਜ਼ਰਵ ਕਰੋ, ਠੀਕ ਹੈ। ਫਾਈਂਡ ਕਰੋ ਕਿ ਕਿਹੜਾ ਐਨੀਮਲ 'ਤੇ ਵਿਜ਼ਿਟ ਕਰਦਾ, ਅਤੇ ਕੀ ਉਹ ਪੋਲੀਨੇਟਰ ਹੈਗਾ ਕਿ ਨਹੀਂ ਹੈਗਾ, ਠੀਕ ਹੈ। ਇਸ ਸਭ ਨੂੰ ਓਬਜ਼ਰਵ ਕਰਨ ਦੇ ਲਈ ਤੁਹਾਨੂੰ ਪੇਸ਼ੈਂਟਲੀ ਕੀ ਕਰਨਾ ਹੋਊਗਾ, ਇਸ ਸਭ ਨੂੰ ਪਤਾ ਕਰਨ ਦੇ ਲਈ ਤੁਹਾਨੂੰ ਪੇਸ਼ੈਂਟਲੀ ਫਲਾਵਰ ਨੂੰ ਓਬਜ਼ਰਵ ਕਰਨਾ ਪਊਗਾ ਕੁਝ ਦਿਨਾਂ ਦੇ ਲਈ, ਅਤੇ ਦਿਨ ਦੇ ਵਿੱਚ ਵੀ ਅਲੱਗ-ਅਲੱਗ ਟਾਈਮਸ ਦੇ ਉੱਪਰ, ਠੀਕ ਹੈ। ਅਤੇ ਇਹ ਵੀ ਦੇਖ ਸਕਦੇ ਹੋ ਕਿ ਫਲਾਵਰ ਦਾ ਜਿਹੜਾ ਹੈ ਉਸ ਐਨੀਮਲ ਦੀ ਵਿਜ਼ਿਟ ਨਾਲ ਕੋਈ ਕੋਰਿਲੇਸ਼ਨ ਤਾਂ ਨਹੀਂ ਹੈਗਾ, ਜਾਂ ਲਾਈਕ ਸਿਡੋ ਕੋਪੂਲੇਸ਼ਨ ਵਾਲਾ ਕੋਈ ਇੱਦਾਂ ਦਾ ਕੇਸ ਤਾਂ ਨਹੀਂ ਹੈਗਾ, ਠੀਕ ਹੈ। ਕੇਅਰਫੁਲੀ ਓਬਜ਼ਰਵ ਕਰੋ, ਜੇ ਕੋਈ ਵਿਜ਼ਿਟਰ ਜਿਹੜਾ ਹੈਗਾ ਉਹ ਇੱਕ ਫਲਾਵਰ ਦੇ ਐਂਥਰ ਦੇ ਨਾਲ ਦੂਜੇ ਫਲਾਵਰ ਦੇ ਸਟਿਗਮਾ ਦੇ ਨਾਲ ਕੰਟੈਕਟ ਦੇ ਵਿੱਚ ਆਉਂਦਾ ਹੋਵੇ, ਠੀਕ ਹੈ, ਜਿਹਦੇ ਨਾਲ ਪੋਲੀਨੇਸ਼ਨ ਕਰਾਉਂਦਾ ਹੋਵੇ, ਠੀਕ ਹੈ। ਕੁਝ ਇਨਸੈਕਟਸ ਇੱਦਾਂ ਦੇ ਵੀ ਹੁੰਦੇ ਆ ਜਿਹੜੇ ਕਿ ਪੋਲਨ ਦੇ ਨੈਕਟਰ ਤਾਂ ਲੈ ਲੈਂਦੇ ਆ, ਬਟ ਉਹ ਪੋਲੀਨੇਸ਼ਨ ਨਹੀਂ ਕਰਾਉਂਦੇ, ਠੀਕ ਹੈ। ਅਤੇ ਇੱਦਾਂ ਦੇ ਇਨਸੈਕਟਸ ਨੂੰ ਜਾਂ ਫਲੋਰਲ ਵਿਜ਼ਿਟਰਸ ਨੂੰ ਆਪਾਂ ਕੀ ਕਹਿੰਦੇ ਹਾਂ, ਪੋਲਨ ਜਾਂ ਫਿਰ ਨੈਕਟਰ ਰੋਬਰਸ ਕਹਿੰਦੇ ਹਾਂ, ਠੀਕ ਹੈ। ਹੋ ਸਕਦਾ ਕਿ ਤੁਹਾਨੂੰ ਪਤਾ ਨਾ ਲੱਗੇ ਕਿ ਪੋਲੀਨੇਟਰ ਕੌਣ ਆ, ਬਟ ਤੁਹਾਨੂੰ ਇਸ ਪ੍ਰੋਸੈਸ ਦੇ ਵਿੱਚ ਬਹੁਤ ਮਜ਼ਾ ਆਊਗਾ। ਨੈਕਸਟ ਟੋਪਿਕ ਇਜ਼ ਆਊਟ ਬਰੀਡਿੰਗ ਡਿਵਾਈਸਿਸ, ਠੀਕ ਹੈ। ਜਿਹੜੇ ਫਲਾਵਰਿੰਗ ਪਲਾਂਟਸ ਜਿਹੜੇ ਆ ਉਹ ਕਿ ਹਾਰਮਾਫਰੋਡਾਈਟ ਹੁੰਦੇ ਨੇ, ਦੈਟ ਇਜ਼ ਦੇ ਆਰ ਬਾਈਸੈਕਸ਼ੁਅਲ, ਠੀਕ ਹੈ। ਮਤਲਬ ਜਿਹੜੇ ਪੋਲਨ ਗ੍ਰੇਨਸ ਅਤੇ ਜਿਹੜੇ ਸਟਿਗਮਾ ਨੇ ਉਹ ਸੇਮ ਫਲਾਵਰ ਐਂਥਰ ਅਤੇ ਜਿਹੜੇ ਪਿਸਟਲ ਸੇਮ ਫਲਾਵਰ ਦੇ ਉੱਪਰ ਡਿਵੈਲਪ ਕਰਦੇ ਆ। ਅਤੇ ਇਸ ਕੇਸ ਦੇ ਵਿੱਚ ਜਿਹੜੇ ਪੋਲਨ ਗ੍ਰੇਨ ਨੇ ਕਾਫੀ ਜ਼ਿਆਦਾ ਚਾਂਸਿਸ ਹੁੰਦੇ ਆ ਉਹਨਾਂ ਦੇ ਕਿ ਉਹ ਸੇਮ ਫਲਾਵਰ ਦੇ ਸਟਿਗਮਾ ਦੇ ਨਾਲ ਕੀ ਹੋ ਸਕਣ, ਕੰਟੈਕਟ ਦੇ ਵਿੱਚ ਆ ਜਾਣ, ਠੀਕ ਹੈ। ਅਤੇ ਕੰਟੀਨਿਊਡ, ਠੀਕ ਹੈ, ਬਾਰ ਜਨਰੇਸ਼ਨ ਟੂ ਜਨਰੇਸ਼ਨ ਸੈਲਫ ਪੋਲਿਨੇਸ਼ਨ ਹੋਣ ਕਰਕੇ ਜਿਹੜੀ ਆ ਕਿ ਇਨ ਬਰੀਡਿੰਗ ਡਿਪਰੈਸ਼ਨ ਹੋ ਜਾਂਦਾ ਗਾ, ਠੀਕ ਹੈ। ਫਲਾਵਰਿੰਗ ਪਲਾਂਟਸ ਜਿਹੜੇ ਆ ਉਹਨਾਂ ਨੇ ਕਿ ਕਾਫੀ ਸਾਰੇ ਡਿਵਾਈਸਿਸ ਡਿਵੈਲਪ ਕਰੇ ਨੇ ਸੈਲਫ ਪੋਲਿਨੇਸ਼ਨ ਨੂੰ ਡਿਸਕਰੇਜ ਕਰਨ ਦੇ ਲਈ ਐਂਡ ਕ੍ਰਾਸ ਪੋਲਿਨੇਸ਼ਨ ਨੂੰ ਐਨਕਰੇਜ ਕਰਨ ਦੇ ਲਈ, ਠੀਕ ਹੈ। ਕੁਝ ਸਪੀਸ਼ੀਜ਼ ਦੇ ਵਿੱਚ ਜਿਹੜੇ ਪੋਲਨ ਦੇ ਰਿਲੀਜ਼ ਅਤੇ ਹੈ ਨਾ, ਆਪਾਂ ਨੇ ਜਦੋਂ ਪੜ੍ਹਿਆ ਸੀਗਾ ਕਿ ਆਟੋਕੈਮੀ ਦੇ ਦੋ ਉਹ ਸੀਗੇ, ਦੈਟ ਇਜ਼ ਦੋ ਮੇਨ ਰਿਕੁਆਇਰਮੈਂਟਸ, ਦੈਟ ਵਾਜ਼ ਦਾ ਫਸਟ ਵਨ ਵਾਜ਼ ਦਾ ਦੈਟ ਸਿੰਕਰਨਾਈਜੇਸ਼ਨ ਆਫ ਦਾ ਪੋਲਨ ਰਿਲੀਜ਼ ਐਂਡ ਸਟਿਗਮਾ ਰਿਸੈਪਟਿਵਿਟੀ, ਅਤੇ ਦੂਜਾ ਸੀਗਾ ਕਿ ਦੋਨੋਂ ਇੱਕ ਦੂਸਰੇ ਦੇ ਕੋਲੇ ਹੋਣੇ ਚਾਹੀਦੇ ਆ, ਠੀਕ ਹੈ। ਤਾਂ ਆਹੀ ਚੀਜ਼ਾਂ ਨੂੰ ਜੇ ਆਪਾਂ ਪ੍ਰੀਵੈਂਟ ਕਰ ਦਾਂਗੇ ਇੱਕ ਹਰਮਾਫਰੋਡਾਈਟ ਫਲਾਵਰ ਦੇ ਵਿੱਚ, ਅਤੇ ਸੈਲਫ ਪੋਲਿਨੇਸ਼ਨ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਜਾਣਗੇ, ਠੀਕ ਹੈ। ਫਸਟ ਕਿ ਆਪਾਂ ਸਿੰਕਰੋਨਾਈਜ਼ ਨਹੀਂ ਕਰਾਂਗੇ ਦੋਨਾਂ ਦੇ ਰਿਲੀਜ਼ ਨੂੰ, ਪਹਿਲਾਂ ਜ਼ਿਆਦਾ ਪੋਲਨ ਨੂੰ ਮੈਚੁਅਰ ਕਰ ਦਾਂਗੇ, ਪ੍ਰੂਟ ਐਂਟਰੀ ਕਰ ਦਾਂਗੇ, ਜਾਂ ਪਹਿਲਾਂ ਸਟਿਗਮਾ ਨੂੰ ਰਿਸੈਪਟਿਵ ਕਰ ਦਾਂਗੇ ਪੋਲਨ ਗ੍ਰੇਨ ਦੇ ਰਿਲੀਜ਼ ਹੋਣ ਤੋਂ ਪਹਿਲਾਂ, ਠੀਕ ਹੈ। ਇਹ ਮਤਲਬ ਪ੍ਰੋਟਕੈਮੀ ਕਰ ਦਾਂਗੇ। ਅਤੇ ਸੈਕਿੰਡ ਹੈਗਾ ਕਿ ਆਪਾਂ ਉਹਨਾਂ ਨੂੰ ਅਲੱਗ-ਅਲੱਗ ਪਲੇਸਿਸ ਦੇ ਉੱਪਰ ਅਲੱਗ-ਅਲੱਗ ਪੋਜੀਸ਼ਨ ਦੇ ਉੱਪਰ ਅਰੇਂਜ ਕਰਾਂਗੇ ਨਾ ਐਂਥਰ ਅਤੇ ਸਟਿਗਮਾ ਨੂੰ, ਜਿਸ ਦੇ ਨਾਲ ਜਿਹੜੀ ਹੈ ਸੈਲਫ ਪੋਲਿਨੇਸ਼ਨ ਪੋਸੀਬਲ ਹੀ ਨਾ ਹੋ ਪਾਵੇ, ਠੀਕ ਹੈ।
फर्स्ट इज कि सिंक्रोनाइजेशन नहीं होंगी, ठीक है। इधर द पॉलन इज रिलीज बिफोर द स्टिग्मा बिकम्स रिसेप्टिव इन प्रोटोटाइप कहने, या फिर जो स्टिग्मा है वो रिसेप्टिव पहला हो जाता है बिफोर द रिलीज ऑफ द पॉलन प्रोटोटाइप कहने। कुछ होर स्पीशीज ਦੇ ਵਿੱਚ ਜਿਹੜੇ ਐਂਥਰ ਤੇ ਸਟਿਗਮਾ ਨੇ ਉਹ ਕੀ ਅਲੱਗ-ਅਲੱਗ ਪੋਜੀਸ਼ਨ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਆ, ਤਾਂ ਕਰਕੇ ਜਿਹੜੇ ਪੋਲਨ ਆ ਉਹ ਕੀ ਆ ਸਟਿਗਮਾ ਦੇ ਨਾਲ ਕੰਟੈਕਟ ਨਾ ਆਵੇ, ਸਟੇਮ ਫਲਾਵਰ ਦੇ ਸਟਿਗਮਾ ਦੇ ਨਾਲ ਕੰਟੈਕਟ ਦੇ ਵਿੱਚ ਨਾ ਆਵੇ, ਠੀਕ ਹੈ। ਇਹ ਗੱਲ ਵੀ ਹੋ ਗਈ ਆਪਣੀ। ਬੋਥ ਦਿਸ ਡਿਵਾਈਸਿਸ ਪ੍ਰੀਵੈਂਟ ਆਟੋਕੈਮੀ, ਤੇ ਇਹ ਦੋਨੋਂ ਡਿਵਾਈਸਿਸ ਜਿਹੜੇ ਆ ਆਟੋਕੈਮੀ ਪ੍ਰੀਵੈਂਟ ਕਰਦੇ ਆ। ਜਿਹੜਾ ਤੀਜਾ ਡਿਵਾਈਸ ਆ, ਠੀਕ ਹੈ, ਇਨ ਬਰੀਡਿੰਗ ਦਾ, ਇਹ ਸਿਰਫ ਆਟੋਕੈਮੀ ਪ੍ਰੀਵੈਂਟ ਕਰਨਗੇ। ਪਹਿਲੇ ਜੋ ਡਿਵਾਈਸਿਸ ਉਹ ਜੋਟੈਨੋਗੈਮੀ ਨਹੀਂ ਪ੍ਰੀਵੈਂਟ ਕਰ ਸਕਦੇ ਹੈ ਤਾਂ, ਅਤੇ ਜੋਟੈਨੋਗੈਮੀ ਦੇ ਵਿੱਚ ਸੇਮ ਡਿਸਐਡਵਾਂਟੇਜਸ ਹੋਣਗੇ ਓਬੀਅਸਲੀ, ਠੀਕ ਹੈ, ਕਿਉਂਕਿ ਉਹਦੇ ਕੋਲ ਵੀ ਤਾਂ ਸੇਮ ਸਭ ਕੁਝ ਜੈਨੇਟਿਕ ਮਟੀਰੀਅਲ ਤਾਂ ਸੇਮ ਹੀ ਹੁੰਦਾ, ਰਾਈਟ, ਐਂਡ ਕੋਈ ਫਰਕ ਤਾਂ ਹੁੰਦਾ ਨਹੀਂ ਉਹਦਾ ਵੀ। ਤਾਂ ਫਿਰ ਆਪਾਂ ਨੂੰ ਕੁਝ ਇਹੋ ਜਿਹੇ ਡਿਵਾਈਸਿਸ ਵੀ ਲਿਆਉਣੇ ਪੈਣਗੇ ਜਿਹੜੇ ਕਿ ਜੋਟੈਨੋਗੈਮੀ ਨੂੰ ਵੀ ਪ੍ਰੀਵੈਂਟ ਕਰਨ, ਅਤੇ ਜਿਹੜਾ ਥਰਡ ਡਿਵਾਈਸ ਆ ਉਹ ਆਪਣਾ ਜੋਟੈਨੋਗੈਮੀ ਨੂੰ ਵੀ ਪ੍ਰੀਵੈਂਟ ਕਰੂਗਾ, ਠੀਕ ਹੈ। ਦੈਟ ਇਜ਼ ਸੈਲਫ ਇਨਕੰਪੈਟੀਬਿਲਿਟੀ, ਮਤਲਬ ਕਿ ਜੇ ਸੇਮ ਜੈਨੇਟਿਕ ਮਟੀਰੀਅਲ ਦਾ ਪੋਲਨ ਗ੍ਰੇਨ ਸਟਿਗਮਾ ਦੇ ਉੱਪਰ ਆ ਕੇ ਲੈਂਡ ਕਰਦੇ ਹੈ ਨਾ, ਮਤਲਬ ਸੇਮ ਪਲਾਂਟ ਦਾ ਹੀ ਹੋਊਗਾ, ਠੀਕ ਹੈ, ਬਿਲਕੁਲ ਹੀ ਐਗਜ਼ੈਕਟ ਜੈਨੇਟਿਕ ਮਟੀਰੀਅਲ ਤਾਂ ਉਹਦੇ ਕੋਲ ਹੀ ਹੋਊਗਾ, ਰਾਈਟ, ਤਾਂ ਉਹ ਉਹਨੂੰ ਅਸੈਪਟ ਨਹੀਂ ਕਰੂਗਾ, ਠੀਕ ਹੈ, ਤਾਂ ਉਹਨੂੰ ਜਰਮੀਨੇਟ ਹੀ ਨਹੀਂ ਕਰਨ ਦੇਊਗਾ। ਦੈਟ ਇਜ਼ ਕਾਲਡ ਦ ਸੈਲਫ ਇਨਕੰਪੈਟੀਬਿਲਿਟੀ। ਇਹ ਇੱਕ ਜੈਨੇਟਿਕ ਮੈਕੈਨਿਜ਼ਮ ਆ, ਅਤੇ ਕੀ ਹੈ ਸੈਲਫ ਪੋਲਨ ਨੂੰ, ਭਾਵੇਂ ਉਹ ਕੀ ਹੈ ਸੇਮ ਫਲਾਵਰ 'ਤੇ ਭਾਵੇਂ ਕੋਈ ਹੋਰ ਫਲਾਵਰ ਦਾ ਫਰੋਮ ਦ ਸੇਮ ਪਲਾਂਟ, ਠੀਕ ਹੈ, ਇਹ ਕੀ ਆ ਪ੍ਰੀਵੈਂਟ ਕਰੂਗਾ ਸੈਲਫ ਪੋਲਨ ਨੂੰ ਓਵਿਊਲ ਨੂੰ ਫਰਟੀਲਾਈਜ਼, ਮਤਲਬ ਉਹੀ ਪਲਾਂਟ ਦੇ ਪੋਲਨ ਨੂੰ ਓਵਿਊਲ ਨੂੰ ਫਰਟੀਲਾਈਜ਼ ਨਹੀਂ ਕਰਨ ਦੇਊਗਾ, ਠੀਕ ਹੈ। ਇਹ ਕੀ ਆ ਪੋਲਨ ਜਰਮੀਨੇਸ਼ਨ ਨੂੰ ਵੀ ਇਨਹਿਬਿਟ ਕਰ ਸਕਦਾ, ਜਾਂ ਫਿਰ ਪੋਲਨ ਟਿਊਬ ਗਰੋਥ ਨੂੰ ਵੀ ਇਨਹਿਬਿਟ ਕਰ ਸਕਦਾ, ਠੀਕ ਹੈ। ਇੱਦਾਂ ਹੁਣ ਦੋ ਚੀਜ਼ਾਂ ਹੋ ਸਕਦੀਆਂ ਨੇ ਕਿ ਜਦੋਂ ਪੋਲਨ ਜਰਮੀਨੇਟ ਹੀ ਨਾ ਕਰੇ, ਮਤਲਬ ਪੋਲਨ ਟਿਊਬ ਨਿਕਲੇ ਹੀ ਨਾ, ਜਾਂ ਫਿਰ ਪੋਲਨ ਟਿਊਬ ਨਿਕਲ ਕੇ ਵੀ ਨਿਕਲ ਵੀ ਗਈ ਤਾਂ ਉਹ ਵਿੱਚ ਦੀ ਨਾ ਜਾ ਸਕੇ ਉਹਦੇ, ਠੀਕ ਹੈ। Another device to prevent self pollination is production of unisexual flower, ठीक है। नेक्स्ट इज यूनीसैक्शुअल फ्लावर ਦੀ ਪ੍ਰੋਡਕਸ਼ਨ, ਠੀਕ ਹੈ। ਇਹਦੇ ਨਾਲ ਯੂਨੀਸੈਕਸ਼ੁਅਲ ਫਲਾਵਰਸ ਦੋ ਤਰੀਕੇ ਨਾਲ ਹੋ ਸਕਦੇ ਆ, ਕਿ ਇੱਕ ਤਾਂ ਸੇਮ ਪਲਾਂਟ ਦੇ ਉੱਪਰ, ਠੀਕ ਹੈ, ਆਪਾਂ ਨੂੰ ਮੇਲ ਤੇ ਫੀਮੇਲ ਫਲਾਵਰ ਦਿਖਣ, ਅਤੇ ਦੂਜਾ ਹੋ ਸਕਦਾ ਕਿ ਇੱਕ ਪਲਾਂਟ ਦੇ ਉੱਪਰ ਸਾਰੇ ਮੇਲ ਫਲਾਵਰ, ਦੂਜੇ ਪਲਾਂਟ ਦੇ ਉੱਪਰ ਸਾਰੇ ਫੀਮੇਲ ਫਲਾਵਰ। ਜਿੱਦਾਂ ਸੇਮ ਪਲਾਂਟ ਦੇ ਉੱਪਰ ਮੇਲ ਤੇ ਫੀਮੇਲ ਹੋਈ ਭਾਵੇਂ ਯੂਨੀਸੈਕਸ਼ੁਅਲ ਨੇ, ਪਰ ਉਹਦੇ ਨਾਲ ਜੀਨੋਗੈਮੀ ਤਾਂ ਪ੍ਰੀਵੈਂਟ ਨਹੀਂ ਹੋਣ ਲੱਗੀ। ਬਟ ਜੇ ਡਾਇਓਸ਼ੀ ਹੋਈ, ਮਤਲਬ ਕਿ ਇੱਕ ਫੀਮੇਲ ਪਲਾਂਟ ਅਤੇ ਮੇਲ ਪਲਾਂਟ ਅਲੱਗ-ਅਲੱਗ ਹੋਇਆ, ਤਾਂ ਉਹਦੇ ਨਾਲ ਪ੍ਰੀਵੈਂਟ ਹੋ ਜੂਗੀ ਜੀਨੋਗੈਮੀ ਅਤੇ ਆਟੋਗੈਮੀ ਦੋਨੇ ਪ੍ਰੀਵੈਂਟ ਹੋ ਜਾਣਗੇ, ਰਾਈਟ। if both male and female flowers are present on the same plant such as castor and maize ਦੇ ਵਿੱਚ, ਠੀਕ ਹੈ, ਫਲਾਵਰ ਤਾਂ ਯੂਨੀਸੈਕਸ਼ੁਅਲ ਹੁੰਦਾ, ਮਤਲਬ ਮੇਲ ਫਲਾਵਰ ਅਤੇ ਫੀਮੇਲ ਫਲਾਵਰ ਅਲੱਗ-ਅਲੱਗ ਹੁੰਦਾ ਗਾ, ਠੀਕ ਹੈ, ਬਟ ਉਹ ਸੇਮ ਪਲਾਂਟ ਦੇ ਉੱਪਰ ਡਿਪੈਂਡ ਹੁੰਦਾ ਗਾ, ਪ੍ਰੈਜ਼ੈਂਟ ਹੁੰਦਾ ਗਾ, ਠੀਕ ਹੈ। ਮਤਲਬ ਕੈਸਟਰ ਅਤੇ ਮੇਜ਼ ਜਿਹੜੇ ਉਹ ਕੀ ਹੁੰਦੇ ਨੇ, ਮੋਨੋਸ਼ੀਅਸ ਹੁੰਦੇ ਨੇ। ਇਹਨਾਂ ਨਾਲ ਕੀ ਹੁੰਦੀ ਹੈ ਆਟੋਗੈਮੀ ਤਾਂ ਪ੍ਰੀਵੈਂਟ ਹੋ ਜਾਂਦੀ ਹੈ, ਬਟ ਇਟ ਡਜ਼ ਨਾਟ ਪ੍ਰੀਵੈਂਟ ਜੀਨੋਗੈਮੀ। ਅਤੇ ਕੁਝ ਹੋਰ ਸਪੀਸ਼ੀਜ਼ ਦੇ ਵਿੱਚ ਜਿਵੇਂ ਕਿ ਪਪਾਇਆ ਹੋ ਗਿਆ, ਉਹਨਾਂ ਦੇ ਵਿੱਚ ਮੇਲ ਅਤੇ ਫੀਮੇਲ ਫਲਾਵਰਸ ਜਿਹੜੇ ਆ ਉਹ ਡਿਫਰੈਂਟ ਪਲਾਂਟਸ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਆ, ਅਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਪਲਾਂਟ ਆ ਉਹ ਪਲਾਂਟ ਹੀ ਮੇਲ ਜਾਂ ਫਿਰ ਫੀਮੇਲ ਹੁੰਦਾ, ਅਤੇ ਇਹਨੂੰ ਆਪਾਂ ਕਹਿੰਦੇ ਹਾਂ ਡਾਇਓਸ਼ਿਸ, ਠੀਕ ਹੈ। ਇਹ ਜਿਹੜੀ ਕੰਡੀਸ਼ਨ ਆ ਉਹ ਕੀ ਆਟੋਗੈਮੀ ਅਤੇ ਜੀਨੋਗੈਮੀ ਦੋਨਾਂ ਨੂੰ ਹੀ ਪ੍ਰੀਵੈਂਟ ਕਰਦੀ ਹੈਗੀ। ਨੈਕਸਟ ਇਜ਼ ਪੋਲਨ ਪਿਸਟਲ ਇੰਟਰੈਕਸ਼ਨ। ਜਿਹੜੀ ਪੋਲੀਨੇਸ਼ਨ ਆ ਉਹਦੇ ਨਾਲ ਕੀ ਆ, ਇਹ ਨਹੀਂ ਗਾਰੰਟੀ ਕਰਦੀ ਕਿ ਰਾਈਟ ਟਾਈਪ ਆਫ ਪੋਲਨ ਹੀ ਟ੍ਰਾਂਸਫਰ ਹੋਵੇ, ਠੀਕ ਹੈ। ਅਤੇ ਜੇ ਰੋਂਗ ਟਾਈਪ ਆਫ ਪੋਲਨ, ਮਤਲਬ ਕਿ ਰੋਂਗ ਟਾਈਪ ਪੋਲਨ ਮਤਲਬ ਕਿ ਮੈਂਗੋ ਦੇ ਉੱਪਰ ਆ ਕੇ ਨਾ ਰੋਜ਼ ਦਾ ਪੋਲਨ ਡਿੱਗ ਪਿਆ, ਠੀਕ ਹੈ, ਤਾਂ ਉਹ ਤਾਂ ਸੇਮ ਸਪੀਸ਼ੀਜ਼ ਦਾ ਹੈ ਨਹੀਂ, ਦੈਟ ਮੀਨਸ ਇਟ ਇਜ਼ ਆਫ ਰੋਂਗ ਟਾਈਪ ਪੋਲਨ। ਜਾਂ ਫਿਰ ਅਗਰ ਕੋਈ ਪਲਾਂਟ ਸੈਲਫ ਇਨਕੰਪੈਟੀਬਲ ਹੈ, ਉਹਦੇ ਵਿੱਚ ਉਹਦੇ ਸਟਿਗਮਾ ਦੇ ਉੱਪਰ ਸੇਮ ਪਲਾਂਟ ਦਾ ਪੋਲਨ ਆ ਕੇ ਡਿੱਗ ਪਿਆ, ਤਾਂ ਇਹ ਵੀ ਰੋਂਗ ਟਾਈਪ ਆਫ ਪੋਲਨ ਆ, ਠੀਕ ਹੈ। ਅਤੇ ਉਹ ਫਿਰ ਹੋ ਸਕਦਾ ਕਿ ਰੋਂਗ ਟਾਈਪ ਆਫ ਪੋਲਨ ਸਟਿਗਮਾ ਦੇ ਉੱਪਰ ਆ ਕੇ ਡਿੱਗ ਜੇ, ਤਾਂ ਉਹਨੂੰ ਤਾਂ ਆਪਾਂ ਜਰਮੀਨੇਟ ਨਹੀਂ ਕਰਨ ਦੇਣਾ, ਹੈ ਨਾ, ਉਹਨੂੰ ਵੀ ਪ੍ਰੀਵੈਂਟ ਕਰਨਾ ਹੈਗਾ। ਅਤੇ ਇਹ ਪ੍ਰੀਵੈਂਸ਼ਨ, ਜਾਂ ਫਿਰ ਅਗਰ ਕੰਪੈਟੀਬਲ ਪੋਲਨ ਆਇਆ ਹੈ ਤਾਂ ਫਿਰ ਉਹਦੀ ਜਰਮੀਨੇਸ਼ਨ ਕਿੱਦਾਂ ਹੁੰਦੀ ਆ, ਇਹ ਸਭ ਪ੍ਰੋਸੈਸਿਸ ਹੁੰਦੇ ਨੇ ਬਾਏ ਦਾ ਪੋਲਨ ਪਿਸਟਲ ਇੰਟਰੈਕਸ਼ਨ। ਪੋਲੀਨੇਸ਼ਨ ਜਿਹੜੀ ਆ ਉਹ ਗਰੰਟੀ ਨਹੀਂ ਕਰਦੀ ਕਿ ਰਾਈਟ ਟਾਈਪ ਆਫ ਪੋਲਨ ਹੀ ਆ ਕੇ ਡਿੱਗੇ, ਹੈ ਨਾ, ਕੰਪੈਟੀਬਲ ਪੋਲਨ ਹੀ ਹੋਵੇ ਸੇਮ ਸਪੀਸ਼ੀਜ਼ ਦਾ। ਕਾਫੀ ਵਾਰੀ ਕੀ ਆ ਰੋਂਗ ਟਾਈਪ ਆਫ ਪੋਲਨ ਵੀ ਆ ਕੇ ਡਿੱਗ ਪੈਂਦਾ ਗਾ, ਮਤਲਬ ਜਾਂ ਫਿਰ ਦੂਜੀ ਸਪੀਸ਼ੀਜ਼ ਤੋਂ ਜਾਂ ਫਿਰ ਸੇਮ ਪਲਾਂਟ ਤੋਂ, ਅਗਰ ਸੈਲਫ ਇਨਕੰਪੈਟੀਬਲ ਹੈ ਤਾਂ, ਠੀਕ ਹੈ। ਦ ਪਿਸਟਲ ਹੈਜ਼ ਦ ਐਬਿਲਿਟੀ ਟੂ ਰੈਕਗਨਾਈਜ਼ ਦ ਪੋਲਨ, ਠੀਕ ਹੈ। ਜਿਹੜੀ ਪਿਸਟਲ ਹੈ ਉਹਦੇ ਕੋਲ ਕੀ ਐਬਿਲਿਟੀ ਹੁੰਦੀ ਹੈ ਕਿ ਉਹ ਪੋਲਨ ਨੂੰ ਰੈਕਗਨਾਈਜ਼ ਕਰ ਸਕਦੀ ਕਿ ਇਹ ਮੇਰਾ ਹੀ ਆ, ਠੀਕ ਹੈ, ਕਿ ਇਹ ਮੇਰੀ ਬਰਾਦਰੀ ਦਾ ਹੀ ਆ, ਠੀਕ ਹੈ। ਅਤੇ ਜੇ ਸੈਲਫ ਇਨਕੰਪੈਟੀਬਲ ਹੈ ਕਿ ਮੇਰੀ ਬਰਾਦਰੀ ਦਾ ਤਾਂ ਹੈ, ਚਲੋ ਇਹ ਮੇਰੀ ਬਰਾਦਰੀ ਦਾ ਹੈ, ਬਟ ਕਿਤੇ ਮੇਰਾ ਭੈਣ ਭਰਾ ਤਾਂ ਨਹੀਂ ਹੈਗਾ, ਠੀਕ ਹੈ। ਕਿ ਉਹ ਜਿਹੜੀ ਪਿਸਤਲ ਆ ਉਹ ਰੈਕਗਨਾਈਜ਼ ਕਰ ਸਕਦੀ ਹੈ, ਪਿਸਤਲ ਨੂੰ ਵੀ ਪਤਾ, ਦੇਖੋ ਇਨਸਾਨਾਂ ਨੂੰ ਵੀ ਪਤਾ ਹੁੰਦਾ ਕਿ ਮੇਰੇ ਲਈ ਕੌਣ ਸਹੀ ਕੌਣ ਗਲਤ ਆ, ਬਟ ਦੇਖੋ ਪਲਾਂਟਸ ਨੂੰ ਵੀ ਪਤਾ, ਠੀਕ ਹੈ,
ਕਿ ਰਾਈਟ ਟਾਈਪ ਦਾ ਹੈਗਾ ਵੀ ਆ ਕਿ ਨਹੀਂ ਹੈਗਾ, ਮਤਲਬ ਕੰਪੈਟੀਬਲ ਹੈ ਜਾਂ ਨਹੀਂ ਹੈ, ਬਟ ਜਾਂ ਫਿਰ ਰੋਂਗ ਟਾਈਪ ਦਾ, ਮਤਲਬ ਇਹ ਮੇਰੇ ਲਈ ਸਹੀ ਨਹੀਂ ਹੈਗਾ, ਮੇਰੇ ਨਾਲ ਨਹੀਂ ਜਚੂਗਾ ਹੀ, ਰਾਈਟ। ਅਤੇ ਇਫ ਇਟ ਇਜ਼ ਆਫ ਦ ਰਾਈਟ ਟਾਈਪ, ਅਗਰ ਉਹ ਰਾਈਟ ਟਾਈਪ ਦਾ ਹੋਵੇ ਤਾਂ ਜਿਹੜੀ ਪਿਸਤਲ ਆ ਉਹ ਕੀ ਆ, ਪੋਲਨ ਨੂੰ ਅਸੈਪਟ ਕਰ ਲੈਂਦੀ ਆ ਅਤੇ ਪੋਸਟ ਪੋਲੀਨੇਸ਼ਨ ਇਵੈਂਟਸ ਨੂੰ ਸਾਰਿਆਂ ਨੂੰ ਕੀ ਕਰਦੀ ਆ, ਪ੍ਰਮੋਟ ਕਰਦੀ ਆ। ਦੈਟ ਇਜ਼ ਕਿ ਪੋਲਨ ਜਰਮੀਨੇਸ਼ਨ, ਠੀਕ ਹੈ, ਉਹਦੇ ਬਾਅਦ ਫਰਟੀਲਾਈਜੇਸ਼ਨ ਕੁਛ ਹੈ ਨਾ। ਅਗਰ ਰੋਂਗ ਟਾਈਪ ਦਾ ਪੋਲਨ ਆ ਕੇ ਡਿੱਗ ਪਿਆ ਤਾਂ ਪਿਸਤਲ ਜਿਹੜੀ ਉਹ ਰਿਜੈਕਟ ਕਰ ਦਿੰਦੀ ਆ ਪੋਲਨ ਨੂੰ, ਠੀਕ ਹੈ। ਕਿੱਦਾਂ ਰਿਜੈਕਟ ਕਰਦੀ, ਉਹ ਪੋਲਨ ਨੂੰ ਜਰਮੀਨੇਟ ਹੀ ਨਹੀਂ ਕਰਨ ਦਿੰਦੀ ਸਟਿਗਮਾ ਦੇ ਉੱਪਰ, ਠੀਕ ਹੈ, ਅਤੇ ਪੋਲਨ ਟਿਊਬ ਨੂੰ ਗਰੋ ਨਹੀਂ ਕਰਨ ਦਿੰਦੀ ਥਰੂ ਦਾ ਸਟਾਈਲ, ਠੀਕ ਹੈ। ਐਬਿਲਿਟੀ ਆਫ ਦ ਪਿਸਤਲ ਟੂ ਰੈਕਗਨਾਈਜ਼ ਦ ਪੋਲਨ ਫੋਲੋਡ ਬਾਈ ਇਟਸ acceptance or rejection is the result of a continuous dialogue between pollen grain and the pistil, ਠੀਕ ਹੈ। ਜਿਹੜਾ ਪਿਸਤਲ ਆ, ਪਿਸਤਲ ਦੀ ਐਬਿਲਿਟੀ, ਠੀਕ ਹੈ, ਪਿਸਤਲ ਦੀ ਐਬਿਲਿਟੀ ਕਿ ਉਹ ਕੀ ਆ, ਉਹ ਪਹਿਲਾਂ ਰੈਕਗਨਾਈਜ਼ ਕਰਦੀ ਆ ਕਿ ਓਕੇ ਉਹ ਕੰਪੈਟੀਬਲ ਹੈ ਜਾਂ ਨਹੀਂ ਹੈ, ਫਿਰ ਉਹਦੇ ਬਾਅਦ ਉਹਨੂੰ ਐਕਸੈਪਟ ਕਰਦੀ ਹੈ, ਅਗਰ ਉਹ ਕੰਪੈਟੀਬਲ ਹੋਵੇ ਅਤੇ ਉਹਨੂੰ ਰਿਜੈਕਟ ਕਰ ਦਿੰਦੀ ਅਗਰ ਉਹ ਕੰਪੈਟੀਬਲ ਨਾ ਹੋਏ, ਠੀਕ ਹੈ। ਅਗਰ ਉਹ ਐਕਸੈਪਟ ਕਰਦੀ ਆ, ਠੀਕ ਹੈ, ਤਾਂ ਉਹਦੇ ਐਕਸੈਪਟੈਂਸ ਤੋਂ ਲੈ ਕੇ, ਠੀਕ ਹੈ, ਉਹਦੇ ਮਤਲਬ ਪੋਲਨ ਗ੍ਰੇਨ ਦੀ ਸਟਿਗਮਾ ਦੇ ਉੱਪਰ ਲੈਂਡ ਹੋਣ ਤੋਂ ਲੈ ਕੇ, ਫਿਰ ਉਹਦੀ ਐਕਸੈਪਟੈਂਸ ਤੋਂ ਲੈ ਕੇ, ਉਹਦੀ ਜਰਮੀਨੇਸ਼ਨ ਤੋਂ ਲੈ ਕੇ, ਉਹਦੀ ਫਰਟੀਲਾਈਜੇਸ਼ਨ ਤੱਕ ਸਾਰੇ ਦੇ ਸਾਰੇ ਜਿਹੜੇ ਸਟੈਪਸ ਹੋਣਗੇ ਵਿੱਚ ਸਾਰੇ ਨੂੰ ਆਪਾਂ ਪੋਲਨ ਪਿਸਤਲ ਇੰਟਰੈਕਸ਼ਨ ਹੀ ਕਹਾਂਗੇ। ਅਗਰ ਇਨਕੰਪੈਟੀਬਲ ਪੋਲਨ ਡਿੱਗਦਾ ਤਾਂ ਉਹਦੇ ਡਿੱਗਣ ਤੋਂ ਲੈ ਕੇ, ਸਟਿਗਮਾ ਦੇ ਉੱਪਰ ਆਉਣ ਤੋਂ ਲੈ ਕੇ, ਉਹਦੀ ਰਿਜੈਕਸ਼ਨ ਤੱਕ, ਉਹਦੀ ਪੋਲਨ ਟਿਊਬ ਗਰੋਥ ਦੀ ਇਨਹੀਬਿਸ਼ਨ ਤੱਕ, ਠੀਕ ਹੈ, ਸਾਰੇ ਦੇ ਸਾਰੇ ਸਟੈਪਸ ਹੋਣਗੇ ਜਿਹੜੇ ਉਹਨੂੰ ਆਪਾਂ ਪੋਲਨ ਪਿਸਤਲ ਇੰਟਰੈਕਸ਼ਨ ਹੀ ਕਹਾਂਗੇ, ਠੀਕ ਹੈ। ਅਤੇ ਜਿਹੜੀ ਪੋਲਨ ਪਿਸਤਲ ਇੰਟਰੈਕਸ਼ਨ ਉਹ ਕਾਹਦਾ ਰਿਜ਼ਲਟ ਆ, ਇਟ ਇਜ਼ ਦ ਰਿਜ਼ਲਟ ਆਫ ਅ ਕੰਟੀਨਿਊਸ ਡਾਇਲੋਗ ਬਿਟਵੀਨ ਪੋਲਨ ਗ੍ਰੇਨ ਐਂਡ ਦ ਪਿਸਤਲ, ਠੀਕ ਹੈ। ਕੰਟੀਨਿਊਸਲੀ ਇਹ ਕੈਮੀਕਲ, ਇਹਦੇ ਵਿੱਚ ਕੈਮੀਕਲ ਡਾਇਲੋਗ ਹੁੰਦੇ, ਕੈਮੀਕਲ ਦੀ ਗੱਲਬਾਤ ਹੁੰਦੀ ਆ, ਕੁਝ ਕੈਮੀਕਲ ਸਿਕ੍ਰੀਟ ਕਰਦਾ ਵੀ ਉਹ ਪ੍ਰੂਵ ਕਰਦਾ ਕਿ ਹਾਂ ਮੈਂ ਤੇਰਾ ਹੀ ਹਾਂ, ਬਟ ਉਹ ਕੈਮੀਕਲ ਉਹਨੂੰ ਜੱਚਦਾ ਨਹੀਂ ਹੈਗਾ, ਉਹ ਕਹਿੰਦੀ ਨਹੀਂ ਇਹ ਤਾਂ ਮੇਰਾ ਨਹੀਂ ਆ, ਠੀਕ ਹੈ, ਮੈਨੂੰ ਨਹੀਂ ਪਸੰਦ ਇਹ ਤੇਰਾ ਗਿਫਟ ਮਿਲਿਆ, ਠੀਕ ਹੈ। ਫਿਰ ਇੱਦਾਂ ਇੱਦਾਂ ਇਹਨਾਂ ਦੇ ਵਿੱਚ ਗੱਲਬਾਤ ਚੱਲਦੀ ਆ, ਠੀਕ ਹੈ, ਅਤੇ ਐਜ਼ ਅ ਰਿਜ਼ਲਟ ਉਹਨਾਂ ਦੀ ਅਸੈਪਟੈਂਸ ਜਾਂ ਫਿਰ ਰਿਜੈਕਸ਼ਨ ਹੁੰਦੀ ਹੈ। ਦਿਸ ਡਾਇਲੋਗ ਇਜ਼ ਮੀਡੀਏਟਡ ਬਾਈ ਕੈਮੀਕਲ ਕੰਪੋਨੈਂਟਸ ਆਫ ਦ ਪੋਲਨ ਇੰਟਰੈਕਟਿੰਗ ਵਿਦ ਦੋਜ਼ ਆਫ ਦ ਪਿਸਤਲ, ਠੀਕ ਹੈ। ਕੈਮੀਕਲ ਕੰਪੋਨੈਂਟਸ ਦੇ ਦੁਆਰਾ ਹੀ ਮੀਡੀਏਟਡ ਹੁੰਦਾ ਗਾ, ਜਾਂ ਤੁਸੀਂ ਕਹਿ ਸਕਦੇ ਹੋ ਕੈਮੀਕਲ ਕੰਪੋਨੈਂਟਸ ਆਰ ਦ ਮੋਡ ਆਫ ਕਮਿਊਨੀਕੇਸ਼ਨ ਬਿਟਵੀਨ ਦੈਮ, ਠੀਕ ਹੈ, ਜਿਹਦੇ ਨਾਲ ਦੋਨੋਂ ਇੰਟਰੈਕਟ ਕਰਦੇ ਨੇ। ਇਟ ਇਜ਼ ਦ only in recent years that botanists have been able to identify some of the pollen and pistil components and the interactions leading to recognition, ਠੀਕ ਹੈ। ਕੁਝ ਮਤਲਬ ਹਾਲ ਹੀ ਦੀ ਕੁਝ ਸਾਲਾਂ ਦੇ ਵਿੱਚ ਜਿਹੜੇ ਬੋਟਨਿਸਟ ਨੇ ਉਹ ਆਈਡੈਂਟੀਫਾਈ ਕਰ ਸਕੇ ਕੁਝ ਕੈਮੀਕਲਸ ਨੂੰ, ਹੈ ਨਾ, ਜਿਨ੍ਹਾਂ ਦੇ ਕਾਰਨ, ਰਾਈਟ, ਬੋਰੋਨ ਇਜ਼ ਵਨ ਸਚ ਐਗਜ਼ਾਮਪਲ, ਰਾਈਟ, ਠੀਕ ਹੈ, ਜਿਨ੍ਹਾਂ ਦੇ ਕਰਕੇ, ਜਿਨ੍ਹਾਂ ਦੀ ਪ੍ਰੈਜ਼ੈਂਸ ਜਾਂ ਐਬਸੈਂਸ ਹੋਣ ਕਰਕੇ, ਜਾਂ ਉਹਨਾਂ ਕੈਮੀਕਲ ਦੇ ਕੈਮੀਕਲ ਕੌਨਸਟੀਟਿਊਐਂਟਸ ਨੂੰ, ਠੀਕ ਹੈ, ਉਹ ਕੈਮੀਕਲ ਦੀ ਵੀ ਕੈਮੀਕਲ ਕੌਨਸਟੀਟਿਊਐਂਟਸ ਨੂੰ ਐਨਾਲਾਈਜ਼ ਕਰਕੇ ਜਿਹੜੀ ਪਿਸਤਲ ਆ ਇਹ ਪਤਾ ਲਗਾਉਂਦੀ ਆ, ਠੀਕ ਹੈ, ਕਿਉਂਕਿ ਉਹ ਜੈਨੇਟਿਕ ਮਟੀਰੀਅਲ DNA ਵਗੈਰਾ ਤੱਕ ਤਾਂ ਕਿੱਥੇ ਹੀ ਪਹੁੰਚਣ ਲੱਗੀ, ਹੈ ਨਾ, ਐਡੀ ਤਾਂ ਉਹ ਹੈ ਨਹੀਂ, ਹੈ ਨਾ, ਵੀ ਉਹ ਕੱਲਾ ਜੀਨ ਪੜੂਗੀ ਅਤੇ ਦੇਖੂਗੀ ਮੇਰੇ ਜੀਨ ਨਾਲ ਮੈਚ ਹੁੰਦਾ ਕਿ ਨਹੀਂ ਹੁੰਦਾ, ਅਤੇ ਪੂਰਾ ਐਗਜ਼ੈਕਟਲੀ ਤਾਂ ਨਹੀਂ ਮੈਚ ਹੁੰਦਾ ਕਿਤੇ ਵੀ ਮੇਰੀ ਭਰਾ ਭੈਣ ਹੋਵੇ ਇਹ, ਠੀਕ ਹੈ। ਤਾਂ ਕੁਝ ਕੈਮੀਕਲਸ ਜਿਹੜੇ ਆ, ਠੀਕ ਹੈ, ਉਹਨਾਂ ਦੇ ਨਾਲ ਉਹ ਸਭ ਕੁਝ ਹੁੰਦਾ ਹੈਗਾ, ਅਤੇ ਉਹ ਕੈਮੀਕਲਸ ਨੂੰ ਅੱਜ ਕੱਲ੍ਹ ਜਿਹੜਾ ਹਾਲਤ ਵਿੱਚ ਜਿਹੜੇ ਬੋਟਨਿਸਟ ਨੇ ਉਹਨਾਂ ਨੇ ਕੀ ਕਰ ਲਿਆ ਹੈਗਾ, ਪਤਾ ਕਰ ਲਿਆ ਕਿ ਕਿੰਨਾ ਕੈਮੀਕਲਸ ਦੀ ਸਿਕ੍ਰੀਸ਼ਨ ਕਰਕੇ ਉਹ ਅਸੈਪਟ ਕਰਦੀ ਹੈ ਅਤੇ ਕਿਹਨਾਂ ਕਰਕੇ ਰਿਜੈਕਟ ਕਰਦੀ ਆ, ਹੈ ਨਾ। ਅਤੇ ਫਿਰ ਉਹ ਕੀ ਕਰਦੇ ਨੇ, ਅਗਰ ਕੋਈ ਪੋਲਨ ਇਨਕੰਪੈਟੀਬਲ ਹੁੰਦਾ, ਠੀਕ ਹੈ, ਮੋਸਟ ਆਫ ਦ ਟਾਈਮਸ ਕੀ ਆ, ਉਹ ਕਿਸੇ ਹੋਰ ਸਪੀਸ਼ੀਜ਼ ਦਾ ਪੋਲਨ ਲੈਂਦੇ ਨੇ, ਲਾਈਕ ਉਹਨਾਂ ਨੇ ਮੈਂਗੋ ਦੇ ਉੱਪਰ ਰੋਜ਼ ਦਾ ਪੋਲਨ ਲਿਆ, ਠੀਕ ਹੈ, ਉਹਨੂੰ ਉਹਨਾਂ ਕੈਮੀਕਲਸ ਨਾਲ ਕੋਟ ਕਰ ਦੇਣਗੇ ਜਿੰਨੇ ਕੈਮੀਕਲਸ ਦੇ ਕਾਰਨ ਉਹ ਕੀ ਆ ਉਹਨੂੰ ਅਸੈਪਟ ਕਰੂਗੀ, ਠੀਕ ਹੈ। ਫਿਰ ਅਸੈਪਟ ਕਰੂਗੀ ਕਿ ਉਹਨਾਂ ਦੀ ਫਿਰ ਕੀ ਹੋ ਜੂਗੀ, ਪੋਲਿਸ਼ਨ ਹੋ ਜਾਊਗੀ, ਫਰਟੀਲਾਈਜੇਸ਼ਨ ਹੋ ਜਾਊਗੀ, ਅਤੇ ਇੱਕ ਨਵੀਂ ਹੀ ਕੁਝ ਨਿਕਲ ਕੇ ਆ ਜਾਊਗਾ, ਠੀਕ ਹੈ। ਅਤੇ ਇਹਦੇ ਨਾਲ ਕੀ ਆ, ਉਹਨਾਂ ਨੇ ਹਾਈਬ੍ਰਿਡ, ਠੀਕ ਹੈ, ਹਾਈਬ੍ਰਿਡ ਵੀ ਬਣਾਉਣੇ ਚਾਲੂ ਕਰ ਦਿੱਤੇ ਆ, ਠੀਕ ਹੈ, ਲਾਈਕ ਵੀਟ ਹੋ ਗਿਆ, ਜਿਹਦੇ ਵਿੱਚ ਵੀਟ ਦੀਆਂ ਦੋ ਅਲੱਗ ਅਲੱਗ ਸਪੀਸ਼ੀਜ਼ ਆਪਾਂ ਨੇ ਕੀ ਕਰੀਆਂ ਲਈਆਂ, ਉਹਨਾਂ ਨੂੰ ਕੀਤਾ ਕ੍ਰਾਸ, ਠੀਕ ਹੈ। ਇੱਕ ਸਪੀਸ਼ੀਜ਼ ਸੀਗੀ ਜਿਹਦਾ ਈਲਡ ਵੱਧ ਸੀ, ਬਟ ਉਹਦੀ ਜਿਹੜੀ ਹਾਈਟ ਸੀ ਉਹ ਘੱਟ ਸੀ, ਦੂਜੀ ਸੀ ਈਲਡ ਘੱਟ ਸੀ ਬਟ ਹਾਈਟ ਵੱਧ ਸੀ, ਉਦੋਂ ਉਹਨੇ ਹਾਈਬ੍ਰਿਡ ਬਣਾ ਲਏ ਜਿਹਦੀ ਹਾਈ ਈਲਡ ਵੀ ਵੱਧ ਹੋਵੇ, ਹਾਈਟ ਵੀ ਵੱਧ ਹੋਵੇ, ਰਾਈਟ, ਬਟ ਇਹ ਸਪੀਸ਼ੀਜ਼ ਸੀਗੀਆਂ ਅਲੱਗ ਅਲੱਗ, ਠੀਕ ਹੈ। ਐਜ਼ ਮੈਂਸ਼ਨਡ ਅਰਲੀਅਰ, ਫੋਲੋਇੰਗ ਕੰਪੈਟੀਬਲ ਪੋਲਿਨੇਸ਼ਨ ਦ ਪੋਲਨ ਗ੍ਰੇਨ ਟਰਮੀਨੇਟਸ ਔਨ ਦ ਸਟਿਗਮਾ, ਠੀਕ ਹੈ। ਕੰਪੈਟੀਬਲ ਪੋਲਿਨੇਸ਼ਨ ਤੋਂ ਬਾਅਦ ਜਿਹੜਾ ਪੋਲਨ ਗ੍ਰੇਨ ਸਟਿਗਮਾ ਦੇ ਉੱਪਰ ਜਰਮੀਨੇਟ ਕਰਦਾ, ਪੋਲਨ ਟਿਊਬ ਪ੍ਰੋਡਿਊਸ ਕਰਦਾ, ਅਤੇ ਇੱਕ ਜੋ ਕਿ ਉਹਦੇ ਇੱਕ ਜੰਪੋਰ 'ਚੋਂ ਨਿਕਲ ਕੇ ਆਉਂਦੀ ਹੈਗੀ, ਅਤੇ ਜਿਹੜੇ ਫਿਰ ਪੋਲਨ ਗ੍ਰੇਨ ਦੇ ਜਿਹੜੇ ਕੰਟੈਂਟ ਨੇ ਉਹ ਕੀ ਆ, ਐਬਰੋਸੈਕ ਦੇ ਅੰਦਰ, ਪਹਿਲਾਂ ਓਵਿਊਲ ਦੇ ਅੰਦਰ
ਨਹੀਂ, ਪਹਿਲਾਂ ਪੋਲਨ ਗ੍ਰੇਨ ਦੇ ਕੰਟੈਂਟ ਪੋਲਨ ਟਿਊਬ ਦੇ ਵਿੱਚ ਜਾਣਗੇ। ਫਿਰ ਜਦੋਂ ਪੋਲਨ ਟਿਊਬ ਜਿਹੜੀ ਆ ਉਹ ਅੰਦਰ ਐਂਟਰ ਹੋ ਜੂਗੀ ਓਵਿਊਲ ਦੇ, ਫਿਰ ਐਮਬ੍ਰੋਸਾਕ ਦੇ, ਅਤੇ ਫਿਰ ਉਹਦੇ ਵਿੱਚ ਉਹ ਆਪਦੇ ਕੰਟੈਂਟਸ ਜਿਹੜੀ ਆ ਉਹ ਛੱਡ ਦੂਗੀ। ਬਟ ਬਿਫੋਰ ਰੀਡਿੰਗ ਫਰਦਰ ਆਪਾਂ ਕੁਝ ਆ ਡਾਇਗਰਾਮਸ ਦੇਖ ਲੈਂਦੇ ਹਾਂ। ਫਸਟ ਇਜ਼ ਪੋਲਨ ਗ੍ਰੇਨਸ ਜਰਮੀਨੇਟ ਔਨ ਦ ਸਟੈਮਾ। ਠੀਕ ਹੈ, ਫਸਟ ਡਾਇਗਰਾਮ ਹੈਗਾ ਸਟੈਮਾ ਦੇ ਉੱਪਰ ਪੋਲਨ ਗ੍ਰੇਨਸ ਦੀ ਜਰਮੀਨੇਸ਼ਨ ਦਾ। ਸੈਕਿੰਡ ਇਜ਼ ਕਿ ਬਹੁਤ ਸਾਰੀਆਂ ਪੋਲਨ ਟਿਊਬਸ ਜਿਹੜੀਆਂ ਸਟਾਈਲ ਦੇ ਥਰੂ ਜਾ ਰਹੀਆਂ ਨੇ। ਠੀਕ ਹੈ, ਇਹਦਾ ਡਾਇਗਰਾਮ ਆ ਪੋਲਨ ਟਿਊਬਸ ਗਰੋਇੰਗ ਥਰੂ ਦ ਸਟਾਈਲ। Next is the longitudinal section of pollen pistil showing path of pollen tube growth। ठीक है, pollen tube growth ਨੂੰ path ਸ਼ੋ ਕਰਦੇ ਹੋਏ longitudinal section ਆ। ਇਹ ਕਾਫੀ ਸਾਰੇ pollen ਸੀਗੇ ਇੱਥੇ, ਅਤੇ ਉਹਨਾਂ ਦੇ ਵਿੱਚੋਂ ਇੱਕ ਕੁਝ ਮਤਲਬ ਕਾਫੀ ਕੁਝ ਜਰਮੀਨੇਟ ਨਹੀਂ ਕੀਤੇ, ਕੁਝ ਜਰਮੀਨੇਟ ਕੀਤੇ, ਤਾਂ ਉਹਨਾਂ ਦੇ ਵਿੱਚੋਂ ਪਰ ਰੇਜ਼ ਇੱਕੋ ਹੀ ਜਿੱਤ ਪਾਇਆ ਐਂਡ 'ਤੇ। ਠੀਕ ਹੈ, next is a large view of an egg apparatus showing entry of pollen tube into synergy। ठीक है, ਆ ਕੀ ਆ ਪਲਾਜ਼ਮਾ ਮੈਂਬਰੇਨ ਨੇ ਸੈਂਟਰਲ ਸੈੱਲ ਦਾ, ਐਗ ਸੈੱਲ ਦਾ, ਆਹ ਵਾਲਾ ਸੈਂਟਰਲ ਸੈੱਲ ਦਾ, ਇੱਥੋਂ ਲੈ ਕੇ ਆ ਸਾਰਾ। ਠੀਕ ਹੈ, ਆ ਸਾਰਾ ਸੈਂਟਰਲ ਸੈੱਲ ਦਾ ਪਲਾਜ਼ਮਾ ਮੈਂਬਰੇਨ ਹੋ ਗਿਆ। ਠੀਕ ਹੈ, ਉਹਦੇ ਬਾਅਦ ਆ ਅੰਦਰਲਾ ਹੋ ਗਿਆ ਸਾਇਨਰਜੀ ਦਾ ਪਲਾਜ਼ਮਾ ਮੈਂਬਰੇਨ। ਠੀਕ ਹੈ, ਐਂਡ ਆ ਕੀ ਆ ਸੈਂਟਰਲ ਸੈੱਲ ਆ, ਦਿਸ ਇਜ਼ ਦ ਨਿਊਕਲੀਅਸ। ਹੁਣ ਆਪਾਂ ਨੂੰ ਕਿੱਦਾਂ ਪਤਾ ਹੈਗਾ ਕਿ ਆ ਸਾਇਨਰਜੀ ਜਿਹੜਾ, ਕਿਉਂਕਿ ਸਾਇਨਰਜੀ ਦੇ ਕੋਲ ਕੀ ਹੋਊਗਾ ਫਿਲਫਾਰਮ ਆਪੈਰੇਟਸ ਹੋਊਗਾ, ਐਂਡ ਫਿਲਫਾਰਮ ਆਪੈਰੇਟਸ ਆ ਆਪਣੇ ਕੋਲ ਕੀ ਆ ਗਈ ਪੋਲਨ ਟਿਊਬ ਆ ਰਹੀ ਹੈ ਅੰਦਰ ਫਿਲੀਫਾਰਮ ਆਪੈਰੇਟਸ ਦੇ ਥਰੂ, ਅਤੇ ਪੋਲਨ ਟਿਊਬ ਦੇ ਕੋਲ ਕੀ ਨੇ ਦੋ ਮਿਲਕ ਮੀਟਸ ਨੇ ਅਤੇ ਵੈਜੀਟੇਟਿਵ ਨਿਊਕਲੀਅਸ ਆ। ਠੀਕ ਆ, ਐਂਡ ਉਹਦੇ ਬਾਅਦ ਜਦੋਂ ਐਂਟਰ ਹੋਈ ਤਾਂ ਆਹ ਜਿਹੜੀ ਸਾਇਨਰਜੀ ਜਿਹੜਾ ਉਹ ਡੀਜਨਰੇਟ ਹੋਣ ਲੱਗ ਪਈ, ਐਂਡ ਇੱਕ ਜਿਹੜਾ ਮੇਲ ਗਮੀਟ ਆ ਉਹ ਸੈਂਟਰ ਸੈੱਲ ਦੇ ਵਿੱਚ ਐਂਟਰ ਹੋ ਗਿਆ, ਅਤੇ ਦੂਜਾ ਮੇਲ ਗਮੀਟ ਐਗ ਸੈੱਲ ਦੇ ਵਿੱਚ ਐਂਟਰ ਹੋ ਗਿਆ। Discharge of male gametes into a synergy and the movement of the sperms, one into the egg and the other into the central cell। ਜਿਹੜੇ ਪੋਲਨ ਗ੍ਰੇਨ ਦੇ ਕੰਟੈਂਟ ਨੇ ਜਦੋਂ ਜਰਮੀਨੇਸ਼ਨ ਹੋ ਜਾਂਦੀ ਹੈ, ਐਕਸੈਪਟੈਂਸ ਹੋ ਜਾਂਦੀ ਆ ਕੰਪੈਟੀਬਲ ਪੋਲਨ ਗ੍ਰੀਨ ਦੀ, ਤਾਂ ਜਿਹੜੇ ਪੋਲਨ ਗ੍ਰੇਨ ਦੇ ਕੰਟੈਂਟਸ ਹੁੰਦੇ ਆ ਉਹ ਕੀ ਆ ਪੋਲਨ ਟਿਊਬ ਦੇ ਵਿੱਚ ਚਲ ਜਾਂਦੇ ਨੇ, ਐਂਡ ਜਿਹੜੀ ਪੋਲਨ ਟਿਊਬ ਆ ਉਹ ਕੀ ਆ ਸਟਿਗਮਾ ਦੇ ਸੈੱਲ ਦੇ ਟਿਸ਼ੂਜ਼ ਦੇ ਥਰੂ ਕੀ ਆ ਜਾਂਦੀ ਆ, ਉਹਨਾਂ ਦਾ ਸੀਨਾ ਫਾੜਦੀ ਹੋਈ ਜਾਂਦੀ ਆ ਅਤੇ ਓਵਰੀ ਦੇ ਕੋਲ ਪਹੁੰਚ ਜਾਂਦੀ ਆ। ਯੂ ਵੁੱਡ ਰਿਕਾਲ ਦੈਟ ਇਨ ਸਮ ਪਲਾਂਟਸ ਪੋਲਨ ਗ੍ਰੇਨਸ ਆਰ ਸ਼ੈਡਡ ਟੂ ਸੈਲਡ ਕੰਡੀਸ਼ਨ। ਤੁਹਾਨੂੰ ਪਤਾ ਹੋਣਾ ਕਿ ਕੁਝ ਪਲਾਂਟਸ ਦੇ ਜਿਹੜੇ ਪੋਲਨ ਗ੍ਰੇਨ ਨੇ ਉਹ ਟੂ ਸੈਲਡ ਕੰਡੀਸ਼ਨ ਦੇ ਉੱਪਰ ਜਿਹੜੇ ਆ ਸ਼ੈਡ ਹੁੰਦੇ ਆ। ਠੀਕ ਹੈ, ਮੀਨਸ ਇੱਕ ਵੈਜੀਟੇਟਿਵ ਸੈੱਲ ਅਤੇ ਇੱਕ ਜਨਰੇਟਿਵ ਸੈੱਲ ਪ੍ਰੈਜ਼ੈਂਟ ਹੋਊਗਾ। ਇਹ ਜਿਹੇ ਪਲਾਂਟਸ ਦੇ ਵਿੱਚ ਜਿਹੜਾ ਜਨਰੇਟਿਵ ਸੈੱਲ ਆ ਉਹ ਕੀ ਡਿਵਾਈਡ ਕਰਦਾ ਹੈਗਾ ਦੋ ਮਿਲਕ ਮੀਟਸ ਦੇ ਵਿੱਚ, ਜਦੋਂ ਜਿਹੜੀ ਪੋਲਨ ਟਿਊਬ ਆ ਡਿਊਰਿੰਗ ਦ ਗਰੋਥ ਆਫ ਪੋਲਨ ਟਿਊਬ ਇਨ ਦ ਸਟਿਗਮਾ। ਠੀਕ ਹੈ, ਜਦੋਂ ਪੋਲਨ ਟਿਊਬ ਜਿਹੜੀ ਆ ਉਹ ਸਟਿਗਮਾ ਦੇ ਵਿੱਚ ਗਰੋ ਕਰ ਰਹੀ ਹੁੰਦੀ ਆ ਉਦੋਂ। ਠੀਕ ਹੈ, ਅਤੇ ਕੁਝ ਜਿਹੜੇ ਪਲਾਂਟਸ ਦੇ ਵਿੱਚ ਆਲਰੇਡੀ ਉਹ 3 ਸੈੱਲ ਕੰਡੀਸ਼ਨ ਦੇ ਵਿੱਚ ਸ਼ੈਡ ਹੋਏ ਹੁੰਦੇ ਆ, ਤਾਂ ਪੋਲਨ ਟਿਊਬ ਦੇ ਕੋਲ ਸ਼ੁਰੂ ਤੋਂ ਹੀ ਦੋ ਮਿਲਕ ਮੀਟ ਹੁੰਦੇ ਆ। ਠੀਕ ਹੈ, ਅਗਰ ਸ਼ੁਰੂ ਤੋਂ ਅਗਰ ਉਹ 60% ਵਾਲਾ ਕੇਸ ਆ ਕਿ 60% ਦੇ ਵਿੱਚ ਕੀ ਹੁੰਦਾ ਹੈਗਾ ਸਿਰਫ ਦੋ ਸੈੱਲ ਕੰਡੀਸ਼ਨ ਹੁੰਦੀ ਹੈ, ਤਾਂ ਜਦੋਂ ਇੱਕ ਵਾਰੀ ਪੋਲਨ ਟਿਊਬ ਜਰਮੀਨੇਸ਼ਨ ਹੋ ਜਾਂਦੀ ਆ ਅਤੇ ਉਹਦੇ ਵਿੱਚ ਜਨਰੇਟਿਵ ਸੈੱਲ ਦੇ ਵੈਜੀਟੇਟਿਵ ਸੈੱਲ ਚਲੇ ਜਾਂਦੇ ਆ ਹੈ ਨਾ, ਤਾਂ ਉਦੋਂ ਰਾਹ ਦੇ ਵਿੱਚ ਹੀ ਜਿਹੜਾ ਜਨਰੇਟਿਵ ਸੈੱਲ ਉਹ ਡਿਵਾਈਡ ਕਰਕੇ ਮਾਈਟੋਟਿਕਲੀ ਡਿਵਾਈਡ ਕਰਕੇ ਦੋ ਮਿਲਕ ਮੀਟਸ ਬਣਾ ਲੈਂਦਾ ਹੈਗਾ। ਬਟ ਅਗਰ 40% ਵਾਲਾ ਕੇਸ ਆ ਤਾਂ ਉਹਦੇ ਵਿੱਚ ਸ਼ੁਰੂ ਤੋਂ ਹੀ ਪੋਲਨ ਟਿਊਬ ਦੇ ਕੋਲ ਕੀ ਹੁੰਦੇ ਨੇ 3 ਸੈੱਲਸ ਹੁੰਦੇ ਨੇ। Pollen tube, after reaching the ovary, enters the ovule through the micropyle and then enters one of the synergid। ਜਦੋਂ ਓਵਿਊਲ ਦੇ ਵਿੱਚ ਜਿਹੜੀ ਪੋਲਨ ਟਿਊਬ ਆ ਪਹੁੰਚ ਜਾਂਦੀ ਹੈ, ਜਦੋਂ ਓਵਰੀ ਦੇ ਵਿੱਚ ਪਹੁੰਚ ਜਾਂਦੀ ਹੈ ਤਾਂ ਓਵਿਊਲ ਦੇ ਵਿੱਚ ਐਂਟਰ ਕਰਦੀ ਹੈ ਥਰੂ ਦਾ ਮਾਈਕਰੋਪਾਈਲ, ਬਟ ਇਟ ਇਜ਼ ਨੋਟ ਨੈਸੈਸਰੀ। ਸਮਟਾਈਮਸ ਉਹ ਕੀ ਐਂਟਰ ਕਰਦੀ ਹੈ ਥਰੂ ਦਾ ਚਲਾਜ਼ਾ, ਸਮਟਾਈਮਸ ਉਹ ਐਂਟਰ ਕਰਦੀ ਥਰੂ ਦਾ ਇੰਟੈਗਮੈਂਟਸ। ਠੀਕ ਹੈ, ਮੀਜ਼ੋਗੈਮੀ ਚਲਾਜ਼ੋਗੈਮੀ ਵਗੈਰਾ ਵੀ ਉਹਦੇ ਵਿੱਚ ਹੋ ਸਕਦੀ ਆ। ਉਹ ਇਟ ਡਜ਼ਨਟ ਮੈਟਰ ਕਿ ਉਹ ਓਵਿਊਲ ਦੇ ਵਿੱਚ ਕਿੱਧਰੋਂ ਐਂਟਰ ਕਰ ਰਹੀ ਹੈ, ਬਟ ਐਮਬ੍ਰੋਸੈਕ ਦੇ ਵਿੱਚ ਹਮੇਸ਼ਾ ਮਾਈਕਰੋਪਾਈਲਰ ਐਂਟ। ਠੀਕ ਹੈ, ਫਿਲੀਫਾਰਮ ਆਪਰੇਟਸ ਦੇ ਥਰੂ ਹੀ ਜਿਹੜੀ ਆ ਉਹ ਕਰੂਗੀ ਐਂਟਰ ਕਰੂਗੀ ਹਮੇਸ਼ਾ। ਠੀਕ ਹੈ, ਅਤੇ ਫਿਰ ਉਹਦੇ ਬਾਅਦ ਕੀ ਕਰੂਗੀ ਇੱਕ ਸਾਇਨਰਜਿਡ ਦੇ ਵਿੱਚ ਐਂਟਰ ਕਰੂਗੀ ਥਰੂ ਦਾ ਫਿਲੀਫਾਰਮ ਆਪਰੇਟਸ। ਕਾਫੀ ਰੀਸੈਂਟ ਸਟੱਡੀਜ਼ ਨੇ ਇਹ ਸ਼ੋ ਕੀਤਾ ਜਿਹੜਾ ਫਿਲੀਫਾਰਮ ਆਪਰੇਟਸ ਆ ਜਿਹੜਾ ਕਿ ਮਾਈਕਰੋਪਾਈਲਰ ਪਾਰਟ ਦੇ ਉੱਪਰ ਪ੍ਰੈਜ਼ੈਂਟ ਹੁੰਦਾ ਆਫ ਦਾ ਸਾਇਨਰਜਿਡ, ਉਹ ਕੀ ਆ ਐਂਟਰੀ ਆਫ ਪੋਲਨ ਟਿਊਬ ਨੂੰ ਗਾਈਡ ਕਰਦਾ, ਉਹ ਕੀ ਆ ਟੂਰਿਸਟ ਗਾਈਡ ਆ ਉਹਦਾ। ਆਲ ਦੀਸ events from pollen deposition on the stigma। ਠੀਕ ਹੈ, ਸਾਰੇ events from the pollen deposition on the stigma, stigma ਦੇ ਉੱਪਰ pollen ਆਉਣ ਦੇ ਆਉਣ ਤੋਂ ਲੈ ਕੇ until the pollen tube enter the ovule। ਠੀਕ ਹੈ, ਉੱਥੇ ਤੱਕ ਜਦੋਂ ਤੱਕ ਇਹ pollen tube ਜਿਹੜੀ ਆ ovule ਦੇ ਵਿੱਚ ਐਂਟਰ ਨਹੀਂ ਕਰ ਜਾਂਦੀ, ਉਹ ਸਾਰੇ ਦੇ ਸਾਰੇ events ਨੂੰ ਆਪਾਂ ਕੀ ਕਹਿੰਦੇ ਹਾਂ pollen pistil interaction ਕਹਿੰਦੇ ਹਾਂ। ਐਜ਼ pointed out earlier, pollen pistil interaction ਜਿਹੜੀ ਆ
ਹੋ ਗਿਆ ਡਾਇਨਾਮਿਕ ਪ੍ਰੋਸੈਸ ਆ। ਪੋਲਨ ਪਿਸਟਲ ਇੰਟਰੈਕਸ਼ਨ ਡਾਇਨਾਮਿਕ ਪ੍ਰੋਸੈਸ ਕਿਉਂਕਿ ਉਹਦੇ ਵਿੱਚ ਆਲਰੇਡੀ ਇੱਕ ਪੋਲਨ ਅਤੇ ਪਿਸਟਲ ਦੋ ਚੀਜ਼ਾਂ ਇੰਟਰੈਕਟ ਕਰ ਰਹੀਆਂ ਨੇ, ਦੋਨਾਂ ਦੇ ਵਿੱਚ ਹੀ ਡਾਇਲੋਗ ਹੋਊਗਾ। ਐ ਨਹੀਂ ਵੀ ਇੱਕ ਚੁੱਪ ਬੈਠਾ ਰਹੇਗਾ ਦੂਜਾ ਬੋਲੀ ਜਾਊਗਾ, ਠੀਕ ਹੈ। ਲਾਈਕ ਹੁਣ ਹੋ ਰਿਹਾ ਅਤੇ ਜਿਹਦੇ ਵਿੱਚ ਇਹ ਪੋਲਨ ਰੈਕੋਗਨੀਸ਼ਨ ਤੋਂ ਬਾਅਦ, ਠੀਕ ਹੈ, ਪੋਲਨ ਰੈਕੋਗਨਾਈਜ਼ ਹੋਣ ਤੋਂ ਬਾਅਦ ਕਿ ਇਹ ਮੇਰਾ ਹੈ ਜਾਂ ਮੇਰਾ ਨਹੀਂ ਹੈ, ਕੰਪੈਟੇਬਲ ਹੈ ਜਾਂ ਇਨਕੰਪੈਟੇਬਲ ਹੈ, ਠੀਕ ਹੈ। ਉਹ ਤੋਂ ਬਾਅਦ ਕੀ ਹੁੰਦੀ ਆ, ਪ੍ਰਮੋਸ਼ਨ ਹੁੰਦੀ ਆ ਅਗਰ ਉਹ ਕੰਪੈਟੇਬਲ ਹੈ, ਜਾਂ ਫਿਰ ਇਨੋਵੇਸ਼ਨ ਹੁੰਦੀ ਆ ਅਗਰ ਉਹ ਕੰਪੈਟੇਬਲ ਨਹੀਂ ਹੈਗਾ pollen ਦੀ, ਠੀਕ ਹੈ। The knowledge gained in this area would help the plant breeder in manipulating pollen pistil interaction, ਠੀਕ ਹੈ। ਇਸ ਏਰੀਆ ਦੇ ਵਿੱਚ ਨੌਲੇਜ ਜਿਹੜੀ ਆ ਉਹ ਕੀ ਹੈ, ਪਲਾਂਟ ਬਰੀਡਰ ਨੂੰ ਕਾਫੀ ਹੈਲਪ ਕਰਦੀ ਆ ਪੋਲਨ ਪਿਸਟਲ ਇੰਟਰੈਕਸ਼ਨ, ਮਤਲਬ ਉਹ ਕੀ ਆ, ਉਹੀ ਕਿ ਕੈਮੀਕਲਸ ਜਿਹੜੇ ਆ ਉਹ ਪਤਾ ਲੱਗ ਚੁੱਕੇ ਆ ਜਿਹਨਾਂ ਨੂੰ ਹਾਈਬ੍ਰਿਡਸ ਬਣਾ ਸਕਦੇ ਆ, ਡਿਜ਼ਾਇਰਡ ਹਾਈਬ੍ਰਿਡਸ ਬਣਾ ਸਕਦੇ ਆ ਇਨਕੰਪੈਟੇਬਲ ਪੋਲੀਨੇਸ਼ਨਸ ਕਰਕੇ ਵੀ। You can easily study pollen germination by dusting some pollen from flowers such as pea, ठीक है। ਤੁਸੀਂ pollen germination ਦੇਖ ਸਕਦੇ ਹੋ by dusting some flowers from the pea, chickpea, crotalaria, balsam and vinca on a glass slide, and the glass slide should contain a drop of sugar solution, and the sugar solution should be about 10%. After about 15 to 30 minutes, observe the slide under the low power lens of the microscope. 15 ਤੋਂ 30 ਮਿੰਟ ਬਾਅਦ ਆਪਾਂ ਕੀ ਹੈ, ਸਲਾਈਡ ਨੂੰ observe ਕਰਾਂਗੇ under the low power lens of the microscope. You are likely to see the pollen tubes coming out of the pollen grains, ਠੀਕ ਹੈ। ਤੇ 15-30 ਮਿੰਟ ਬਾਅਦ pollen tube ਆ ਜਾਣਗੇ। A breeder is interested in crossing different species and often genera to combine desirable characters to produce commercially superior varieties. Artificial hybridization is one of the major approaches of crop improvement program. ਹਮੇਸ਼ਾ ਜਿਹੜਾ ਬਰੀਡਰ ਆ ਉਹ ਇਹ ਚੀਜ਼ ਦੇ ਵਿੱਚ ਇੰਟਰਸਟ ਹੁੰਦਾ ਕਿ ਉਹ ਅਲੱਗ ਅਲੱਗ ਸਪੀਸ਼ੀਜ਼ ਨੂੰ ਕ੍ਰੋਸ ਕਰਕੇ ਦੇਖੇ ਕਿ ਕੀ ਬਣਦਾ, ਜਾਂ ਕਈ ਵਾਰੀ ਅਲੱਗ ਅਲੱਗ ਜਨਰਾਂ ਨੂੰ ਕ੍ਰੋਸ ਕਰਕੇ ਦੇਖੇ ਕਿ ਕੀ ਬਣਦਾ, ਜਿਹਦੇ ਨਾਲ ਕੀ ਆ ਉਹ ਕੀ ਆ ਡਿਜ਼ਾਇਰੇਬਲ ਕਰੈਕਟਰਸ ਨੂੰ ਕੰਬਾਈਨ ਕਰ ਸਕਦਾ ਅਤੇ ਕਮਰਸ਼ੀਅਲੀ ਸੁਪੀਰੀਅਰ ਵੈਰਾਈਟੀ ਫੋਰਮ ਕਰ ਸਕਦਾ। ਅਤੇ ਇਹ ਸਭ ਹੋ ਸਕਦਾ ਹੈਗਾ ਆਰਟੀਫਿਸ਼ੀਅਲ ਹਾਈਬ੍ਰਿਡਾਈਜੇਸ਼ਨ ਦੇ ਨਾਲ, ਠੀਕ ਹੈ। ਆਰਟੀਫਿਸ਼ੀਅਲ ਹਾਈਬ੍ਰਿਡਾਈਜੇਸ਼ਨ ਇਜ਼ ਦਾ ਮੇਜਰ ਅਪਰੋਚ ਆਫ ਕ੍ਰੋਪ ਇੰਪਰੂਵਮੈਂਟ ਪ੍ਰੋਗਰਾਮ। ਅਤੇ ਇੱਧਰ ਦੀ ਕ੍ਰੋਸਿੰਗ ਐਕਸਪੈਰੀਮੈਂਟਸ ਦੇ ਵਿੱਚ ਇਹ ਜ਼ਿਆਦਾ ਇੰਪੋਰਟੈਂਟ ਆ ਕਿ ਆਪਾਂ ਡਿਜ਼ਾਇਰਡ ਪੋਲਨ ਗ੍ਰੀਨਸ ਨੂੰ ਹੀ ਯੂਜ਼ ਕਰੀਏ ਪੋਲੀਨੇਸ਼ਨ ਦੇ ਲਈ, ਅਤੇ ਜਿਹੜਾ ਸਟਿਗਮਾ ਹੈਗਾ ਉਹਦੇ ਉੱਪਰ ਪਹਿਲਾਂ ਹੀ ਕਿਸੇ ਹੋਰ ਪੋਲਨ ਗ੍ਰੀਨ ਦੀ ਕੰਟਾਮੀਨੇਸ਼ਨ ਨਾ ਹੋ ਜਾਏ, ਠੀਕ ਹੈ। ਤਾਂ ਕਰਕੇ ਆਪਾਂ ਡਿਜ਼ਾਇਰਡ ਹਾਈਬ੍ਰਿਡਸ ਬਣਾ ਸਕੀਏ, ਠੀਕ ਹੈ। ਅਤੇ ਇਹ ਸਭ ਆਪਾਂ ਕਰ ਸਕਦੇ ਹਾਂ ਇਮੈਸਕੂਲੇਸ਼ਨ ਅਤੇ ਬੈਗਿੰਗ ਟੈਕਨੀਕਸ ਦੇ ਨਾਲ। ਉਹਦੇ ਵਿੱਚ ਅਗਰ ਤਾਂ ਫੀਮੇਲ ਪੈਰੈਂਟ ਜਿਹੜਾ ਹੈਗਾ ਉਹਦੇ ਕੋਲ ਬਾਇਸੈਕਸ਼ੁਅਲ ਫਲਾਵਰਸ ਹੋਣ, ਸਭ ਤੋਂ ਪਹਿਲਾਂ ਤਾਂ ਆਪਾਂ ਮੇਲ ਨੂੰ ਰਿਮੂਵ ਕਰਾਂਗੇ, ਠੀਕ ਹੈ। ਅਤੇ ਉਹਨੂੰ ਆਪਾਂ ਕਹਿੰਦੇ ਇਮੈਸਕੂਲੇਸ਼ਨ। ਬਟ ਅਗਰ ਉਹ ਯੂਨੀਸੈਕਸ਼ੁਅਲ ਫਲਾਵਰ ਆ ਤਾਂ ਫਿਰ ਉਹਦੇ ਵਿੱਚ ਇਮੈਸਕੂਲੇਸ਼ਨ ਵਿੱਚ ਕੋਈ ਲੋੜ ਹੀ ਨਹੀਂ ਪੈਣੀ, ਠੀਕ ਹੈ। ਵਿਦ ਦ ਪੇਅਰ ਆਫ ਫੋਰਸੈਪਸ ਆਪਾਂ ਮੇਲ ਨੂੰ ਸਟੇਮਨ ਨੂੰ ਪਲੱਕ ਆਫ ਕਰ ਦਿੰਦੇ ਹਾਂ, ਠੀਕ ਹੈ, ਪਲੱਕ ਆਊਟ ਕਰ ਦਿੰਦੇ ਹਾਂ। ਅਤੇ ਇਮੈਸਕੂਲੇਟਡ ਫਲਾਵਰ ਜਿਹੜਾ ਹੈਗਾ ਉਹਨੂੰ ਫਿਰ ਇੱਕ ਸੁਟੇਬਲ ਸਾਈਜ਼ ਦੇ ਬੈਗ ਦੇ ਨਾਲ ਕਵਰ ਕਰ ਦਿੱਤਾ ਜਾਂਦਾ ਗਾ। ਜਿਹੜਾ ਬੈਗ ਆ ਉਹ ਜਨਰਲੀ ਬਟਰ ਪੇਪਰ ਦਾ ਬਣਿਆ ਹੁੰਦਾ ਗਾ, ਅਤੇ ਜਿਹਦੇ ਕਰਕੇ ਕੀ ਆ ਕਿਸੇ ਹੋਰ ਪੋਲਨ ਗ੍ਰੀਨ ਦੀ ਕੰਟਾਮੀਨੇਸ਼ਨ ਨਾ ਹੋ ਸਕੇ ਸਟਿਗਮਾ ਦੇ ਉੱਪਰ, ਠੀਕ ਹੈ। ਕਿਸੇ ਹੋਰ ਅਨਵਾਂਟਡ ਪੋਲਨ ਦੀ ਕੰਟਾਮੀਨੇਸ਼ਨ ਨਾ ਹੋ ਸਕੇ। ਅਤੇ ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਬੈਗਿੰਗ, ਠੀਕ ਹੈ। ਅਤੇ ਜਦੋਂ ਸਟਿਗਮਾ ਜਿਹੜਾ ਹੈਗਾ ਬੈਗਡ ਫਲਾਵਰ ਦਾ ਉਹ ਰਿਸੈਪਟੀਵਿਟੀ ਅਟੇਨ ਕਰ ਲੈਂਦਾ, ਤਾਂ ਜਿਹੜਾ ਮੈਚਿਓਰ ਪੋਲਨ ਗ੍ਰੀਨ ਆ ਜਿਹੜੇ ਆਪਾਂ ਨੇ ਐਂਥਰ ਤੋਂ ਆਪਦੇ ਡਿਜ਼ਾਇਰਡ ਐਂਥਰ ਤੋਂ ਕਲੈਕਟ ਕੀਤੇ ਸੀਗੇ, ਠੀਕ ਹੈ, ਮੇਲ ਪੈਰੈਂਟ ਤੋਂ, ਤਾਂ ਉਹਨੂੰ ਆਪਾਂ ਸਟਿਗਮਾ ਦੇ ਉੱਪਰ ਡਸਟ ਕਰਦੇ ਹਾਂ ਅਤੇ ਫਿਰ ਫਲਾਵਰ ਨੂੰ ਤੋਂ ਰੀਬੈਕ ਕਰ ਦਿੰਦੇ ਹਾਂ। ਰੀਬੈਕ ਕਰਨ ਦੀ ਲੋੜ ਕਿਉਂ ਪੈਂਦੀ ਆ, ਤਾਂ ਕਿਉਂਕਿ ਹੋ ਸਕਦਾ ਕਿ ਇੱਕ ਵਾਰੀ ਆਪਾਂ ਡਸਟ ਵੀ ਕਰਦੇ ਤੋਂ ਬਾਅਦ ਕੋਈ ਹੋਰ ਪੋਲਨ ਕੰਟਾਮੀਨੇਟ ਹੋ ਜਾਏ ਅਤੇ ਉਹਦੀ ਸਪੀਡ ਜਰਮੀਨੇਸ਼ਨ ਦੀ ਵੱਧ ਹੋਵੇ ਐਜ਼ ਕੰਪੇਅਰ ਟੂ ਦ ਵਨ ਜਿਹੜਾ ਆਪਾਂ ਨੇ ਕੰਟਾਮੀਨੇਟ ਕੀਤਾ, ਠੀਕ ਹੈ। ਫਿਰ ਉਹਦੇ ਬਾਅਦ ਫਰੂਟਸ ਜਿਹੜੇ ਆ ਉਹਨਾਂ ਨੂੰ ਅਲਾਓ ਕੀਤਾ ਜਾਂਦਾ ਟੂ। ਅਗਰ ਫੀਮੇਲ ਪੈਰੈਂਟ ਜਿਹੜਾ ਹੈਗਾ ਉਹ ਯੂਨੀਸੈਕਸ਼ੁਅਲ ਫਲਾਵਰਸ ਪ੍ਰੋਡਿਊਸ ਕਰਦਾ ਤਾਂ ਕੋਈ ਵੀ ਇਮੈਸਕੂਲੇਸ਼ਨ ਦੀ ਲੋੜ ਨਹੀਂ ਪਊਗੀ। ਜਿਹੜਾ ਫੀਮੇਲ ਫਲਾਵਰਸ ਬਰਡਸ ਨੇ ਉਹਨਾਂ ਨੂੰ ਕੀ ਹੈ ਬੈਕ ਕੀਤਾ ਜਾਂਦਾ ਹੈਗਾ ਬਿਫੋਰ ਦ ਫਲਾਵਰਸ ਓਪਨ, ਠੀਕ ਹੈ। ਅਗਰ ਯੂਨੀਸੈਕਸ਼ੁਅਲ ਫਲਾਵਰ ਆ ਤਾਂ ਉਹਨੂੰ ਆਪਾਂ ਫੀਮੇਲ ਫਲਾਵਰ ਬਰਡਸ ਨੂੰ, ਠੀਕ ਹੈ, ਬਰਥਡੇ ਦੇ ਓਪਨ ਹੋਣ ਤੋਂ ਪਹਿਲਾਂ ਹੀ ਬੈਕ ਕਰ ਦਾਂਗੇ, ਠੀਕ ਹੈ। ਵੈਨ ਦ ਸਟਿਗਮਾ ਬਿਕਮਸ ਰਿਸੈਪਟਿਵ, ਜਦੋਂ ਸਟਿਗਮਾ ਜਿਹੜਾ ਹੈ ਰਿਸੈਪਟਿਵ ਹੋ ਜਾਂਦਾ ਹੈ ਫਿਰ ਉਹਦੇ ਬਾਅਦ ਪੋਲੀਨੇਸ਼ਨ ਹੁੰਦੀ ਆ ਡਿਜ਼ਾਇਰਡ ਪੋਲਨ ਦੇ ਨਾਲ, ਫਲਾਵਰ ਨੂੰ ਰੀਬੈਕ ਕਰ ਦਿੰਦੇ ਹਾਂ, ਠੀਕ ਹੈ। ਪਹਿਲਾਂ ਸੀ ਜਦੋਂ ਬਾਇਸੈਕਸ਼ੁਅਲ ਫਲਾਵਰ ਹੋਏ, ਉਹਦੇ ਬਾਅਦ ਦਿੱਤਾ ਹੈਗਾ ਛੋਟਾ ਪਹਿਲਾਂ ਜਦੋਂ ਯੂਨੀਸੈਕਸ਼ੁਅਲ ਫਲਾਵਰ ਦਾ ਕੇਸ ਹੋਵੇ। ਨੈਕਸਟ ਇਜ਼ ਡਬਲ ਫਰਟੀਲਾਈਜੇਸ਼ਨ, ਠੀਕ ਹੈ। ਜਦੋਂ ਇੱਕ ਸਾਈਨੇਜ ਦੇ ਵਿੱਚ ਐਂਟਰ ਹੋ ਜਾਂਦੀ ਜਿਹੜੀ ਪੋਲਨ ਟਿਊਬ ਆ ਤਾਂ ਫਿਰ ਉਹ 2 ਮਿੰਟ ਵਿੱਚ ਨੂੰ ਸਾਈਟੋਪਲਾਜ਼ਮ ਸਾਈਨੇਜ ਜਿਹੜੀ ਸਾਈਟੋਪਲਾਜ਼ਮ ਯਾਦ ਰੱਖਣਾ ਨਿਊਕਲੀਅਸ ਦੇ ਵਿੱਚ ਨਹੀਂ ਰਿਲੀਜ਼ ਕਰਦੀ, ਸਾਈਟੋਪਲਾਜ਼ਮ ਦੇ ਵਿੱਚ ਰਿਲੀਜ਼ ਕਰਦੀ ਹੈ, ਠੀਕ ਹੈ। ਉਹਨਾਂ ਦੇ ਵਿੱਚ ਇੱਕ ਮੇਲ ਗਮੇਟ ਜਿਹੜਾ ਹੈਗਾ ਉਹ ਐਕਸੈਲ ਦੇਖਣੀ ਚਾਹੁੰਦਾ ਅਤੇ ਉਹਦੇ ਨਿਊਕਲੀਅਸ ਨਾਲ ਫਿਊਜ਼ ਕਰਕੇ ਸਿੰਗੈਮੀ ਕਰਦਾ, ਅਤੇ ਇਹਦੇ ਨਾਲ ਕੀ ਹੈ ਇੱਕ ਡਿਪਲੋਇਡ ਸੈਲ ਬਣ ਆਉਂਦਾ ਜਿਹੜਾ ਕਿ ਜ਼ਾਈਗੋਟ ਹੁੰਦਾ ਗਾ, ਠੀਕ ਹੈ। ਅਤੇ ਜਿਹੜਾ ਦੂਜਾ ਮੇਲ ਗਮੇਟ ਆ ਉਹ ਕੀ ਹੈ ਦੋ ਪੋਲਰ ਨਿਊਕਲੀਆਈ ਜਿਹੜੇ ਕਿ ਸੈਂਟਰਲ ਸੈੱਲ ਦੇ ਵਿੱਚ ਪਏ ਹੁੰਦੇ ਆ ਉਹਦੀ ਕਣੀ ਜਾਂਦਾ ਗਾ
ਤੇ ਉਹਨਾਂ ਨਾਲ ਫਿਊਜ਼ ਕਰਕੇ ਇੱਕ ਟ੍ਰਿਪਲੋਇਡ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਬਣਾ ਲੈਂਦਾ ਗਾ। ਠੀਕ ਹੈ। ਤੇ ਇਹ ਜਿਹੜੀ ਫਿਊਜ਼ਨ ਆ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਵਾਲੀ ਜਿਹੜੀ ਫਿਊਜ਼ਨ ਆ, ਠੀਕ ਹੈ, ਉਹਦੇ ਵਿੱਚ ਕੀ ਹੁੰਦੇ 3 ਹੈਪਲੋਇਡ ਸੈੱਲ ਜਿਹੜੇ ਆ, 3 ਹੈਪਲੋਇਡ ਨਿਊਕਲੀਆਈ ਜਿਹੜੇ ਆ ਉਹ ਫਿਊਜ਼ ਕਰਦੇ ਆ। ਤੇ ਇਸ ਕਰਕੇ ਆਪਾਂ ਇਹਨੂੰ ਕੀ ਕਹਿੰਦੇ ਆ, ਟ੍ਰਿਪਲ ਫਿਊਜ਼ਨ ਕਹਿੰਦੇ ਹੈਗੇ। ਸਿੰਸ ਜਿਹੜੇ 2 ਟਾਈਪਸ ਆਫ ਫਿਊਜ਼ਨਸ ਨੇ, ਠੀਕ ਹੈ, ਫਸਟ ਇਜ਼ ਸਿੰਗੈਮੀ, ਸੈਕਿੰਡ ਇਜ਼ ਟ੍ਰਿਪਲ ਫਿਊਜ਼ਨ। ਠੀਕ ਹੈ, ਐਂਜੀਓਸਪਰਮਸ ਦੇ ਵਿੱਚ 2 ਫਿਊਜ਼ਨਸ ਹੁੰਦੀਆਂ ਨੇ, ਇਸ ਕਰਕੇ ਇਸ ਫੈਨੋਮੀਨਾ ਨੂੰ ਆਪਾਂ ਕਹਿੰਦੇ ਹਾਂ ਡਬਲ ਫਰਟੀਲਾਈਜੇਸ਼ਨ। ਤੇ ਇਹ ਈਵੈਂਟ ਸਿਰਫ ਤੇ ਸਿਰਫ ਫਲਾਵਰਿੰਗ ਪਲਾਂਟਸ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈਗਾ। ਜਿਹੜਾ ਸੈਂਟਰਲ ਸੈੱਲ ਹੈ ਉਹ ਕੀ ਹੈ, ਟ੍ਰਿਪਲ ਫਿਊਜ਼ਨ ਤੋਂ ਬਾਅਦ ਜਿਹੜਾ ਹੈਗਾ ਪ੍ਰਾਇਮਰੀ ਐਂਡੋਸਪਰਮ ਸੈੱਲ ਬਣ ਜਾਂਦਾ ਹੈਗਾ ਅਤੇ ਉਹ ਕੀ ਐਂਡੋਸਪਰਮ ਦੇ ਵਿੱਚ ਡਿਵੈਲਪ ਕਰਦਾ, ਵਾਈਲ ਜਿਹੜਾ ਜ਼ਾਈਗੋਟ ਆ ਉਹ ਕੀ ਐਂਬਰੀਓ ਦੇ ਵਿੱਚ ਡਿਵੈਲਪ ਕਰਦਾ ਹੈਗਾ। ਠੀਕ ਹੈ, ਇਹ ਹੈਗਾ ਗਾ ਕਿ ਜਦੋਂ ਇੱਕ ਵਾਰੀ ਫਿਊਜ਼ਨ ਹੋ ਗਈ, ਠੀਕ ਹੈ, ਇੱਥੇ ਆਪਣੇ ਕੋਲ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਬਣ ਗਿਆ, ਇੱਥੇ ਆਪਣੇ ਕੋਲ ਜ਼ਾਈਗੋਟ ਬਣ ਗਿਆ, ਤਾਂ ਸਾਈਨਰਜਿਡਸ ਦੇ ਜਿਹੜੇ ਐਂਟੀਪੋਡਲਸ ਨੇ ਬਾਕੀ ਦੇ ਸਾਰੇ ਸਟਰਕਚਰ ਜਿਹੜੇ ਆ ਉਹ ਡੀਜਨਰੇਟ ਕਰ ਜਾਂਦੇ, ਜਿਨ੍ਹਾਂ ਦੀ ਆਪਾਂ ਲੋੜ ਨਹੀਂ ਹੈਗੀ। ਐਂਡ ਇਹ ਆਪਾਂ ਨੂੰ ਸਟੇਜਸ ਦਿੱਤੀਆਂ ਨੇ ਫॉर ਡਿਵੈਲਪਮੈਂਟ ਆਫ ਦ ਐਂਬਰੀਓ। ਸਭ ਤੋਂ ਪਹਿਲਾਂ ਕੀ ਸੀ ਆਪਣੇ ਕੋਲ, ਜ਼ਾਈਗੋਟ ਸੀਗਾ। ਠੀਕ ਹੈ, ਜ਼ਾਈਗੋਟ ਤੋਂ ਬਾਅਦ ਬਣਿਆ ਆਪਣੇ ਕੋਲ ਪ੍ਰੋ ਐਂਬਰੀਓ। ਠੀਕ ਹੈ, ਜਿਹੜਾ ਕਿ 2 ਸੈੱਲ ਹੈ, ਇਹਦੇ ਵਿੱਚ ਕੀ ਹੈਲੋਬੀਅਲ ਡਿਵੀਜ਼ਨ ਹੋਈ ਆ, ਮਤਲਬ ਕਿ ਇਕੁਅਲ ਡਿਵੀਜ਼ਨ ਨਹੀਂ ਆਪਾਂ ਨੂੰ ਦੇਖਣ ਨੂੰ ਮਿਲ ਰਹੀ, ਰਾਈਟ। ਫਿਰ ਉਹਦੇ ਬਾਅਦ ਬਣਿਆ ਆਪਣੇ ਕੋਲ ਗਲੋਬੂਲਰ ਐਂਬਰੀਓ, ਫਿਰ ਆਪਣੇ ਕੋਲ ਬਣਿਆ ਹਾਰਟ ਸ਼ੇਪ ਐਂਬਰੀਓ, ਅਤੇ ਐਂਡ 'ਤੇ ਆਪਣੇ ਕੋਲ ਕੀ ਬਣ ਗਿਆ, ਮੈਚੁਰ ਐਂਬਰੀਓ। ਦਿਸ ਆਰ ਦ ਵੇਰੀਅਸ ਸਟੇਜਸ ਆਫ ਦ ਐਂਬਰੀਓਨਿਕ ਡਿਵੈਲਪਮੈਂਟ। ਠੀਕ ਹੈ, ਆਹ ਸਸਪੈਂਸਰ ਆ ਜਿਹਦੇ ਨਾਲ ਕੀ ਆ, ਠੀਕ ਹੈ, ਪਹਿਲਾਂ ਕੀ ਆ ਸਸਪੈਂਸਰ ਗਰੋ ਕਰਦਾ ਹੁੰਦਾ, ਉਹਦੇ ਬਾਅਦ ਫਿਰ ਸੈਲਸ ਜਿਹੜੇ ਆ ਉਹਨਾਂ ਦੀ ਰੈਪਿਡ ਡਿਵੀਜ਼ਨ ਹੁੰਦੀ ਹੈ। ਠੀਕ ਹੈ, ਸਸਪੈਂਸਰ ਗਰੋ ਕਿਉਂ ਕਰਦਾ, ਕਿਉਂਕਿ ਆਪਾਂ ਨੇ ਐਂਬਰੀਓ ਨੂੰ ਥੋੜ੍ਹਾ ਜਿਹਾ ਦੂਰ ਲੈ ਕੇ ਜਾਣਾ ਹੁੰਦਾ ਹੈਗਾ ਮਾਈਕਰੋਪਾਈਲਰ ਐਂਡ ਤੋਂ, ਕਿਉਂਕਿ ਮਾਈਕਰੋਪਾਈਲਰ ਐਂਡ ਉਹ ਹੁੰਦੀਆਂ ਨੇ ਜਿੱਥੇ ਕੋਈ ਐਨਵੈਲਪ ਨਹੀਂ ਪ੍ਰੈਜ਼ੈਂਟ ਹੁੰਦਾ। ਜਿੱਥੇ ਕੋਈ ਐਨਵੈਲਪ ਨਹੀਂ ਪ੍ਰੈਜ਼ੈਂਟ ਤਾਂ ਉੱਥੇ ਕੋਈ ਬੈਕਟੀਰੀਆ ਜਾਂ ਫੰਜਾਈ ਵੀ ਇਜ਼ੀਲੀ ਐਂਟਰ ਕਰ ਸਕਦੇ ਆ, ਅਤੇ ਇਸ ਕਰਕੇ ਆਪਾਂ ਨਾ ਪਹਿਲਾਂ ਸਸਪੈਂਸਰ ਗਰੋ ਕਰਦੇ ਹਾਂ, ਜਿਹਦੇ ਨਾਲ ਆਪਾਂ ਐਂਬਰੀਓ ਨੂੰ ਥੋੜ੍ਹਾ ਜਿਹਾ ਸ਼ਿਫਟ ਕਰ ਸਕੀਏ ਮਾਈਕਰੋਪਾਈਲਰ ਐਂਡ ਤੋਂ, ਜਿਹਦੇ ਨਾਲ ਉਹ ਕੀ ਆ ਬੈਕਟੀਰੀਅਲ ਫੰਗਲ ਇਨਫੈਕਸ਼ਨਸ ਤੋਂ ਬਚਿਆ ਰਹੇ। ਠੀਕ ਹੈ, ਅਤੇ ਹੈ ਆਪਣਾ ਰੈਡੀਕਲ, ਇੱਧਰ ਆਪਣਾ ਹੈਗਾ ਪਲੂਮਿਊਲ, ਅਤੇ ਇੱਧਰੋਂ ਆਪਣੇ ਦੇ ਨਿਕਲ ਗਏ ਕੋਟਿਲੇਡਨਸ। ਠੀਕ ਹੈ, ਅਤੇ ਆਪਾਂ ਕੀ ਕਹਿ ਸਕਦੇ ਹਾਂ ਕਿ ਦਿਸ ਇਜ਼ ਦਾ ਐਂਬਰੀਓਨਲ ਐਕਸਿਸ, ਇਹ ਆਪਣੀ ਐਂਬਰੀਓਨਲ ਐਕਸਿਸ ਆ ਗਈ, ਕਿਉਂ ਨਹੀਂ ਚੱਲ ਰਿਹਾ। ਠੀਕ ਹੈ, ਐਂਬਰੀਓਨਲ ਐਕਸਿਸ, ਠੀਕ ਹੈ, ਅਬਵ ਦ ਲੈਵਲ ਆਫ ਕੋਟਿਲੇਡਨਸ। ਠੀਕ ਹੈ, ਇੱਥੇ ਕੋਟਿਲੇਡਨ ਲੱਗੇ ਆ, ਉਦੋਂ ਉੱਪਰ ਕੀ ਐਂਬਰੀਓਨਲ ਐਕਸਿਸ ਨੂੰ ਆਪਾਂ ਕੀ ਕਹਾਂਗੇ, ਐਪੀਕੋਟਾਈਲ, ਨੀਚਰ ਨੂੰ ਆਪਾਂ ਕਹਾਂਗੇ ਹਾਈਪੋਕੋਟਾਈਲ, ਅਤੇ ਜਿਹੜੀ ਐਪੀਕੋਟਾਈਲ ਆ ਅੱਗੇ ਜਾ ਕੇ ਟਰਮੀਨੇਟ ਕਰੂਗੀ ਪਲੂਮਿਊਲ ਦੇ ਨਾਲ, ਅਤੇ ਜਿਹੜੀ ਹਾਈਪੋਕੋਟਾਈਲ ਉਹ ਟਰਮੀਨੇਟ ਕਰ ਜਾਂਦੀ ਹੈ ਰੈਡੀਕਲ ਦੇ ਨਾਲ। ਰੈਡੀਕਲ ਦੇ ਕੋਲ ਹੋਰ ਕੀ ਹੁੰਦਾ ਹੈਗਾ, ਰੂਟ ਕੈਪ ਹੁੰਦਾ ਹੈਗਾ। ਪੋਸਟ ਫਰਟੀਲਾਈਜੇਸ਼ਨ ਸਟਰਕਚਰ ਐਂਡ ਇਵੈਂਟਸ, ਡਬਲ ਫਰਟੀਲਾਈਜੇਸ਼ਨ ਤੋਂ ਜੋ ਬਾਅਦ ਜਿਹੜੇ ਐਂਡੋਸਪਰਮ ਦੇ ਇਵੈਂਟਸ ਅਤੇ ਐਂਬਰੀਓ ਡਿਵੈਲਪਮੈਂਟ, ਐਂਡੋਸਪਰਮ ਅਤੇ ਐਂਬਰੀਓ ਡਿਵੈਲਪਮੈਂਟ ਜਿਹੜੇ ਇਵੈਂਟਸ ਨੇ, ਠੀਕ ਹੈ, ਜਿਵੇਂ ਕਿ ਓਵਿਊਲ ਦੀ ਮੈਚੂਰੇਸ਼ਨ ਇਨਟੂ ਦ ਸੀਡਸ ਐਂਡ ਓਵਰੀ ਦੀ ਮੈਚੂਰੇਸ਼ਨ ਇਨਟੂ ਦ ਫਰੂਟ, ਇਹਨਾਂ ਸਾਰੇ ਇਵੈਂਟਸ ਨੂੰ ਆਪਾਂ ਕੀ ਕਹਿੰਦੇ ਹਾਂ, ਪੋਸਟ ਫਰਟੀਲਾਈਜੇਸ਼ਨ ਇਵੈਂਟਸ ਕਹਿੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਐਂਡੋਸਪਰਮ ਦੀ ਗੱਲ ਕਰਦੇ, ਜਿਹੜੀ ਐਂਡੋਸਪਰਮ ਦੀ ਡਿਵੈਲਪਮੈਂਟ ਆ ਉਹ ਹਮੇਸ਼ਾ ਪ੍ਰੋਸੀਡ ਕਰਦੀ ਹੈਗੀ ਐਂਬਰੀਓ ਦੀ ਡਿਵੈਲਪਮੈਂਟ ਨੂੰ, ਕਿਉਂਕਿ ਐਂਡੋਸਪਰਮ ਦਾ ਕੰਮ ਹੁੰਦਾ ਹੈਗਾ ਡਿਵੈਲਪਿੰਗ ਐਂਬਰੀਓ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਨਾ। ਅਗਰ ਨਰਿਸ਼ਮੈਂਟ ਪ੍ਰੋਵਾਈਡ ਕਰਨ ਵਾਲਾ ਖੁਦ ਹੀ ਨਾ ਬਣਿਆ ਹੋਊਗਾ, ਖੁਦ ਹੀ ਨਹੀਂ ਫਾਰਮ ਹੋਇਆ ਹੋਊਗਾ, ਤਾਂ ਨਰਿਸ਼ਮੈਂਟ ਕੀ ਖਾਕ ਪ੍ਰੋਵਾਈਡ ਕਰੂਗਾ। ਠੀਕ ਹੈ, ਇਸ ਲਈ ਐਂਡੋਸਪਰਮ ਦੀ ਡਿਵੈਲਪਮੈਂਟ ਜਿਹੜੀ ਹੈ ਹਮੇਸ਼ਾ ਐਂਬਰੀਓ ਡਿਵੈਲਪਮੈਂਟ ਪ੍ਰੋਸੀਡ ਕਰਦੀ ਹੈ। ਤੇ ਪ੍ਰਾਇਮਰੀ ਐਂਡੋਸਪਰਮ ਸੈੱਲ ਡਿਵਾਈਡਸ ਰਿਪੀਟਡਲੀ ਐਂਡ ਫਾਰਮ ਅ ਟ੍ਰਿਪਲੋਇਡ ਐਂਡੋਸਪਰਮ ਟਿਸ਼ੂ। ਜਿਹੜਾ ਪ੍ਰਾਇਮਰੀ ਐਂਡੋਸਪਰਮ ਸੈੱਲ ਹੈ ਉਹ ਕੀ ਹੈ, ਰਿਪੀਟਡਲੀ ਡਿਵਾਈਡ ਕਰਕੇ ਇੱਕ ਟ੍ਰਿਪਲੋਇਡ ਐਂਡੋਸਪਰਮ ਟਿਸ਼ੂ ਬਣਾ ਲੈਂਦਾ ਹੈਗਾ। ਜਿਹੜੇ ਸੈਲਸ ਹੁੰਦੇ ਨੇ ਇਸ ਟਿਸ਼ੂ ਦੇ, ਉਹਨਾਂ ਦੇ ਵਿੱਚ ਕੀ ਹੁੰਦਾ, ਰਿਜ਼ਰਵ ਫੂਡ ਮਟੀਰੀਅਲਸ ਹੁੰਦੇ ਨੇ ਜਿਹੜੇ ਕਿ ਡਿਵੈਲਪਿੰਗ ਐਂਬਰੀਓ ਦੀ ਨਰਿਸ਼ਮੈਂਟ ਦੇ ਲਈ, ਨਿਊਟ੍ਰੀਸ਼ਨ ਦੇ ਲਈ ਯੂਜ਼ ਕੀਤੇ ਜਾਂਦੇ ਨੇ। ਅਤੇ ਮੋਸਟ ਕਾਮਨ ਟਾਈਪ ਆਫ ਐਂਡੋਸਪਰਮ ਡਿਵੈਲਪਮੈਂਟ ਦੇ ਵਿੱਚ ਕੀ ਹੁੰਦਾ, ਜਿਹੜਾ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਆ ਉਹ ਕੀ ਹੈ, ਸਕਸੈਸਿਵ ਨਿਊਕਲੀਅਰ ਡਿਵੀਜ਼ਨਸ ਕਰਦਾ ਹੈਗਾ। ਠੀਕ ਹੈ, ਮੋਸਟ ਕਾਮਨ ਟਾਈਪ ਆ, ਮਤਲਬ ਹਮੇਸ਼ਾ ਇੱਦਾਂ ਨਹੀਂ ਹੁੰਦਾ, ਕਈ ਵਾਰੀ ਇੱਦਾਂ ਵੀ ਹੋ ਸਕਦਾ ਹੈਗਾ ਕਿ ਆਪਣੇ ਕੋਲ ਪ੍ਰਾਇਮਰੀ ਐਂਡੋਸਪਰਮ ਸੈੱਲ ਸੀਗਾ, ਉਹ ਡਿਵਾਈਡ ਕੀਤਾ, 2 ਸੈੱਲ ਬਣੇ, 4 ਇੱਦਾਂ ਦਾ ਵੀ ਹੋ ਸਕਦਾ। ਬਟ ਮੋਸਟ ਕਾਮਨ ਟਾਈਪ ਆਫ ਐਂਡੋਸਪਰਮ ਡਿਵੈਲਪਮੈਂਟ ਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲ ਆ ਕੀ ਸੀਗਾ, ਪ੍ਰਾਇਮਰੀ ਐਂਡੋਸਪਰਮ ਸੈੱਲ, ਸੈਂਟਰਲ ਸੈੱਲ ਤੁਸੀਂ ਕਹਿ ਸਕਦੇ ਹੋ। ਪਹਿਲਾਂ ਸੈਂਟਰਲ ਸੈੱਲ ਸੀ, ਫਿਰ ਉਹਦੇ ਵਿੱਚ ਫਿਊਜ਼ਨ ਟ੍ਰਿਪਲ ਫਿਊਜ਼ਨ ਤੋਂ ਬਾਅਦ ਪ੍ਰਾਇਮਰੀ ਐਂਡੋਸਪਰਮ ਸੈੱਲ ਬਣ ਗਿਆ। ਉਹਦੇ ਬਾਅਦ ਪਹਿਲਾਂ ਦੇ ਸਾਰੇ ਨਿਊਕਲੀਅਸ ਡਿਵਾਈਡ ਕਰੇ, 1 ਤੋਂ 4 ਐਨੇ ਕਾਫੀ ਸਾਰੇ ਨਿਊਕਲੀਅਸ ਬਣ ਗਏ। ਜਿੱਦਾਂ ਕਿ ਤੁਸੀਂ ਜਿਹੜਾ ਕੋਕੋਨਟ ਦਾ ਵਾਟਰ ਦੇਖਦੇ ਨਾ, ਉਹ ਫਰੀ ਨਿਊਕਲੀਅਰ ਹੁੰਦਾ, ਉਹ ਸਾਰਾ ਦਾ ਸਾਰਾ ਕੀ ਹੁੰਦਾ, ਇੱਕ ਸੈੱਲ ਹੁੰਦਾ। ਠੀਕ ਹੈ, ਸਾਰਾ ਕੋਕੋਨਟ ਵਾਟਰ ਇੱਕ ਸੈੱਲ ਹੁੰਦਾ, ਅਤੇ ਇੱਕ ਸੈੱਲ ਦੇ ਵਿੱਚ ਕਾਫੀ ਸਾਰੇ ਨਿਊਕਲੀਅਸ ਪ੍ਰੈਜ਼ੈਂਟ ਹੁੰਦੇ ਆ, ਇਸ ਕਰਕੇ ਉੱਦਾਂ ਦਾ ਸੈੱਲ ਬਣ ਜਾਂਦਾ ਹੈਗਾ। ਠੀਕ ਹੈ, ਅਤੇ ਆਹ ਆਪਾਂ ਕਾਫੀ ਸਾਰੇ ਇਹਦੇ ਵਿੱਚ ਨਿਊਕਲੀਅਸ ਬਣ ਜਾਂਦੇ ਆ। ਫਿਰ ਨਿਊਕਲੀਅਸ ਬਣਨ ਤੋਂ ਬਾਅਦ, ਠੀਕ ਹੈ, ਉਹਦੇ
ਆਲੇ ਦੁਆਲੇ ਕੀ ਬਣਦੀ ਆ, ਸੈੱਲ ਵਾਲ ਫਾਰਮੇਸ਼ਨ ਸ਼ੁਰੂ ਹੋ ਜਾਂਦੀ ਹੈ। ਅਤੇ ਜਦੋਂ ਸੈੱਲ ਵਾਲ ਫਾਰਮੇਸ਼ਨ ਸ਼ੁਰੂ ਹੋ ਜਾਂਦੀ ਤਾਂ ਆਪਾਂ ਨੂੰ ਕੋਕੋਨਟ ਦੀ ਮਲਾਈ ਮਿਲਦੀ ਆ। ਠੀਕ ਹੈ, ਜਿੰਨਾ ਜ਼ਿਆਦਾ ਮੈਚਿਓਰ ਵੱਡਾ ਕੋਕੋਨਟ ਹੋਊਗਾ ਉਨੀ ਜ਼ਿਆਦਾ ਮਲਾਈ ਹੋਊਗੀ, ਅਤੇ ਜਿੰਨਾ ਯੰਗ ਹੋਊਗਾ ਉਨਾ ਜ਼ਿਆਦਾ ਪਾਣੀ ਹੋਊਗਾ ਉਹਦੇ ਵਿੱਚ। ਠੀਕ ਹੈ, ਅਤੇ ਇੱਦਾਂ ਇਹ ਕੀ ਆ, ਜ਼ਿਆਦਾਤਰ ਕੇਸਿਸ ਦੇ ਵਿੱਚ ਇੱਦਾਂ ਹੀ ਡਿਵੈਲਪਮੈਂਟ ਹੁੰਦੀ ਹੈ ਕਿ ਐਂਡੋਸਪਰਮ ਦੀ। ਠੀਕ ਹੈ, ਸਭ ਤੋਂ ਪਹਿਲਾਂ ਕੀ ਹੁੰਦਾ ਹੈਗਾ, ਫਰੀ ਨਿਊਕਲੀਅਰ ਐਂਡੋਸਪਰਮ ਹੁੰਦਾ ਹੈਗਾ। ਫਿਰ ਉਹਦੇ ਬਾਅਦ ਕੀ ਹੁੰਦੀ ਹੈ, ਸੈਲੂਲਰ ਫਾਰਮੇਸ਼ਨ ਸ਼ੁਰੂ ਹੁੰਦੀ ਹੈਗੀ ਐਂਡੋਸਪਰਮ ਦੀ, ਜਿਹਦੇ ਨਾਲ ਜਿਹੜਾ ਐਂਡੋਸਪਰਮ ਸੈਲੂਲਰ ਹੋ ਜਾਂਦਾ ਹੈਗਾ। ਜਿਹੜੇ ਨੰਬਰ ਆਫ ਫਰੀ ਨਿਊਕਲੀਆਈ ਨੇ ਸੈਲੂਲਰਾਈਜੇਸ਼ਨ ਤੋਂ ਪਹਿਲਾਂ, ਠੀਕ ਹੈ, ਮਤਲਬ ਪਹਿਲਾਂ ਤਾਂ ਬਣਨਗੇ ਹੀ। ਠੀਕ ਹੈ, ਹਰੇਕ ਕਾਫੀ ਸਾਰੇ ਕੇਸਿਸ ਦੇ ਵਿੱਚ, ਹਰੇਕ ਤਾਂ ਨਹੀਂ ਮੈਂ ਕਹਿ ਸਕਦੀ, ਕਾਫੀ ਸਾਰੇ ਕੇਸਿਸ ਦੇ ਵਿੱਚ ਪਹਿਲਾਂ ਫਰੀ ਨਿਊਕਲੀਆਈ ਬਣਦੇ ਆ। ਹੋ ਸਕਦਾ ਕਿ ਇੱਕ ਦੇ ਵਿੱਚ ਸਿਰਫ ਹਜੇ 2 ਹੀ ਫਰੀ ਨਿਊਕਲੀਆਈ ਬਣੇ ਸੀ, ਉਦੋਂ ਹੀ ਸੈਲੂਲਰਾਈਜੇਸ਼ਨ ਸ਼ੁਰੂ ਹੋ ਗਈ ਹੋਵੇ। ਠੀਕ ਹੈ, ਹੋ ਸਕਦਾ ਕਿਸੇ ਦੇ ਵਿੱਚ 1000 ਫਰੀ ਨਿਊਕਲੀਆਈ ਬਣ ਕੇ ਹਜੇ ਤੱਕ ਸੈਲੂਲਰਾਈਜੇਸ਼ਨ ਸ਼ੁਰੂ ਨਾ ਹੋਈ ਹੋਵੇ। ਡਿਪੈਂਡ ਕਰਦਾ ਕਿ ਕਿਸੇ ਦੇ ਵਿੱਚ 2-4 ਤੇ ਹੀ ਸੈਲੂਲਰਾਈਜੇਸ਼ਨ ਸ਼ੁਰੂ ਹੋ ਜਾਂਦੀ ਆ, ਕਿਸੇ ਦੇ ਵਿੱਚ ਹਜ਼ਾਰਾਂ ਫਰੀ ਨਿਊਕਲੀਆਈ ਬਣ ਜਾਂਦੇ, ਹਜੇ ਤੱਕ ਵੀ ਸੈਲੂਲਰਾਈਜੇਸ਼ਨ ਜਿਹੜੀ ਉਹ ਸ਼ੁਰੂ ਨਹੀਂ ਹੁੰਦੀ। ਠੀਕ ਹੈ, ਦ ਕੋਕੋਨਟ ਵਾਟਰ ਫਰੋਮ ਦ ਟੈਂਡਰ ਕੋਕੋਨਟ, ਜਿਹੜਾ ਤੁਸੀਂ ਕੋਕੋਨਟ ਵਾਟਰ ਪੀਂਦੇ ਹੋ, ਠੀਕ ਹੈ, ਉਹ ਕੀ ਕੁਝ ਨਹੀਂ ਹੁੰਦਾ ਬਟ ਕਿ ਫਰੀ ਨਿਊਕਲੀਅਰ ਐਂਡੋਸਪਰਮ ਹੁੰਦਾ ਹੈਗਾ, ਜਿਹੜਾ ਕਿ ਥਾਊਜ਼ੈਂਡਸ ਆਫ ਨਿਊਕਲੀਆਈ ਤੋਂ ਬਣਿਆ ਹੁੰਦਾ ਹੈਗਾ। ਠੀਕ ਹੈ, ਤੇ ਜਿਹੜਾ ਸਰਾਊਂਡਿੰਗ ਵਾਈਟ ਕਰਨਾ ਹੁੰਦਾ ਹੈਗਾ, ਅੱਛਾ, ਕੋਕੋਨਟ ਦੀ ਮਲਾਈ ਹੁੰਦੀ ਆ, ਉਹ ਕੀ ਹੁੰਦਾ, ਸੈਲੂਲਰ ਐਂਡੋਸਪਰਮ ਹੁੰਦਾ ਹੈਗਾ। ਐਂਡੋਸਪਰਮ ਜਿਹੜਾ ਹੈਗਾ ਉਹ ਕੰਪਲੀਟਲੀ ਕੰਜ਼ਿਊਮ ਵੀ ਹੋ ਸਕਦਾ ਹੈਗਾ ਬਾਏ ਦ ਡਿਵੈਲਪਿੰਗ ਐਂਬਰੀਓ, ਮਤਲਬ ਜਦੋਂ ਸੀਡ ਬਣਨ ਤੋਂ ਪਹਿਲਾਂ, ਜਦੋਂ ਐਂਬਰੀਓ ਜਿਹੜਾ ਡਿਵੈਲਪ ਹੀ ਕਰ ਰਿਹਾ ਸੀਗਾ, ਤਾਂ ਹੋ ਸਕਦਾ ਕਿ ਉਦੋਂ ਹੀ ਡਿਵੈਲਪ ਕਰਦੇ ਹੀ ਉਹ ਸਾਰਾ ਦਾ ਸਾਰਾ ਜਿਹੜਾ ਐਂਡੋਸਪਰਮ ਉਹ ਕੰਜ਼ਿਊਮ ਕਰ ਲਈ, ਸਾਰਾ ਐਂਡੋਸਪਰਮ ਖਾ ਜੇ ਆਪਦਾ। ਠੀਕ ਹੈ, ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਪੀ, ਗਰਾਊਂਡਨਟ, ਬੀਨਸ ਦੇ ਵਿੱਚ, ਮੋਸਟ ਆਫ ਦ ਡਾਈਕੋਟਸ ਦੇ ਵਿੱਚ। ਮੋਸਟ ਆਫ ਦ ਡਾਈਕੋਟਸ ਹੁੰਦੇ ਉਹਨਾਂ ਦੇ ਵਿੱਚ ਜਿਹੜਾ ਐਂਡੋਸਪਰਮ ਆ ਉਹ ਐਂਬਰੀਓ ਦੁਆਰਾ ਪਹਿਲਾਂ ਹੀ ਸਾਰਾ ਦਾ ਸਾਰਾ ਖਾ ਲਿਆ ਜਾਂਦਾ, ਬਿਫੋਰ ਕਿ ਉਹ ਮੈਚਿਓਰ ਹੋਵੇ। ਠੀਕ ਹੈ, ਬਿਫੋਰ ਕਿ ਉਹ ਸੀਡ ਦੇ ਵਿੱਚ ਹਜੇ ਮੈਚਿਓਰ ਸੀਡ ਬਣੇ। ਠੀਕ ਹੈ, ਅਤੇ ਕਈਆਂ ਦੇ ਵਿੱਚ ਉਹ ਪਰਸਿਸਟ ਕਰਦਾ। ਠੀਕ ਹੈ, ਮੈਚਿਓਰ ਸੀਡ ਦੇ ਵਿੱਚ ਵੀ ਕਈਆਂ ਦੇ ਵਿੱਚ ਆਪਾਂ ਨੂੰ ਐਂਡੋਸਪਰਮ ਦੇਖਣ ਨੂੰ ਮਿਲਦਾ ਹੈਗਾ, ਮਤਲਬ ਕਿ ਡਿਵੈਲਪਿੰਗ ਐਂਬਰੀਓ ਸਾਰਾ ਐਂਡੋਸਪਰਮ ਨਹੀਂ ਕੰਜ਼ਿਊਮ ਕਰਦਾ ਉਹਨਾਂ ਦੇ ਵਿੱਚ। ਠੀਕ ਹੈ, ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਮੋਨੋਕੋਟਸ ਦੇ ਵਿੱਚ। ਠੀਕ ਹੈ, ਸਾਰੇ ਡਾਈਕੋਟਸ ਦੇ ਵਿੱਚ ਜਿਹੜਾ ਹੈਗਾ ਐਂਡੋਸਪਰਮ ਕੰਜ਼ਿਊਮ ਹੋ ਚੁੱਕਿਆ ਹੁੰਦਾ, ਬਟ ਇੱਕ ਐਕਸੈਪਸ਼ਨ ਹੈਗੀ ਕੈਸਟਰ। ਠੀਕ ਹੈ, ਕੈਸਟਰ ਇਜ਼ ਅ ਡਾਈਕੋਟ ਜਿਹਦੇ ਵਿੱਚ ਐਂਡੋਸਪਰਮ ਮੈਚਿਓਰ ਸੀਡ ਦੇ ਵਿੱਚ ਵੀ ਪਰਸਿਸਟ ਕਰਦਾ, ਅਤੇ ਸਾਰੇ ਮੋਨੋਕੋਟਸ ਦੇ ਵਿੱਚ ਜਿਹੜਾ ਐਂਡੋਸਪਰਮ ਆ ਉਹ ਪਰਸਿਸਟ ਕਰਦਾ, ਮਤਲਬ ਕਿ ਮੈਚਿਓਰ ਸੀਡ ਦੇ ਵਿੱਚ ਵੀ ਪਰਸਿਸਟ ਕਰਦਾ, ਐਕਸੈਪਟ ਸਿਰਫ ਇੱਕ ਐਕਸੈਪਸ਼ਨ ਹੈ ਮੋਨੋਕੋਟ ਦੀ, ਔਰਚਿਡਸ ਮੋਨੋਕੋਟ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਐਂਡੋਸਪਰਮ ਆ ਡਿਵੈਲਪਿੰਗ ਐਂਬਰੀਓ ਦੇ ਦੁਆਰਾ ਸਾਰਾ ਕੰਜ਼ਿਊਮ ਕਰ ਲਿਆ ਜਾਂਦਾ ਹੈਗਾ। ਠੀਕ ਹੈ, ਅਤੇ ਜਿਹੜੇ ਮੋਨੋਕੋਟਸ ਨੇ, ਠੀਕ ਹੈ, ਉਹਨਾਂ ਦੇ ਵਿੱਚ ਮੈਚਿਓਰ ਸੀਡ ਦੇ ਵਿੱਚ ਕੀ ਹੁੰਦਾ, ਐਂਡੋਸਪਰਮ ਪ੍ਰੈਜ਼ੈਂਟ ਹੁੰਦਾ, ਬਟ ਸੀਡ ਜਰਮੀਨੇਸ਼ਨ ਦੇ ਵੇਲੇ ਉਹ ਕੀ ਹੈ, ਯੂਜ਼ ਅਪ ਕੀਤਾ ਜਾ ਸਕਦਾ ਹੈਗਾ। ਸਪਲਿਟ ਓਪਨ ਸਮ ਸੀਡਸ ਆਫ ਕੈਸਟਰ, ਪੀਸ, ਬੀਨਸ, ਇਹਨਾਂ ਦੀ ਸੀਡਸ ਨੂੰ ਦੇਖੋ, ਖੋਲ੍ਹੋ ਅਤੇ ਓਬਜ਼ਰਵ ਕਰੋਗੇ ਹਰੇਕ ਕੇਸ ਦੇ ਵਿੱਚ ਕਿ ਐਂਡੋਸਪਰਮ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਨੈਕਸਟ ਵਨ ਇਜ਼ ਐਂਬਰੀਓ। ਜਿਹੜਾ ਐਂਬਰੀਓ ਹੈਗਾ ਉਹ ਕੀ ਹੈ, ਮਾਈਕਰੋਪੈਲਰ ਐਂਡ ਦੇ ਉੱਪਰ ਕੀ ਡਿਵੈਲਪ ਕਰਦਾ ਐਂਬਰੀਓ ਸੈਕ 'ਤੇ। ਠੀਕ ਹੈ, ਜਿੱਥੇ ਜਿਹੜਾ ਜ਼ਾਈਗੋਟ ਸਿਚੁਏਟਡ ਹੁੰਦਾ ਹੈਗਾ। ਠੀਕ ਹੈ, ਜ਼ਾਈਗੋਟ ਤੋਂ ਹੀ ਐਂਬਰੀਓ ਬਣੂਗਾ। ਮੋਸਟ ਜਿਹੜੇ ਜ਼ਾਈਗੋਟ ਨੇ ਉਹ ਕੀ ਹੈ, ਡਿਵਾਈਡ ਕਰਦੇ ਨੇ ਓਨਲੀ ਆਫਟਰ ਸਰਟੇਨ ਅਮਾਊਂਟ ਆਫ ਐਂਡੋਸਪਰਮ ਇਜ਼ ਫਾਊਂਡ, ਕਿਉਂਕਿ ਐਂਡੋਸਪਰਮ ਨੇ ਹੀ ਜ਼ਾਈਗੋਟ ਨੂੰ ਔਰ ਕੈਨ ਸੇ ਐਂਬਰੀਓ ਨੂੰ ਕੀ ਪ੍ਰੋਵਾਈਡ ਕਰਨੀ ਹੈ, ਨਰਿਸ਼ਮੈਂਟ ਪ੍ਰੋਵਾਈਡ ਕਰਨੀ ਹੈ। ਇਹ ਕੀ ਹੈ, ਅਡੈਪਟੇਸ਼ਨ ਆ ਟੂ ਪ੍ਰੋਵਾਈਡ ਅਸ਼ੋਰਡ ਨਿਊਟ੍ਰੀਸ਼ਨ ਟੂ ਦ ਡਿਵੈਲਪਿੰਗ ਐਂਬਰੀਓ। ਇਹ ਅਡੈਪਟੇਸ਼ਨ ਆ, ਠੀਕ ਹੈ, ਕਾਹਦੇ ਕਰਕੇ ਹੁੰਦਾ ਕਿ ਜਿਹੜਾ ਡਿਵੈਲਪਿੰਗ ਐਂਬਰੀਓ ਨੂੰ ਕੀ ਹੈ, ਨਿਊਟ੍ਰੀਸ਼ਨ ਮਿਲੇ। ਠੀਕ ਹੈ, ਉਹਨੂੰ ਐਸ਼ੋਰ ਨਿਊਟ੍ਰੀਸ਼ਨ ਜਿਹੜਾ ਪਲਾਂਟ ਆ ਪ੍ਰੋਵਾਈਡ ਕਰ ਪਾਵੇ। ਦੋ ਦ ਸੀਡਸ ਡਿਫਰ ਗ੍ਰੇਟਲੀ, ਹਾਲਾਂਕਿ ਜਿਹੜੇ ਸੀਡਸ ਨੇ ਅਲੱਗ-ਅਲੱਗ, ਮਤਲਬ ਮੋਨੋਕੋਟਸ ਅਤੇ ਡਾਈਕੋਟਸ ਜਿਹੜੇ ਸੀਡਸ ਨੇ ਉਹ ਬਹੁਤ ਜ਼ਿਆਦਾ ਗ੍ਰੇਟਲੀ ਵੇਰੀ ਕਰਦੇ ਨੇ, ਬਟ ਜਿਹੜੇ ਅਰਲੀ ਸਟੇਜਸ ਨੇ ਦੋਨਾਂ ਦੇ ਵਿੱਚ ਐਂਬਰੀਓ ਡਿਵੈਲਪਮੈਂਟ ਦੇ ਉਹ ਕਾਫੀ ਜ਼ਿਆਦਾ ਸਿਮਿਲਰ ਹੀ ਹੁੰਦੀਆਂ ਨੇ। ਠੀਕ ਹੈ, ਮੋਨੋਕੋਟਸ ਅਤੇ ਡਾਈਕੋਟਸ ਦੇ ਵਿੱਚ ਅਰਲੀ ਸਟੇਜਸ ਜਿਹੜੀਆਂ ਹੁੰਦੀਆਂ ਨੇ ਐਂਬਰੀਓ ਡਿਵੈਲਪਮੈਂਟ ਦੀ ਉਹ ਸਿਮਿਲਰ ਹੁੰਦੀਆਂ ਨੇ, ਹਾਲਾਂਕਿ ਉਹਨਾਂ ਦੇ ਜਿਹੜੇ ਸੀਡਸ ਨੇ ਕਾਫੀ ਡਿਫਰ ਕਰਦੇ ਨੇ। ਠੀਕ ਹੈ, ਅਤੇ ਸਟੱਡੀ ਆਫ ਐਂਬਰੀਓ ਨੂੰ ਆਪਾਂ ਕਹਿੰਦੇ ਹਾਂ ਐਂਬਰੀਓਚਾਨੀ। ਠੀਕ ਹੈ, ਅਤੇ ਫਿਗਰ 1.13 ਆਪਾਂ ਨੇ ਉਹੀ ਦੇਖਿਆ, ਪ੍ਰੋ ਐਂਬਰੀਓ, ਗਲੋਬਲ ਐਂਬਰੀਓ, ਹਾਰਡਸ਼ਿਪ ਐਂਬਰੀਓ, ਮੈਚੁਰ ਐਂਬਰੀਓ। ਠੀਕ ਹੈ, ਉਹਦੇ ਵਿੱਚ ਕੀ ਸੀਗੀਆਂ, ਸਟੇਜਸ ਆਫ ਐਂਬਰੀਓਚਾਨੀ ਸੀਗੀਆਂ ਇਨ ਡਾਈਕੋਟਿਲੇਡੋਨਸ ਐਂਬਰੀਓ। ਜਿਹੜਾ ਜ਼ਾਈਗੋਟ ਆ, ਜ਼ਾਈਗੋਟ 'ਤੇ ਕੀ ਬਣਦਾ, ਪਹਿਲਾਂ ਪ੍ਰੋ ਐਂਬਰੀਓ ਬਣਦਾ, ਫਿਰ ਗਲੋਬੂਲਰ, ਫਿਰ ਹਾਰਡਸ਼ਿਪ, ਫਿਰ ਮੈਚੁਰ ਐਂਬਰੀਓ ਬਣਦਾ। ਇੱਕ ਟਿਪੀਕਲ ਡਾਈਕੋਟਿਲ ਐਂਬਰੀਓ ਜਿਹੜਾ ਹੁੰਦਾ ਹੈਗਾ ਉਹਦੇ ਕੋਲ ਇੱਕ ਐਂਬਰੀਓਨਲ ਐਕਸਿਸ ਹੁੰਦੀ ਹੈ ਅਤੇ 2 ਕੋਟਿਲੇਡੋਨਸ ਹੁੰਦੇ ਆ। ਠੀਕ ਹੈ, ਜਿਹੜਾ ਪੋਰਸ਼ਨ ਐਂਬਰੀਓਨਲ ਐਕਸਿਸ ਦੇ ਉੱਪਰ ਪ੍ਰੈਜ਼ੈਂਟ ਹੁੰਦਾ ਅਬਵ ਦ ਲੈਵਲ ਆਫ ਕੋਟਿਲੇਡੋਨਸ। ਠੀਕ ਹੈ, ਲੈਵਲ ਆਫ ਕੋਟਿਲੇਡੋਨਸ ਤੋਂ ਉੱਪਰ ਵਾਲਾ ਪੋਰਸ਼ਨ ਉਹਨੂੰ ਆਪਾਂ ਕਹਿੰਦੇ ਕਿ ਐਪੀਕੋਟਾਈਲ, ਜਿਹੜਾ ਕਿ ਅੱਗੇ ਜਾ ਕੇ ਪਲੂਮਿਊਲ ਦੇ ਨਾਲ ਟਰਮੀਨੇਟ ਕਰ ਜਾਂਦਾ, ਅਤੇ ਲੈਵਲ ਆਫ ਕੋਟਿਲੇਡੋਨਸ ਤੋਂ ਨੀਚੇ ਜਿਹੜਾ ਪੋਰਸ਼ਨ ਪ੍ਰੈਜ਼ੈਂਟ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਈਪੋਕੋਟਾਈਲ, ਜਿਹੜਾ ਕਿ ਅੱਗੇ ਜਾ ਕੇ ਰੈਡੀਕਲ ਦੇ ਨਾਲ ਟਰਮੀਨੇਟ ਕਰ ਜਾਂਦਾ ਹੈਗਾ। ਠੀਕ ਹੈ, ਅਤੇ ਰੈਡੀਕਲ ਦੇ ਉੱਪਰ ਕੀ ਹੁੰਦੀ, ਰੂਟਿਪ ਹੁੰਦੀ ਹੈ, ਰੈਡੀਕਲ ਨੂੰ ਹੀ ਰੂਟਿਪ ਕਹਿੰਦੇ ਆ, ਅਤੇ ਰੈਡੀਕਲ ਨੂੰ ਕੌਣ ਕਵਰ ਕਰਦਾ ਹੈਗਾ, ਰੂਟਿਪ ਨੂੰ ਕੌਣ ਕਵਰ ਕਰਦਾ, ਰੂਟ ਕੈਪ। ਹੁਣ ਆਪਾਂ ਇੱਕ ਵਾਰੀ ਇੱਥੇ ਸਟਰਕਚਰ ਵੀ ਦੇਖ ਲੈਂਦੇ ਹਾਂ। ਸੋ ਦਿਸ ਇਜ਼ ਦ ਐਂਬਰੀਓਨਲ ਐਕਸਿਸ। ਠੀਕ ਹੈ,
ਐਮਬ੍ਰਿਓਨਲ ਐਕਸਿਸ ਆ ਐਂਡ ਦਿਸ ਇਜ਼ ਦ ਲੈਵਲ ਜਿੱਥੇ ਕੋਟਲੀਡੋਨਸ ਅਟੈਚ ਨੇ। ਮਤਲਬ ਇਹਨਾਂ ਤੋਂ ਉੱਪਰ ਵਾਲਾ ਇਹ ਵਾਲਾ ਲੈਵਲ ਜਿਹੜਾ ਹੈ, ਇਹ ਜਿਹੜੇ ਐਮਬ੍ਰਿਓਨਲ ਐਕਸਿਸ ਦਾ ਪਾਰਟ ਆ ਉਹਨੂੰ ਆਪਾਂ ਐਪੀਕੋਟਾਈਲ ਕਹਾਂਗੇ। ਐਪੀਕੋਟਾਈਲ ਅੱਗੇ ਜਾ ਕੇ ਪਲੂਮਿਊਲ ਦੇ ਵਿੱਚ ਟਰਮੀਨੇਟ ਹੋ ਗਿਆ, ਠੀਕ ਹੈ। ਅਤੇ ਉਦੋਂ ਨੀਚੇ ਵਾਲਾ ਪਾਰਟ ਜਿਹੜਾ ਹੈ ਉਹਨੂੰ ਆਪਾਂ ਹਾਈਪੋਕੋਟਾਈਲ ਕਹਾਂਗੇ, ਅਤੇ ਹਾਈਪੋਕੋਟਾਈਲ ਅੱਗੇ ਜਾ ਕੇ ਜਿਹੜਾ ਰੈਡੀਕਲ ਦੇ ਵਿੱਚ ਟਰਮੀਨੇਟ ਹੋ ਗਿਆ। ਅਤੇ ਜਿਹੜਾ ਰੈਡੀਕਲ ਆ, ਜਿਹੜੀ ਰੂਟ ਟਿਪ ਆ, ਉਹ ਕਿਹਦੇ ਨਾਲ ਕਵਰਡ ਆ, ਰੂਟ ਕੈਪ ਨਾਲ ਕਵਰਡ ਆ ਆਂਡੇ ਆਪਣੇ ਕੋਟਲੀਡੋਨਸ ਨੇ। ਹੁਣ ਆਪਾਂ ਦੇਖਦੇ ਹਾਂ ਮੋਨੋਕੋਟ ਐਮਬ੍ਰਿਓ। ਜਿਹੜਾ ਐਮਬ੍ਰਿਓ ਹੁੰਦਾ ਮੋਨੋਕੋਟ ਦਾ, ਠੀਕ ਹੈ, ਉਹਦੇ ਵਿੱਚ ਸਿਰਫ ਅਤੇ ਸਿਰਫ ਇੱਕ ਕੋਟੀਲੀਡੋਨ ਹੁੰਦੀ ਆ। ਗਰਾਸ ਫੈਮਿਲੀ ਦੀ ਜਿਹੜੀ ਕੋਟੀਲੀਡੋਨ ਹੁੰਦੀ ਆ, ਉਹ ਠੀਕ ਹੈ, ਅਤੇ ਇਹਨਾਂ ਦੇ ਵਿੱਚ ਉਹ ਜਿਹੜੀ ਕੋਟੀਲੀਡੋਨ ਉਹ ਵੀ ਵੈਸਟੀਜੀਅਲ ਹੁੰਦੀ ਆ। ਮਤਲਬ ਕੋਟੀਲੀਡੋਨ ਵੈਸੇ ਹੀ ਹੁੰਦੀ ਆ, ਉਹਦਾ ਕੋਈ ਕੰਮ ਹੁੰਦਾ ਨਹੀਂ ਹੈਗਾ ਮੋਨੋਕੋਟਸ ਦੇ ਵਿੱਚ, ਠੀਕ ਹੈ। ਟਾਈਕੋਟਸ ਦੇ ਵਿੱਚ ਤਾਂ ਉਹ ਪ੍ਰੋਵਾਈਡ ਕਰਦੀ ਆ, ਹੈ ਨਾ, ਨਿਊਟ੍ਰੀਸ਼ਨ ਪ੍ਰੋਵਾਈਡ ਕਰਦੀ ਟੂ ਸੀਡ, ਬਟ ਮੋਨੋਕੋਟਸ ਦੇ ਵਿੱਚ ਕੁਛ ਵੀ ਕੰਮ ਨਹੀਂ ਹੁੰਦਾ ਕੋਟੀਲੀਡੋਨ ਦਾ, ਠੀਕ ਹੈ। ਅਤੇ ਗਰਾਸ ਫੈਮਿਲੀ ਦੀ ਕੋਟੀਲੀਡੋਨ ਨੂੰ ਆਪਾਂ ਕਹਿੰਦੇ ਹਾਂ ਸਕਰੂਟੈਲਮ, ਜਿਹੜੀ ਕਿ ਇੱਕ ਲੇਟਰਲ ਸਾਈਡ ਦੇ ਉੱਪਰ ਪ੍ਰੈਜ਼ੈਂਟ ਹੁੰਦੀ ਹੈ, ਠੀਕ ਹੈ, ਐਮਬ੍ਰਿਓਨਲ ਐਕਸਿਸ 'ਤੇ। ਅਤੇ ਉਹਦੇ ਲੋਅਰ ਐਂਡ ਦੇ ਉੱਪਰ ਜਿਹੜੀ ਐਮਬ੍ਰਿਓਨਲ ਐਕਸਿਸ ਆ, ਉਹਦੇ ਕੋਲ ਕੀ ਹੁੰਦਾ ਹੈਗਾ, ਰੈਡੀਕਲ ਹੁੰਦਾ ਹੈਗਾ, ਰੂਟ ਕੈਪ ਹੁੰਦਾ ਹੈਗਾ। ਰੈਡੀਕਲ ਅਤੇ ਰੂਟ ਕੈਪ ਜਿਹੜੇ ਆ ਦੋਨੋਂ ਦੇ ਦੋਨੋਂ ਇੱਕ ਅਨਡਿਫਰੈਂਸ਼ੀਏਟਡ ਸ਼ੀਟ ਦੇ ਵਿੱਚ ਕਵਰਡ ਉਹ ਹੁੰਦੇ ਆ, ਯੂ ਕੈਨ ਸੇ ਐਨਕਲੋਜ਼ਡ ਹੁੰਦੇ ਆ, ਅਤੇ ਉਸ ਅਨਡਿਫਰੈਂਸ਼ੀਏਟਡ ਸ਼ੀਟ ਨੂੰ ਕਿਹਾ ਜਾਂਦਾ ਕੋਲੇਰਾਈਜ਼ਮ। ਅਤੇ ਐਮਬ੍ਰਿਓਨਲ ਐਕਸਿਸ ਦੇ ਜਿਹੜਾ ਉੱਪਰ ਵਾਲਾ ਲੈਵਲ ਹੁੰਦਾ, ਠੀਕ ਹੈ, ਅਬਵ ਦ ਲੈਵਲ ਆਫ ਦ ਅਟੈਚਮੈਂਟ ਆਫ ਦ ਸਕਰੂਟੈਲਮ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਐਪੀਕੋਟਾਈਲ, ਠੀਕ ਹੈ। ਜਿਹੜਾ ਐਪੀਕੋਟਾਈਲ ਹੈ ਉਹਦੇ ਕੋਲ ਕੀ ਹੁੰਦੀ ਆ, ਸ਼ੂਟ ਐਪੈਕਸ ਹੁੰਦਾ ਹੈਗਾ, ਅਤੇ ਕੁਝ ਲੀਫ ਪ੍ਰਾਈਮੋਰਡੀਆ ਹੁੰਦੇ ਆ, ਜਿਹੜੇ ਕਿ ਇੱਕ ਹੋਲੋ ਫੋਲੀਅਰ ਸਟਰਕਚਰ ਦੇ ਅੰਦਰ ਐਨਕਲੋਜ਼ ਹੁੰਦੇ ਆ, ਜਿਹਨੂੰ ਕਿ ਕੋਲੀਓਟਾਈਲ ਕਿਹਾ ਜਾਂਦਾ ਹੈਗਾ। ਸੋਕ ਆਫ ਫਿਊ ਸੀਡਸ ਇਨ ਵਾਟਰ, ਠੀਕ ਹੈ, ਕੁਝ ਸੀਡਸ ਨੂੰ ਵਾਟਰ ਦੇ ਵਿੱਚ ਸੋਕ ਕਰੋ, ਫਿਰ ਉਹਦੇ ਬਾਅਦ ਉਹਨਾਂ ਨੂੰ ਸਪਲਿਟ ਕਰੋ ਅਤੇ ਓਬਜ਼ਰਵ ਕਰੋ ਐਮਬ੍ਰਿਓ ਦੇ ਪਾਰਟਸ ਨੂੰ ਅਤੇ ਸੀਡ ਨੂੰ, ਓਕੇ, ਕਰਕੇ ਦੇਖਣਾ। ਸੋ ਦਿਸ ਇਜ਼ ਦ ਮੋਨੋਕੋਟ ਐਮਬ੍ਰਿਓ, ਯੂ ਕੈਨ ਸੇ। ਆਹ ਕੀ ਆ, ਇੱਥੇ ਅਟੈਚਡ ਆ, ਇਸ ਲੈਵਲ ਦੇ ਉੱਪਰ ਅਟੈਚ ਆ ਲਿਟਰਲੀ ਸਕੂਟੈਲਮ ਇਹ ਗਰਾਸ ਫੈਮਿਲੀ ਦਾ ਉਹ ਆ, ਕੀ ਕਹਿੰਦੇ ਐਮਬ੍ਰਿਓ, ਠੀਕ ਹੈ। ਆਹ ਕੀ ਆ, ਐਮਬ੍ਰਿਓਨਲ ਐਕਸਿਸ ਆ, ਠੀਕ ਹੈ। ਆਹ ਉੱਪਰ ਵਾਲਾ ਪਾਰਟ ਨੂੰ ਆਪਾਂ ਐਪੀਕੋਟਾਈਲ ਕਹਾਂਗੇ, ਅਤੇ ਐਪੀਕੋਟਾਈਲ ਦੇ ਵਿੱਚ ਆਪਣੇ ਕੋਲ ਕੀ ਦੇਖਣ ਨੂੰ ਮਿਲਿਆ, ਪਲੂਮਿਊਲ ਮਤਲਬ ਸ਼ੂਟ ਐਪੈਕਸ ਦੇਖਣ ਨੂੰ ਮਿਲਿਆ, ਅਤੇ ਸ਼ੂਟ ਐਪੈਕਸ ਕਿਹਦੇ ਵਿੱਚ ਇਨਕਲੋਜ਼ਡ ਆ, ਕੋਲੀਓਟਾਈਲ ਦੇ ਵਿੱਚ। ਨੀਚੇ ਆਪਾਂ ਨੂੰ ਦੇਖਣ ਨੂੰ ਮਿਲੇਗਾ ਰੈਡੀਕਲ, ਅਤੇ ਰੈਡੀਕਲ ਅਤੇ ਰੂਟ ਕੈਪ ਕਾਹਦੇ 'ਚ ਇਨਕਲੋਜ਼ਡ ਨੇ, ਕੋਲੀਰਾਈਜ਼ਰ ਦੇ ਵਿੱਚ, ਓਕੇ। ਨੈਕਸਟ ਇਜ਼ ਸੀਡ। ਜਿਹੜੇ ਐਂਜੀਓਸਪਰਮਸ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਸੀਡ ਆਫ ਫਾਈਨਲ ਪ੍ਰੋਡਕਟ ਹੁੰਦਾ ਸੈਕਸ਼ੂਅਲ ਰਿਪਰੋਡਕਸ਼ਨ ਦਾ, ਓਫਨ ਉਹਨੂੰ ਆਪਾਂ ਸੀਡ ਨੂੰ ਫਰਟੀਲਾਈਜ਼ਡ ਓਵਿਊਲ ਵੀ ਕਹਿ ਦਿੰਦੇ ਹਾਂ। ਸੀਡ ਜਿਹੜੇ ਆ ਉਹ ਫਰੂਟ ਦੇ ਅੰਦਰ ਬਣਦੇ ਨੇ, ਅਤੇ ਇੱਕ ਸੀਡ ਜਿਹੜਾ ਹੈ ਉਹਦੇ ਕੋਲ ਟਿਪੀਕਲ ਪਾਰਟਸ ਕਿਹੜੇ ਆ, ਸੀਡ ਕੋਟ, ਕੋਟੀਲੀਡੋਨ ਅਤੇ ਐਮਬ੍ਰਿਓਨਲ ਐਕਸਿਸ, ਠੀਕ ਹੈ। ਜਿਹੜੇ ਕੋਟੀਲੀਡੋਨਸ ਹੁੰਦੇ ਆ ਐਮਬ੍ਰਿਓ ਦੇ, ਉਹ ਕੀ ਆ, ਸਿੰਪਲ ਸਟਰਕਚਰਸ ਨੇ। ਉਹ ਕੋਟੀਲੀਡੋਨਸ ਜਿਹੜੇ ਹੁੰਦੇ ਆ ਸਿੰਪਲ ਸਟਰਕਚਰਸ ਨੇ, ਥਿਕ ਹੁੰਦੇ ਆ, ਸਪੋਲਨ ਹੁੰਦੇ ਆ, ਕਿਉਂਕਿ ਇਹਨਾਂ ਦੇ ਕੋਲ ਕੀ ਹੁੰਦੇ ਆ, ਫੂਡ ਰਿਜ਼ਰਵ ਨੂੰ ਸਟੋਰ ਕਰਕੇ ਰੱਖਦੇ ਆ, ਜਿਵੇਂ ਕਿ ਲੈਗਿਊਮਸ ਦੇ ਵਿੱਚ, ਠੀਕ ਹੈ। ਜਿਹੜੇ ਮੈਚਿਓਰ ਸੀਡਸ ਨੇ ਉਹ ਕੀ ਨੋਨ ਐਲਬੂਮਿਨਸ ਜਾਂ ਫਿਰ ਐਕਸਲ ਐਲਬੂਮਿਨਸ ਵੀ ਹੋ ਸਕਦੇ ਆ, ਮਤਲਬ ਉਹੀ ਨੋਨ ਐਂਡੋਸਪਰਮਸ ਮੋਸਟ ਆਫ ਦ ਡਾਈਕੋਟਸ ਜਿਹੜੇ ਹੁੰਦੇ ਆ। ਨੋਨ ਐਲਬੂਮਿਨਸ ਸੀਡਸ ਦੇ ਕੋਲ ਕੋਈ ਵੀ ਐਂਡੋਸਪਰਮ ਨਹੀਂ ਹੁੰਦਾ, ਕਿਉਂਕਿ ਉਹ ਕੰਪਲੀਟਲੀ ਕੰਜ਼ਿਊਮ ਹੋ ਜਾਂਦਾ ਡਿਊਰਿੰਗ ਦ ਐਮਬ੍ਰਿਓ ਡਿਵੈਲਪਮੈਂਟ, ਠੀਕ ਹੈ। ਪੀ ਗਰਾਊਂਡਨਟ ਇਹਦਾ ਐਗਜ਼ਾਮਪਲ ਆ, ਆਰਚਿਡਸ ਇਹਦਾ ਐਗਜ਼ਾਮਪਲ ਆ। ਜਿਹੜੇ ਐਲਬੂਮਿਨਸ ਸੀਡ ਹੁੰਦੇ ਆ ਉਹ ਕੀ ਆ, ਉਹਨਾਂ ਦੇ ਕੋਲ ਮਾੜਾ ਮੋਟਾ ਐਂਡੋਸਪਰਮ ਦਾ ਪਾਰਟ ਹੁੰਦਾ ਹੈਗਾ, ਕਿਉਂਕਿ ਉਹ ਕੀ ਹੈ, ਕੰਪਲੀਟਲੀ ਐਮਬ੍ਰਿਓ ਡਿਵੈਲਪਮੈਂਟ ਦੇ ਵੇਲੇ ਕੰਜ਼ਿਊਮ ਨਹੀਂ ਹੁੰਦਾ ਹੈਗਾ, ਯੂਜ਼ ਨਹੀਂ ਹੁੰਦਾ ਹੈਗਾ। ਐਗਜ਼ਾਮਪਲ ਵੀਟ, ਮੀਜ਼, ਬਾਰਲੀ, ਕੈਸਟਰ ਇਜ਼ ਅ ਡਾਈਕੋਟ, ਠੀਕ ਹੈ। ਓਕੇਸ਼ਨਲੀ ਕੁਝ ਸੀਡਸ ਦੇ ਵਿੱਚ ਜਿਵੇਂ ਕਿ ਬਲੈਕ ਪੈਪਰ ਹੋ ਗਿਆ, ਬੀਟ ਹੋ ਗਿਆ, ਠੀਕ ਹੈ, ਉਹਨਾਂ ਦੇ ਵਿੱਚ ਕੀ ਹੈ, ਨਿਊਸੈਲਸ ਦੇ ਰੈਮਨੈਂਟਸ ਵੀ ਪਰਸਿਸਟ ਕਰ ਜਾਂਦੇ ਨੇ, ਠੀਕ ਹੈ। ਹਾਲਾਂਕਿ ਜਿਹੜਾ ਨਿਊਸੈਲਸ ਹੈ ਉਹ ਕੀ ਐਮਬ੍ਰਿਓ ਸੈਕ ਦੀ ਡਿਵੈਲਪਮੈਂਟ ਵੇਲੇ ਸਾਰਾ ਕੰਜ਼ਿਊਮ ਹੋ ਜਾਂਦਾ। ਅਗਰ ਸਾਰਾ ਨਹੀਂ ਕੰਜ਼ਿਊਮ ਹੋਇਆ ਐਮਬ੍ਰਿਓ ਸੈਕ ਦੀ ਡਿਵੈਲਪਮੈਂਟ ਵੇਲੇ, ਤਾਂ ਉਹ ਕੀ ਬਾਅਦ ਦੇ ਵਿੱਚ ਫਰਟੀਲਾਈਜੇਸ਼ਨ ਤੋਂ ਬਾਅਦ ਉਹ ਡੀਜਨਰੇਟ ਕਰ ਜਾਂਦੇ ਜਿਹੜੇ ਨਿਊਸੈਲਸ ਆ, ਹੈ ਨਾ। ਨਿਊਸੈਲਸ ਡੀਜਨਰੇਟ ਕਰ ਜਾਂਦਾ, ਜਿਹੜੇ ਇੰਟੈਗਮੈਂਟਸ ਨੇ ਉਹ ਕੀ ਆ, ਸੀਡ ਕੋਟ ਦੇ ਤੌਰ 'ਤੇ ਉਹ ਗਰੋ ਹੋ ਜਾਂਦੇ ਆ, ਮਤਲਬ ਜਿਹੜੀ ਇਨਰ ਇੰਟੈਗਮੈਂਟ ਆ ਉਹ ਟੈਗਮੈਂਟ ਦੇ ਵਿੱਚ ਡਿਫਰੈਂਸ਼ੀਏਟ ਹੋ ਜਾਂਦੀ ਹੈ, ਅਤੇ ਜਿਹੜੀ ਆਊਟਰ ਇੰਟੈਗਮੈਂਟ ਆ ਉਹ ਕਨਵਰਟ ਹੋ ਜਾਂਦੀ ਹੈ ਕਿ ਟੈਸਟਾਂ ਦੇ ਵਿੱਚ, ਠੀਕ ਹੈ। ਸੀਡ ਕੋਟ ਦੇ ਜਿਹੜੇ 2 ਲੇਅਰਸ ਨੇ ਉਹਨਾਂ ਦੇ ਵਿੱਚ ਉਹ ਡਿਵੈਲਪ ਹੋ ਜਾਂਦੇ ਨੇ। ਜਿਹੜਾ ਐਮਬ੍ਰਿਓ ਸੈਕ ਆ ਉਹਦੇ ਐਂਟੀਪੋਡਲਸ ਅਤੇ ਸਾਇਨਾਈਡਸ ਡੀਜਨਰੇਟ ਹੋ ਜਾਂਦੇ ਨੇ। ਸੈਂਟਰਲ ਸੈੱਲ ਜਿਹੜਾ ਹੈ ਪ੍ਰਾਇਮਰੀ ਐਂਡੋਸਪਰਮ ਸੈੱਲ ਦੇ ਵਿੱਚ ਕਨਵਰਟ ਹੋ ਜਾਂਦਾ, ਫਿਰ ਉਹ ਐਂਡੋਸਪਰਮ ਦੇ ਵਿੱਚ ਗਰੋ ਕਰ ਜਾਂਦਾ, ਅਤੇ ਜਿਹੜਾ ਐਗ ਸੈੱਲ ਆ ਉਹ ਜ਼ੈਗੋਟ ਦੇ ਵਿੱਚ ਕਨਵਰਟ ਹੋ ਕੇ ਐਮਬ੍ਰਿਓ ਬਣਾ ਲੈਂਦਾ। ਜਿਹੜਾ ਨਿਊਸੈਲਸ ਹੈ ਉਦੋਂ ਉਹ ਡੀਜਨਰੇਟ ਹੋ ਜਾਂਦਾ, ਬਟ ਕੁਝ ਦੇ ਵਿੱਚ ਜਿਹੜਾ ਨਿਊਸੈਲਸ ਹੈ ਉਹ ਪਰਸਿਸਟ ਕਰਦਾ ਈਵਨ ਆਫਟਰ ਫਰਟੀਲਾਈਜੇਸ਼ਨ, ਠੀਕ ਹੈ। ਐਗਜ਼ਾਮਪਲ ਹੈਗਾ ਦਾ ਬਲੈਕ ਪੈਪਰ ਐਂਡ ਬੀਟ, ਠੀਕ ਹੈ। ਅਤੇ ਇਸ ਰੈਸੀਜੂਅਲ ਜਾਂ ਤੁਸੀਂ ਕਹਿ ਸਕਦੇ ਹੋ ਪਰਸਿਸਟੈਂਟ ਨਿਊਸੈਲਸ ਨੂੰ ਆਪਾਂ ਕੀ ਕਹਿੰਦੇ ਹਾਂ, ਪੈਰੀਸਪਰਮ ਕਹਿੰਦੇ ਹੈਗੇ। ਇੰਟੈਗਮੈਂਟਸ ਆਫ ਓਵਿਊਲਸ ਹਾਰਡਨ ਐਸ ਟਫ ਪ੍ਰੋਡਕਟਿਵ ਸੀਡ ਕੋਟਸ। ਜਿਹੜੇ ਓਵਿਊਲ ਦੇ ਇੰਟੈਗਮੈਂਟਸ ਹੁੰਦੇ ਆ ਉਹ ਕੀ ਹਾਰਡ ਹੋ ਜਾਂਦੇ ਨੇ, ਅਤੇ ਟਫ ਪ੍ਰੋਡਕਟਿਵ ਸੀਡ ਕੋਟਸ ਬਣਾ ਲੈਂਦੇ ਨੇ। ਜਿਹੜਾ ਮਾਈਕਰੋਪਾਈਲ ਹੈ, ਠੀਕ ਹੈ,
ਮਾਈਕਰੋਪਾਈਲ ਰਿਮੇਨਸ ਐਜ਼ ਅ ਸਮੂਲ ਪੋਰ ਇਨ ਦ ਸੀਡ ਕੋਡ। ਜਿਹੜਾ ਮਾਈਕਰੋਪਾਈਲ ਹੈ ਉਹ ਉੱਦਾਂ ਹੀ ਰਹਿੰਦਾ ਗਾ, ਠੀਕ ਹੈ। ਸੀਡ ਕੋਡ ਦੇ ਵਿੱਚ ਇੱਕ ਛੋਟੀ ਜਿਹੀ ਪੋਰ ਹੁੰਦੀ ਆ ਅਤੇ ਉਹਦਾ ਕੰਮ ਵੀ ਹੁੰਦਾ ਕਿ ਆਕਸੀਜਨ ਐਂਡ ਵਾਟਰ ਅੰਦਰ ਬਾਹਰ ਹੁੰਦਾ ਰਹੇ, ਠੀਕ ਹੈ। ਅਤੇ ਜਦੋਂ ਪਲਾਂਟਲੈਟ ਗਰੋ ਵੀ ਕਰੇ ਹੈ ਨਾ, ਜਦੋਂ ਸੀਡ ਜਰਮੀਨੇਟ ਕਰੇ ਤਾਂ ਜਿਹੜਾ ਪਲਾਂਟਲੈਟ ਆ ਉਹਦੇ ਥਰੂ ਬਾਹਰ ਵੀ ਨਿਕਲ ਆ ਸਕੇ, ਵੈਸੇ ਤਾਂ ਸੀਡ ਕੋਡ ਨੂੰ ਤੋੜ ਵੀ ਦਿੰਦਾ ਉਹ, ਠੀਕ ਹੈ। This facilitates entry of oxygen and water into the seed during germination, ठीक है। माइक्रोपाइल के थ्रू जर्मिनेशन के वेले ऑक्सीजन ते वाटर अंदर जा पाते हैं। एज द सीड मैच्योर, जिवें जिवें सीड मैच्योर होंदा तो वाटर कंटेंट जिहड़ा है रिड्यूस होंदा। सीड मैच्योर की गल करते हैं, मतलब आपां ने जर्मिनेट नहीं होया, आपां ने स्पो नहीं कीता वो, ठीक है। सीड इदां ही पिया गा, ठीक है। ਜਿਵੇਂ ਜਿਵੇਂ ਜਿਹੜਾ ਸੀਡ ਹੈ ਮੈਚੁਰ ਹੁੰਦਾ ਹੈਗਾ ਤਾਂ ਉਹਦਾ ਜਿਹੜਾ ਵਾਟਰ ਕੰਟੈਂਟ ਹੈ ਉਹ ਰਿਡਿਊਸ ਹੋ ਜਾਂਦਾ ਅਤੇ ਜਿਹੜਾ ਸੀਡ ਹੈ ਉਹ ਕੀ ਹੁੰਦਾ ਰਿਲੇਟਿਵਲੀ ਡਰਾਈ ਹੋ ਜਾਂਦਾ ਹੈਗਾ, ਠੀਕ ਹੈ। ਮਤਲਬ ਉਹਦੇ ਕੋਲ ਸਿਰਫ 10 to 15% ਮੋਇਸਚਰ ਬਚਦਾ ਹੈਗਾ ਬਾਏ ਮਾਸ, ਠੀਕ ਹੈ। ਸਿਰਫ 10% ਮੋਇਸਚਰ ਬਾਏ ਮਾਸ, ਜਿਹੜਾ ਫਿਰ ਕਿਉਂਕਿ ਵਾਟਰ ਜਿੰਨਾ ਜ਼ਿਆਦਾ ਪਾਣੀ ਹੁੰਦਾ ਨਾ ਉਨਾ ਜ਼ਿਆਦਾ ਮੈਟਾਬੋਲਿਜ਼ਮ ਰੇਟ ਹੁੰਦਾ ਹੈਗਾ। ਹੁਣ ਇਹਦੇ ਵਿੱਚ ਵਾਟਰ ਕੰਟੈਂਟ ਰਿਡਿਊਸ ਹੋ ਗਿਆ ਤਾਂ ਜਨਰਲ ਇਹਨਾਂ ਦੀ ਮੈਟਾਬੋਲਿਕ ਐਕਟੀਵਿਟੀ ਹੁੰਦੀ ਹੈ ਜਿਹੜੀ ਉਹ ਵੀ ਅੰਬਰਿਓ ਦੀ ਸਲੋ ਡਾਊਨ ਹੋ ਜਾਂਦੀ ਆ। ਅਤੇ ਜਿਹੜਾ ਅੰਬਰਿਓ ਆ ਉਹ ਕੀ ਹੈ ਡੋਰਮੈਂਸੀ ਦੀ ਜਾਂ ਤੁਸੀਂ ਕਹਿ ਸਕਦੇ ਹੋ ਇਨਐਕਟੀਵਿਟੀ ਦੀ ਸਟੇਜ ਦੇ ਵਿੱਚ ਵੀ ਐਂਟਰ ਹੋ ਸਕਦਾ ਹੈਗਾ, ਠੀਕ ਹੈ। ਬਟ ਅਗਰ ਸੁਟੇਬਲ ਕੰਡੀਸ਼ਨਸ ਪ੍ਰੈਜ਼ੈਂਟ ਨਹੀਂ, ਜਿਵੇਂ ਕਿ ਐਡਿਕੁਏਟ ਮੋਇਸਚਰ ਆਕਸੀਜਨ ਸੁਟੇਬਲ ਟੈਂਪਰੇਚਰ ਪ੍ਰੈਜ਼ੈਂਟ ਆ, ਤਾਂ ਉਹ ਜਰਮੀਨੇਟ ਵੀ ਕਰ ਸਕਦਾ। ਜਿਵੇਂ ਜਿਵੇਂ ਜਿਹੜੇ ਓਵਿਊਲਸ ਨੇ ਉਹ ਕੀ ਆ ਸੀਡਸ ਦੇ ਵਿੱਚ ਮੈਚਰ ਹੁੰਦੇ ਨੇ, ਜਿਹੜੀ ਓਵਰੀ ਆ ਫਰੂਟਸ ਦੇ ਡਿਵੈਲਪ ਹੁੰਦੀ ਆ, ਮਤਲਬ ਕਿ ਟਰਾਂਸਫੋਰਮੇਸ਼ਨ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਜਿਹੜਾ ਉਹ ਸੀਡ ਦੇ ਵਿੱਚ ਓਵਿਊਲ ਦਾ ਕਨਵਰਟ ਹੋਣਾ ਐਂਡ ਫਰੂਟ ਦੇ ਵਿੱਚ ਓਵਰੀ ਦਾ ਕਨਵਰਟ ਹੋਣਾ, ਇਹ ਦੋਨੇ ਸਾਈਮਲਟੇਨੀਅਸਲੀ ਹੁੰਦੇ ਆ, ਇਕੱਠੇ ਹੀ ਸ਼ੁਰੂ ਹੁੰਦੇ ਨੇ ਇਕੱਠੇ ਹੀ ਖਤਮ ਹੁੰਦੇ ਨੇ, ਠੀਕ ਹੈ। ਦ ਵਾਲ ਆਫ ਦ ਓਵਰੀ ਡਿਵੈਲਪਸ ਇਨਟੂ ਦ ਵਾਲ ਆਫ ਦ ਫਰੂਟ, ਓਵਰੀ ਦੀ ਵਾਲ ਫਰੂਟ ਦੀ ਵਾਲ ਦੇ ਵਿੱਚ ਡਿਵੈਲਪ ਹੋ ਜਾਂਦੀ ਆ ਅਤੇ ਫਰੂਟ ਦੀ ਵਾਲ ਨੂੰ ਆਪਾਂ ਕੀ ਕਹਿੰਦੇ ਹਾਂ ਪੈਰੀਕਾਰਪ ਕਹਿੰਦੇ ਹਾਂ। ਜਿਹੜੇ ਫਰੂਟਸ ਨੇ ਉਹ ਫਲੈਸ਼ੀ ਵੀ ਹੋ ਸਕਦੇ ਜਿਵੇਂ ਕਿ ਗਾਵਾ, ਔਰੇਂਜ, ਮੈਂਗੋ, ਠੀਕ ਹੈ। ਜਾਂ ਇਹ ਕੀ ਹੋ ਸਕਦੇ ਆ ਡਰਾਈ ਵੀ ਹੋ ਸਕਦੇ ਜਿਵੇਂ ਕਿ ਗਰਾਊਂਡਨਟ ਅਤੇ ਮਸਟਰਡ ਦੇ ਵਿੱਚ ਹੋ ਗਿਆ। ਅਤੇ ਕਾਫੀ ਸਾਰੇ ਫਰੂਟਸ ਜਿਹੜੇ ਆ ਉਹਨਾਂ ਨੇ ਕਿਹਾ ਮੈਕੈਨਿਜ਼ਮਸ ਇਵੋਲਵ ਕੀਤੇ ਹੋਏ ਨੇ ਫॉर ਡਿਸਪਰਜ਼ਲ ਆਫ ਸੀਡਸ, ਠੀਕ ਹੈ। ਮੈਨੀ ਫਰੂਟਸ ਹੈਵ ਮਤਲਬ ਕਈ ਵਾਰੀ ਹੁੰਦਾ ਕਿ ਫਰੂਟ ਜਿਹੜਾ ਇੱਕਦਮ ਬਲਾਸਟ ਹੋ ਜਾਂਦਾ ਜਿਹਦੇ ਕਰਕੇ ਨਾ ਜਿਹੜੇ ਸੀਡਸ ਨੇ ਕਾਫੀ ਦੂਰ ਦੂਰ ਤੱਕ ਡਿਸਪਰਜ਼ ਹੋ ਜਾਂਦੇ ਆ, ਠੀਕ ਹੈ। ਹੋਰ ਵੀ ਕਾਫੀ ਸਾਰੇ ਤਰ੍ਹਾਂ ਦੇ ਮੈਕੈਨਿਜ਼ਮਸ ਆਪਾਂ ਨੂੰ ਦੇਖਣ ਨੂੰ ਮਿਲਦੇ ਨੇਗੇ। ਵੀ ਕਾਲ ਦ ਕਲਾਸੀਫਿਕੇਸ਼ਨ ਆਫ ਫਰੂਟਸ ਐਂਡ ਦ ਡਿਸਪਰਸਲ ਮੈਕੈਨਿਜ਼ਮਸ ਦੈਟ ਯੂ ਸਟੱਡੀਡ ਇਨ ਅਰਲੀਅਰ ਕਲਾਸਿਸ। Is there any relationship between number of ovules in an ovary and the number of seeds present? Obviously, they are directly proportional. ਜਿੰਨੇ ਜ਼ਿਆਦਾ ਓਵਰੀ ਦੇ ਵਿੱਚ ਓਵਿਊਲ ਪ੍ਰੈਜ਼ੈਂਟ ਹੋਣਗੇ ਉਨੇ ਹੀ ਜ਼ਿਆਦਾ ਉਹਦੇ ਵਿੱਚ ਸੀਡ ਪ੍ਰੈਜ਼ੈਂਟ ਹੋਣਗੇ ਓਵਰੀ ਦੇ ਵਿੱਚ, ਸੌਰੀ ਫਰੂਟ ਦੇ ਵਿੱਚ। In most plants, by the time the fruit develops from the ovary, other floral parts degenerate, ਠੀਕ ਹੈ। most of the plants ਦੇ ਵਿੱਚ ਜਦੋਂ ਜਿਹੜਾ ਫਰੂਟ ਹੈ ਨਾ ਓਵਰੀ ਤੋਂ ਡਿਵੈਲਪ ਕਰ ਜਾਂਦਾ ਬਾਕੀ ਜਿਹੜੇ ਪਾਰਟਸ ਹੁੰਦੇ ਆ ਉਹ ਡੀਜਨਰੇਟ ਕਰ ਜਾਂਦੇ ਆ, ਜਿਵੇਂ ਕਿ ਪੈਟਲਸ, ਐਪਲ, ਥੈਲਮਸ ਐਂਡ ਆਲ ਸਾਰੇ ਪਾਰਟਸ ਜਿਹੜੇ ਆ ਡੀਜਨਰੇਟ ਕਰ। ਹਾਊਐਵਰ ਕੁਝ ਸਪੀਸ਼ੀਜ਼ ਦੇ ਵਿੱਚ ਜਿਹੜੇ ਬਾਕੀ ਪਾਰਟਸ ਨੇ ਜਿਵੇਂ ਕਿ ਥੈਲਮਸ ਹੋ ਗਿਆ, ਪੈਟਲ ਹੋ ਗਿਆ, ਸੈਪਲ ਹੋ ਗਿਆ, ਇਹ ਵੀ ਫਰੂਟ ਫਾਰਮੇਸ਼ਨ ਦੇ ਵਿੱਚ ਨਾ ਉਹ ਕਰਦੇ ਨੇ ਕੰਟਰੀਬਿਊਟ ਕਰਦੇ ਨੇ, ਠੀਕ ਹੈ। ਜਿਵੇਂ ਕਿ ਐਪਲ, ਸਟ੍ਰਾਬੇਰੀ ਅਤੇ ਕੈਸ਼ੂ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਵਿੱਚ ਜਿਹੜਾ ਫਰੂਟ ਫਾਰਮੇਸ਼ਨ ਦੇ ਵਿੱਚ ਨਾ ਥੈਲਮਸ ਵੀ ਕੰਟਰੀਬਿਊਟ ਕਰਦਾ ਹੈਗਾ ਅਤੇ ਇੱਦਾਂ ਦੇ ਫਰੂਟਸ ਨੂੰ ਫਾਲਸ ਫਰੂਟਸ ਕਹਿੰਦੇ ਆ ਆਪਾਂ, ਠੀਕ ਹੈ। ਜਿਹੜੇ ਫਰੂਟਸ ਐਂਟਾਇਰਲੀ ਓਵਰੀ ਤੋਂ ਬਣੇ ਉਹਨਾਂ ਨੂੰ ਆਪਾਂ ਟਰੂ ਫਰੂਟਸ ਕਹਿੰਦੇ ਹਾਂ, ਬਟ ਜਿਹੜੇ ਫਰੂਟਸ ਦੇ ਵਿੱਚ ਓਵਰੀ ਤੋਂ ਇਲਾਵਾ ਕੋਈ ਹੋਰ ਪਾਰਟ ਵੀ ਕੰਟਰੀਬਿਊਟ ਕਰੇ ਉਹਨਾਂ ਨੂੰ ਆਪਾਂ ਫਾਲਸ ਫਰੂਟਸ ਕਹਿੰਦੇ ਹਾਂ, ਠੀਕ ਹੈ। ਮੋਸਟ ਫਰੂਟਸ ਹੈਵ ਡਿਵੈਲਪ ਓਨਲੀ ਫਰੋਮ ਦ ਓਵਰੀ, ਠੀਕ ਹੈ। ਜਿਹੜੇ ਬਟ ਜ਼ਿਆਦਾਤਰ ਫਰੂਟਸ ਸਿਰਫ ਅਤੇ ਸਿਰਫ ਓਵਰੀ ਤੋਂ ਹੀ ਬਣਦੇ ਨੇ ਅਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ ਟਰੂ ਫਰੂਟਸ ਕਿਹਾ ਜਾਂਦਾ ਹੈਗਾ। ਆਲਦੋ ਮੋਸਟ ਆਫ ਦ ਸਪੀਸ਼ੀਜ਼ ਦੇ ਵਿੱਚ ਜਿਹੜੇ ਫਰੂਟਸ ਨੇ ਉਹ ਕੀ ਫਰਟੀਲਾਈਜੇਸ਼ਨ ਦਾ ਰਿਜ਼ਲਟ ਨੇ, ਮਤਲਬ ਫਰਟੀਲਾਈਜੇਸ਼ਨ ਹੋਣ ਤੋਂ ਬਾਅਦ ਹੀ ਫਰੂਟ ਬਣਦੇ ਨੇ, ਬਟ ਕੁਝ ਸਪੀਸ਼ੀਜ਼ ਦੇ ਵਿੱਚ ਫਰਟੀਲਾਈਜੇਸ਼ਨ ਤੋਂ ਬਿਨਾਂ ਵੀ ਫਰੂਟਸ ਬਣ ਜਾਂਦੇ ਨੇ, ਠੀਕ ਹੈ। ਲਾਈਕ ਇਨ ਬਨਾਨਾ, ਠੀਕ ਹੈ। ਬਨਾਨਾ ਦੇ ਵਿੱਚ ਤੁਹਾਨੂੰ ਸੀਡਸ ਕਿਉਂ ਨਹੀਂ ਦੇਖਣ ਨੂੰ ਮਿਲਦੇ ਕਿਉਂਕਿ ਸੀਡਸ ਆਰ ਦਾ ਰਿਜ਼ਲਟ ਆਫ ਦ ਫਰਟੀਲਾਈਜੇਸ਼ਨ, ਰਾਈਟ, ਠੀਕ ਹੈ। ਜੇ ਫਰਟੀਲਾਈਜੇਸ਼ਨ ਨਹੀਂ ਹੋਊਗੀ ਤਾਂ ਸੀਡ ਨਹੀਂ ਬਣਨਗੇ, ਰਾਈਟ। ਤਾਂ ਬਨਾਨਾ ਦੇ ਵਿੱਚ ਫਰਟੀਲਾਈਜੇਸ਼ਨ ਹੋਣ ਤੋਂ ਬਿਨਾਂ ਹੀ ਫਰੂਟ ਬਣ ਜਾਂਦਾ, ਇਸੇ ਕਰਕੇ ਉਹਦੇ ਵਿੱਚ ਸੀਡ ਨਹੀਂ ਦੇਖਣ ਨੂੰ ਮਿਲਦੇ, ਠੀਕ ਹੈ। ਸੱਚ ਫਰੂਟਸ ਆਰ ਕਾਲਡ ਪਾਰਥੀਨੋਕਾਰਪਿਕ ਫਰੂਟ, ਠੀਕ ਹੈ। ਇਹਦੇ ਫਰੂਟਸ ਆਪਾਂ ਪਾਰਥੀਨੋਕਾਰਪਿਕ ਫਰੂਟਸ ਕਹਿੰਦੇ ਹਾਂ। ਬਨਾਨਾ ਇਜ਼ ਵਨ ਸੱਚ ਐਗਜ਼ਾਮਪਲ। ਬਨਾਨਾ ਕੀ ਆ ਟਰੂ ਫਰੂਟ ਹੈ ਕਿ ਫਾਲਸ ਫਰੂਟ ਆ? ਬਨਾਨਾ ਇਜ਼ ਅ ਟਰੂ ਫਰੂਟ ਕਿਉਂਕਿ ਉਹ ਬਣਿਆ ਤਾਂ ਓਵਰੀ ਤੋਂ ਆ, ਠੀਕ ਹੈ। ਬਟ ਇਟ ਇਜ਼ ਆਲਸੋ ਅ ਪਾਰਥੀਨੋਕਾਰਪਿਕ ਫਰੂਟ ਕਿਉਂਕਿ ਉਹ ਬਿਨਾਂ ਫਰਟੀਲਾਈਜੇਸ਼ਨ ਤੋਂ ਬਣਿਆ। ਪਾਰਥੀਨੋਕਾਰਪੀ ਕੈਨ ਬੀ ਇੰਡਿਊਸਡ ਥਰੂ ਦ ਐਪਲੀਕੇਸ਼ਨ ਆਫ ਗਰੋਥ ਹਾਰਮੋਨਸ ਐਂਡ ਸੱਚ ਫਰੂਟਸ ਆਰ ਸੀਡਲੈਸ, ਠੀਕ ਹੈ। ਪਾਰਥੀਨੋਕਾਰਪੀ ਨੂੰ ਆਪਾਂ ਇੰਡਿਊਸ ਕਰ ਸਕਦੇ ਹਾਂ ਗਰੋਥ ਹਾਰਮੋਨ ਨੂੰ ਦੀ ਐਪਲੀਕੇਸ਼ਨ ਨਾਲ, ਮਤਲਬ ਗਰੋਥ ਹਾਰਮੋਨਸ ਇੰਜੈਕਟ ਕਰਕੇ ਤਾਂ ਪਾਰਥੀਨੋਕਾਰਪੀ ਕਰਾ ਸਕਦੇ ਹਾਂ। ਅਤੇ ਇੱਦਾਂ ਦੇ ਫਰੂਟਸ ਜਿਹੜੇ ਪਾਰਥੀਨੋਕਾਰਪਿਕ ਫਰੂਟਸ ਹੁੰਦੇ ਆ ਉਹ ਕੀ ਹੁੰਦੇ ਨੇ ਸੀਡਲੈਸ ਹੁੰਦੇ ਨੇ, ਓਬਵੀਅਸਲੀ ਕਿਉਂਕਿ ਉਹਨਾਂ ਦੇ ਵਿੱਚ ਫਰਟੀਲਾਈਜੇਸ਼ਨ ਹੋਣੀ ਤੋਂ ਬਿਨਾਂ ਹੀ ਫਰੂਟ ਬਣਿਆ ਹੈਗਾ ਤਾਂ ਉਹ ਸੀਡਲੈਸ ਹੀ ਹੋਣਗੇ। ਅਤੇ ਹੁਣ ਆਪਾਂ ਨੇ ਇੱਥੇ ਕੁਝ ਫਿਗਰਸ ਦਿੱਤੀਆਂ ਹੋਈਆਂ ਨੇ ਅਕੋਰਡਿੰਗਲੀ ਡਾਉਨ ਥਿਕ ਸਵੋਲਨ ਸਟਰਕਚਰਸ, ਰਿਜ਼ਰਵ ਫੂਡ ਮਟੀਰੀਅਲਸ, ਠੀਕ ਹੈ। ਅਤੇ ਵਿਚਾਰੇ ਇਹਨਾਂ ਦੀ ਮਾਈਕਰੋਪਾਈਲ ਹੁੰਦਾ ਹੈਗਾ, ਠੀਕ ਹੈ।
ਜਿਹੜਾ ਕਿ ਆਕਸੀਜਨ ਤੇ ਵਾਟਰ ਦੀ ਐਂਟਰੀ ਫੈਸਿਲਿਟੇਟ ਕਰਦਾ। ਤੇ ਉਹਦੇ ਬਾਅਦ ਆਪਣੇ ਕੋਲ ਆ ਮੋਨੋਕੋਟ ਸੀਡ ਆ, ਪਹਿਲਾਂ ਡਾਈਕੋਟ ਸੀਡ ਦੀ ਫੋਟੋ ਸੀਗੀ। ਤੇ ਇਹਦੇ ਵਿੱਚ ਆਪਣੇ ਕੋਲ ਆਹ ਕੀ ਹੈ, ਹਾਈਪੋਕੋਟਾਈਲ ਰੂਟ ਐਕਸਿਸ ਆ, ਤੇ ਉੱਪਰ ਆਪਣੇ ਕੋਲ ਹੈਗਾ ਗਾ ਯੂ ਕੈਨ ਸੇ ਸ਼ੂਟ ਐਪ। ਤੇ ਇੱਥੇ ਆਪਣੇ ਕੋਲ ਸ਼ੂਟ ਐਪੀਕਲ ਮੇਰਿਸਟਮ, ਠੀਕ ਹੈ। ਨੀਚੇ ਆਪਣੇ ਕੋਲ ਹਾਈਪੋਕੋਟਾਈਲ ਰੂਟ ਐਕਸਿਸ ਆ ਆਪਣੇ ਕੋਲ ਇੱਕ ਕੋਟਿਲੇਡਨ ਆ ਐਂਡ ਆ ਸੀਡ ਕੋਟ ਆ ਤੇ ਐਂਡੋਸਪਰਮ ਆ, ਠੀਕ ਹੈ। ਤੇ ਆਪਣੇ ਕੋਲ ਇੱਕ ਹੋਰ ਮੋਨੋਕੋਟ ਦੀ ਸੀਡ ਦੀ ਫੋਟੋ ਆ ਉਹਦਾ ਐਂਡੋਸਪਰਮ ਆ ਜਿਹੜਾ ਕਿ ਕੋਨੇ ਦੇ ਵਿੱਚ ਲੱਗਿਆ ਪਿਆ ਵਿਚਾਰਾ। ਪਰਸਿਸਟੈਂਟ ਐਂਡੋਸਪਰਮ ਆ, ਕਿਸੇ ਦੇ ਵਿੱਚ ਐਂਡੋਸਪਰਮ ਵੱਧ ਵੀ ਹੋ ਸਕਦਾ, ਕਿਸੇ ਦੇ ਵਿੱਚ ਘੱਟ ਵੀ ਹੋ ਸਕਦਾ। ਜਿਵੇਂ ਇਹਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਵੱਧ ਐਂਡੋਸਪਰਮ ਹਜੇ ਵੀ ਬਚਾ, ਬਟ ਇਹਦੇ ਵਿੱਚ ਥੋੜ੍ਹਾ ਜਿਹਾ ਆ ਬਿਲਕੁਲ, ਠੀਕ ਹੈ, ਥੋੜ੍ਹਾ ਜਿਹਾ ਵੱਧ ਹੈ। ਬਟ ਜੇ ਐਂਡੋਸਪਰਮ ਹੈਗਾ ਗਾ ਤਾਂ ਉਹ ਜਿਹੜਾ ਸੀਡ ਆ ਉਹ ਕੀ ਹੋਊਗਾ, endospermous seed, or you can say albuminous seed, or you can say ਹੋਰ ਕੀ ਨਾਮ ਹੁੰਦਾ ਤਾਂ albuminous endosperm, yes, ਠੀਕ ਹੈ। ਤੇ ਆ ਦਾ ਸੀਡ ਕੋਟ ਆ, ਠੀਕ ਹੈ। ਐਂਡ ਦਿਸ ਇਜ਼ ਦ ਰੂਟ ਟਿਪ, ਠੀਕ ਹੈ। ਤੇ ਇਹ ਹੈਗੀ ਹਾਈਪੋਕੋਟਾਈਲ ਰੂਟ ਐਕਸਿਸ। ਤੇ ਇੱਥੋਂ ਕੋਟਿਲੇਡੋਨ ਜਿਹੜਾ ਹੈ ਉਹ ਸ਼ੁਰੂ ਹੋ ਗਿਆ, ਇਸ ਲੈਵਲ ਤੋਂ ਕੋਟਿਲੇਡੋਨ ਸ਼ੁਰੂ ਹੋ ਗਿਆ, ਠੀਕ ਹੈ। ਤੇ ਆਪਣੀ ਹੈਗੀ ਹੈਗਾ ਇਹ ਸ਼ੂਟ ਐਪੀਕਲ ਮੇਰਿਸਟਮ, ਸ਼ੂਟ ਐਪੀਕਲ ਮੈਰਿਸਟਮ। ਇਹਦੇ ਵਿੱਚ ਕਾਫੀ ਸਾਰਾ ਵੱਡਾ ਕੋਟਿਲਡੋਨ ਸੀਗਾ ਤੇ ਇੱਥੋਂ ਹੀ ਸ਼ੁਰੂ ਹੋ ਗਿਆ ਸੀ। ਤੇ ਆ ਆਪਣਾ ਸੀਗਾ, ਇਸ ਕਰਕੇ ਇੱਥੇ ਆਪਣੀ ਸ਼ੂਟ ਐਪੀਕਲ ਮੇਰਿਸਟਮ ਸੀਗੀ। ਇੱਥੇ ਦੇਖੋ ਕਿੰਨਾ ਛੋਟਾ ਉਹ ਹੈ ਐਂਬਰਿਓ, ਤੇ ਇੱਥੇ ਐਂਬਰਿਓ ਫਿਰ ਵੀ ਥੋੜਾ ਮੋਟਾ ਵੱਡਾ ਤਾਂ ਹੈਗਾ ਗਾ। ਇਹ ਆਪਣਾ ਹੈਗਾ ਵੀਟ ਦਾ ਸੀਡ ਹੈ ਇਹ, ਠੀਕ ਹੈ। ਇਹਦੇ ਕੋਲ ਆਹ ਕੀ ਆ, ਪੈਰੀਕਾਰਪਾ ਫਰੂਟਫੁਲ, ਮਤਲਬ ਇਹ ਫਰੂਟ ਹੀ ਆ ਪੂਰਾ ਦਾ ਪੂਰਾ, ਸੀਡ ਨਹੀਂ ਹੈਗਾ ਇਕੱਲਾ। ਪੈਰੀਕਾਰਪ ਫਰੂਟਫੁਲ ਆ। ਤੇ ਆ ਇਹਦੇ ਵਿੱਚ ਕਿੰਨਾ ਸਾਰਾ ਐਂਡੋਸਪਰਮ ਬਚਿਆ ਪਿਆ ਹੈਗਾ, ਠੀਕ ਹੈ, ਜਿਹੜਾ ਕਿ ਕੋਨੇ ਦੇ ਵਿੱਚ ਲੱਗਿਆ ਹੋਇਆ ਹੈਗਾ। ਤੇ ਇਹ ਇੱਕ ਪ੍ਰੋਟੀਨੀਸ਼ੀਅਸ ਲੇਅਰ ਦੀ ਹੈਲਪ ਦੇ ਨਾਲ ਐਂਬਰਿਓ ਤੋਂ ਅੱਡ ਹੁੰਦਾ ਹੈਗਾ। ਪ੍ਰੋਟੀਨੀਸ਼ੀਅਸ ਲੇਅਰ ਨੂੰ ਐਲੀਅਰੋਨ ਲੇਅਰ ਕਿਹਾ ਜਾਂਦਾ ਹੈਗਾ। ਤੇ ਆ ਇੱਥੇ ਹੈਗਾ ਗਾ ਸਕੂਟੈਲਮ। ਤੇ ਆ ਕੀ ਆ, ਪੂਰਾ ਐਂਬਰਿਓ ਆ, ਐਂਬਰਿਓਨਲ ਐਕਸਿਸ ਆ, ਸਭ ਤੋਂ ਨੀਚੇ ਕੋਲੇਰਾਈਜ਼ ਆ, ਫਿਰ ਰੈਡੀਕਲ ਐਂਡ ਉੱਪਰ ਹੈਗਾ ਪਲੂਮਿਊਲ ਤੇ ਕੋਲੇਟਾਈਲ, ਠੀਕ ਹੈ। ਤੇ ਆਪਣਾ ਹੈਗਾ ਫਾਲਸ ਫਰੂਟ, ਕਿਹਦੀ ਫੋਟੋ ਆ, ਇਹ ਐਪਲ ਦੀ ਫੋਟੋ ਆ। ਆਹ ਕੀ ਆ, ਸੀਡ ਆ, ਠੀਕ ਹੈ, ਸੀਡ ਆ। ਸੀਡ ਦੇ ਵਿੱਚ ਫਰੂਟ ਬੋਲਸ ਵੀ ਹੈਗੀਆਂ ਨੇ, ਅੰਦਰ ਵਾਲੀ ਐਂਡੋਕਾਰਪ ਹੋ ਗਈ, ਵਿਚਾਲੇ ਵਾਲੀ ਮੀਜ਼ੋਕਾਰਪ ਹੋ ਗਈ, ਠੀਕ ਹੈ। ਜਿਹੜੀ ਇੱਥੇ ਚਿੱਟੀ ਨਹੀਂ ਹੁੰਦੀ, ਥੋੜੀ ਕਰਡੀ ਹੁੰਦੀ ਆ, ਉਹ ਮੀਜ਼ੋਕਾਰਪ ਹੁੰਦੀ ਆ, ਠੀਕ ਹੈ। ਐਂਡ ਬਾਕੀ ਸਾਰਾ ਜਿਹੜਾ ਚੀਜ਼ ਆਪਾਂ ਮੇਨਲੀ ਖਾਂਦੇ ਆ ਐਪਲ ਦੀ, ਉਹ ਚੀਜ਼ ਕਾਹਦੀ ਬਣੀ ਹੁੰਦੀ ਆ, ਡੈਟ ਇਜ਼ ਮੇਡ ਆਫ ਦਾ ਥੈਲੇਮਸ। ਤੇ ਆਹ ਵੀ ਆਪਣਾ ਜਿਹੜਾ ਸਟ੍ਰਾਬੇਰੀ ਆ ਉਹ ਵੀ ਥੈਲੇਮਸ ਦਾ ਬਣਿਆ ਹੋਇਆ। ਇਹਦੇ ਬੀਜ ਕਿਹੜੇ ਹੁੰਦੇ ਨੇ, ਬਾਹਰਲੇ ਬੀਜ ਹੁੰਦੇ ਨੇ, ਠੀਕ ਹੈ। ਦੇਖੋ ਕਿੱਦਾਂ ਦੀ ਆ, ਠੀਕ ਹੈ, ਕਿਸੇ ਆਹ ਦੋਨੇ ਹੀ ਸੇਮ ਚੀਜ਼ ਦਾ ਬਣਿਆ, ਓਵਰੀ ਤੇ ਥੈਲੇਮਸ ਦਾ ਬਣਿਆ ਹੈ ਨਾ। ਇਹਦੇ ਵਿੱਚ ਥੈਲੇਮਸ ਬਾਹਰ ਆ, ਓਵਰੀ ਅੰਦਰ ਆ, ਓਵਰੀ ਦਾ ਪਾਰਟ, ਠੀਕ ਹੈ। ਇਹਦੇ ਵਿੱਚ ਓਵਰੀ ਵਾਲਾ ਪਾਰਟ ਬਾਹਰ ਆ, ਥੈਲੇਮਸ ਅੰਦਰ ਆ, ਕਿੰਨਾ ਕੁਛ ਅਲੱਗ ਅਲੱਗ ਦੇਖਣ ਨੂੰ ਮਿਲਦਾ। ਸੀਡਸ ਜਿਹੜੇ ਆ ਉਹ ਕੀ ਸੈਵਰਲ ਐਡਵਾਂਟੇਜਸ ਪ੍ਰੋਵਾਈਡ ਕਰਦੇ ਨੇ ਐਂਜੋਸਪਰਮਸ ਦੇ ਵਿੱਚ। ਫਸਟਲੀ ਕਿਉਂਕਿ ਜਿਹੜੇ ਰੀਪਰੋਡਕਟਿਵ ਸਟਰਕਚਰ ਜਿਵੇਂ ਕਿ ਪੋਲੀਨੇਸ਼ਨ ਫਰਟੀਲਾਈਜੇਸ਼ਨ ਉਹ ਕੀ ਆ, ਵਾਟਰ ਤੋਂ ਇੰਡੀਪੈਂਡੈਂਟ ਨਹੀਂ। ਸੀਡ ਫਾਰਮੇਸ਼ਨ ਜਿਹੜੀ ਆ ਮੋਰ ਡਿਪੈਂਡੇਬਲ ਆ ਵਾਟਰ ਦੇ ਉੱਪਰ, ਕਿਉਂਕਿ ਇਹਦੇ ਜਿਹੜੇ ਸੀਡਸ ਨੇ ਉਹਨਾਂ ਦੇ ਕੋਲ ਬੈਟਰ ਅਡੈਪਟਿਵ ਸਟ੍ਰੈਟੇਜੀਸ ਨੇ ਫॉर ਡਿਸਪਰਸਲ ਟੂ ਨਿਊ ਹੈਬਿਟੈਟਸ ਤੇ ਐਂਡ ਹੈਲਪ ਦ ਸਪੀਸ਼ੀਜ਼ ਟੂ ਕਲੋਨਾਈਜ਼ ਇਨ ਅਦਰ ਏਰੀਆਸ, ਠੀਕ ਹੈ। ਜਿਹੜੇ ਸੀਡਸ ਨੇ ਉਹ ਅਲੱਗ ਅਲੱਗ ਤਰ੍ਹਾਂ ਦੇ ਨਾਲ ਹਵਾ ਥਰੂ, ਵਿੰਡ ਥਰੂ, ਐਨੀਮਲਸ ਦੇ ਨਾਲ ਲੱਗ ਕੇ ਉਹਨਾਂ ਦੀ ਬੋਡੀ ਦੇ ਵਿੱਚ ਚਿਪਕ ਕੇ, ਠੀਕ ਹੈ, ਦੂਜੀ ਜਗ੍ਹਾ ਤੱਕ ਪਹੁੰਚ ਸਕਦੇ ਆ। ਇੱਦਾਂ ਵੀ ਪਹੁੰਚ ਸਕਦੇ ਆ, ਲਾਈਕ ਜਿੱਦਾਂ ਪਿੱਪਲ ਹੁੰਦਾ ਹੈ ਨਾ, ਪਿੱਪਲ ਦੇ ਵਿੱਚ ਕੀ ਹੁੰਦਾ ਨਾ, ਪਿੱਪਲ ਦੇ ਬੀਜ ਗਲੈਰੀਆਂ ਮੀਨਸ ਸਕੁਇਲਸ ਇੱਦਾਂ ਦੇ ਐਨੀਮਲ ਖਾ ਲੈਂਦੇ ਆ, ਠੀਕ ਹੈ, ਪਰ ਉਹਨਾਂ ਦੇ ਡਾਈਜੈਸਟ ਹੁੰਦੇ ਨਹੀਂ, ਫਿਰ ਉਹ ਕਿਤੇ ਐਕਸਕਰੀਟ ਕਰ ਜਾਂਦੇ ਆ, ਠੀਕ ਹੈ। ਅਤੇ ਜਿੱਥੇ ਐਕਸਕਰੀਟ ਕਰਦੇ ਉੱਥੇ ਪਿੱਪਲ ਉਗਾਉਂਦਾ। ਦਿਸ ਇਜ਼ ਆਲਸੋ ਸੀਡ ਡਿਸਪਰਸਲ ਟੈਕਨੀਕ, ਠੀਕ ਹੈ। ਅਤੇ ਉਹ ਨਵੇਂ ਹੈਬੀਟੈਟਸ ਤੱਕ ਪਹੁੰਚ ਸਕਦੇ ਆ ਅਤੇ ਦੂਜੀ ਸਪੀਸ਼ੀਜ਼ ਨੂੰ ਦੂਜੀ ਜਗ੍ਹਾ ਦੇ ਉੱਪਰ ਕੋਲੋਨਾਈਜ਼ ਕਰਨ ਦੇ ਵਿੱਚ ਹੈਲਪ ਕਰਦੇ ਦੂਜੀ ਏਰੀਆਜ਼ ਦੇ ਵਿੱਚ, ਐਜ਼ ਦੇ ਹੈਵ ਸਫੀਸ਼ੀਐਂਟ ਫੂਡ ਰਿਜ਼ਰਵਡ, ਠੀਕ ਹੈ। ਜਿਵੇਂ ਕਿ ਬਹੁਤ ਫੂਡ ਰਿਜ਼ਰਵ ਹੁੰਦੇ ਆ ਸੀਡ ਦੇ ਕੋਲ। ਜਿਹੜੇ ਯੰਗ ਸੀਡਲਿੰਗਸ ਹੁੰਦੇ ਆ ਉਹ ਕੀ ਆ, ਨਰਿਸ਼ਡ ਹੁੰਦੇ ਆ ਅੰਟਿਲ ਦੇ ਆਰ ਕੈਪੇਬਲ ਆਫ ਫੋਟੋਸਿੰਥੇਸਿਸ ਔਨ ਦੇਅਰ ਓਨ, ਠੀਕ ਹੈ। ਜਦੋਂ ਤੱਕ ਜਿਹੜੇ ਸੀਡ ਜਰਮੀਨੇਟ ਕਰਕੇ ਆਪ ਫੋਟੋਸਿੰਥੇਸਾਈਜ਼ ਨਾ ਕਰ ਸਕੇ ਉਦੋਂ ਤੱਕ ਜਿਹੜੇ ਸੀਡਲਿੰਗਸ ਨੇ ਉਹਨਾਂ ਨੂੰ ਨਰਿਸ਼ਮੈਂਟ ਪ੍ਰੋਵਾਈਡ ਕੀਤੀ ਜਾਂਦੀ ਆ ਬਾਏ ਦ ਕੋਟਿਲੇਡੋਨਸ, ਠੀਕ ਹੈ। ਦ ਹਾਰਡ ਸੀਡ ਕੋਟ ਪ੍ਰੋਵਾਈਡ ਪ੍ਰੋਟੈਕਸ਼ਨ ਟੂ ਦਾ ਯੰਗ ਐਂਬਰਿਓ। ਜਿਹੜਾ ਹਾਰਡ ਸੀਡ ਕੋਟ ਹੁੰਦਾ ਹੈਗਾ ਉਹ ਕੀ ਯੰਗ ਐਂਬਰਿਓ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈਗਾ, ਠੀਕ ਹੈ। ਅਤੇ ਕਿਉਂਕਿ ਜਿਹੜੇ ਸੀਡਸ ਨੇ
ਉਹ ਕੀ ਹੈ, ਸੈਕਸ਼ੂਅਲ ਰਿਪਰੋਡਕਸ਼ਨ ਦਾ ਹੀ ਪ੍ਰੋਡਕਟ ਨੇ, ਸੈਕਸ਼ੂਅਲ ਰਿਪਰੋਡਕਸ਼ਨ ਲਈ ਤਾਂ ਇਹ ਸੀਡਸ ਬਣੇ ਆ। ਠੀਕ ਹੈ, ਇਸ ਕਰਕੇ ਆਪਾਂ ਕਹਿ ਸਕਦੇ ਹੋਏ ਕੀ ਆ, ਨਵੇਂ ਜੈਨੇਟਿਕ ਕੰਬੀਨੇਸ਼ਨਸ ਹੁੰਦੇ ਜਿਹਦੇ ਕਰਕੇ ਆਪਾਂ ਨੂੰ ਵੇਰੀਏਸ਼ਨਸ ਦੇਖਣ ਨੂੰ ਮਿਲਦੀਆਂ ਨੇ। ਸੀਡ ਇਜ਼ ਦਾ ਬੇਸਿਸ ਆਫ ਆਰ ਐਗਰੀਕਲਚਰ। ਠੀਕ ਹੈ, ਸੀਡ ਆਪਣੇ ਐਗਰੀਕਲਚਰ ਦੀ ਬੇਸਿਸ ਹੁੰਦੇ ਆ। Dehydration and dormancy of mature seeds are crucial for storage of seeds which can be used as food throughout the year and also to raise a crop in next season। ਕੁਝ ਸੀਡ ਦੇ ਕੈਰੈਕਟਰਿਸਟਿਕਸ ਜਿਹੜੇ ਆਪਾਂ ਨੂੰ ਮਿਲਦੇ ਨੇ ਹੈ ਨਾ ਨੈਚੁਰਲੀ, ਬਹੁਤ ਜ਼ਿਆਦਾ ਆਪਣੇ ਲਈ ਜ਼ਰੂਰੀ ਵੀ ਨੇ। ਠੀਕ ਹੈ, ਜਿਵੇਂ ਕਿ ਡੀਹਾਈਡਰੇਸ਼ਨ ਹੋਣੀ, ਕਿਉਂਕਿ ਜੇ ਡੀਹਾਈਡਰੇਸ਼ਨ ਨਹੀਂ ਹੋਊਗੀ, ਕਾਫੀ ਜ਼ਿਆਦਾ ਪਾਣੀ ਪੈ ਰਹੂਗਾ ਤਾਂ ਸੀਡ ਗਲ ਸੜ ਜਾਣਗੇ, ਲੰਬੇ ਸਮਾਂ ਨਹੀਂ ਕੱਟਣਗੇ ਹੈ ਨਾ, ਅਤੇ ਇਹ ਆਪਣੇ ਲਈ ਹਾਨੀਕਾਰਕ ਆ। ਠੀਕ ਹੈ, ਕਿਉਂਕਿ ਆਪਾਂ ਸੀਡਸ ਨੂੰ ਲਾਈਕ ਫਰੂਟ ਲਾਈਕ ਵੀਟ ਰਾਈਸ ਹੋ ਗਿਆ, ਉਹਨਾਂ ਨੂੰ ਆਪਾਂ ਐਜ਼ ਅ ਫੂਡ ਵੀ ਕੰਜ਼ਿਊਮ ਕਰਦੇ ਹਾਂ ਐਂਡ ਆਲਸੋ ਨੈਕਸਟ ਸੀਜ਼ਨ ਦੇ ਵਿੱਚ ਆਪਾਂ ਉਹਨਾਂ ਨੂੰ ਸੋ ਵੀ ਕਰਦੇ ਹਾਂ। ਅਗਰ ਉਹ ਪਹਿਲਾਂ ਹੀ ਗਲ ਸੜ ਜਾਣਗੇ ਤਾਂ ਉਹ ਨੈਕਸਟ ਸੀਜ਼ਨ ਤੱਕ ਕਿੱਦਾਂ ਬਚਣਗੇ ਹੈ ਨਾ। ਐਂਡ ਡੋਰਮੈਂਸੀ ਵੀ, ਠੀਕ ਹੈ, ਡੋਰਮੈਂਸੀ ਨਾਲ ਕਾਫੀ ਜ਼ਿਆਦਾ ਹੈਲਪ ਕਰਦੀ ਹੈ ਕਿ ਡੋਰਮੈਂਸੀ ਕਾਰਨ ਉਹਦਾ ਮੈਟਾਬੋਲਿਜ਼ਮ ਬਹੁਤ ਸਲੋ ਹੁੰਦਾ ਅਤੇ ਉਹ ਯੂ ਕੈਨ ਸੇ ਨਰਿਸ਼ਮੈਂਟ ਦੀ, ਉਹਨੂੰ ਨਿਊਟ੍ਰੀਸ਼ਨ ਦੀ ਲੋੜ ਨਹੀਂ ਪੈਂਦੀ, ਤਾਂ ਕਰਕੇ ਉਹ ਵਿਦਆਊਟ ਕੋਈ ਐਕਸਟਰਨਲ ਸੋਰਸ ਜਿਉ ਪਾਉਂਦਾ ਹੈ ਨਾ ਲੰਮਾ ਸਮਾਂ, ਇਸ ਕਰਕੇ ਉਹ ਨੈਕਸਟ ਸੀਜ਼ਨ ਤੱਕ ਆਪਦੇ ਆਪ ਨੂੰ ਤਕੜਾ ਰੱਖ ਪਾਉਂਦਾ ਹੈ ਨਾ, ਅਤੇ ਆਪਾਂ ਜਿਸ ਕਰਕੇ ਸਟੋਰ ਕਰ ਸਕਦੇ ਹਾਂ ਸੀਡਸ ਨੂੰ। ਅਤੇ ਕੈਨ ਯੂ ਇਮੇਜਿਨ ਐਗਰੀਕਲਚਰ ਇਨ ਦ ਐਬਸੈਂਸ ਆਫ ਸੀਡਸ। ਕੀ ਤੁਸੀਂ ਸੀਡਸ ਤੋਂ ਬਿਨਾਂ ਐਗਰੀਕਲਚਰ ਨੂੰ ਇਮੇਜਿਨ ਕਰ ਸਕਦੇ ਹੋ? ਨੋ ਵੀ ਕਾਂਟ। ਸੀਡਸ ਤੋਂ ਬਿਨਾਂ ਨਵਾਂ ਗਰੋਪ ਕਿੱਦਾਂ ਉੱਗੂਗਾ? ਸਾਰਾ ਕੁਝ ਵੈਜੀਟੇਟਿਵਲੀ ਤਾਂ ਰਿਪਰੋਡਿਊਸ ਨਹੀਂ ਹੁੰਦਾ। ਐਂਡ ਇਨ ਦ ਪ੍ਰੈਜ਼ੈਂਸ ਆਫ ਸੀਡਸ ਦੈਟ ਕੁਡ ਨਾਟ ਜਰਮੀਨੇਟ ਸਟ੍ਰੇਟ ਅਵੇ। ਠੀਕ ਹੈ, ਜਾਂ ਫਿਰ ਇਹੋ ਜਿਹੇ ਸੀਡਸ ਦੇ ਪ੍ਰੈਜ਼ੈਂਸ ਵਿੱਚ ਜਿਹੜੇ ਉਹਦੀ ਜਨਰੇਟ ਕਰਨ ਨਹੀਂ, ਕਿਉਂਕਿ ਉਹਦੀ ਪਹਿਲੀ ਗੱਲ ਤਾਂ ਫੇਵਰੇਬਲ ਕਲਾਈਮੇਟ ਵੀ ਨਹੀਂ ਪ੍ਰੈਜ਼ੈਂਟ ਹੁੰਦਾ। ਜਦੋਂ ਹੀ ਆਪਾਂ ਹਾਰਵੈਸਟ ਕਰ ਲਾਈਕ ਝੋਨਾ ਹਾਰਵੈਸਟ ਕਰਿਆ ਤਾਂ ਹੁਣ ਝੋਨੇ ਨੂੰ ਕਲਟੀਵੇਟ ਕਰਨ ਲਈ ਫੇਵਰੇਬਲ ਕਲਾਈਮੇਟ ਵੀ ਨਹੀਂ ਹੈ। ਹੁਣ ਆਪਾਂ ਝੋਨਾ ਤਾਂ ਨਹੀਂ ਬੀਜਾਂਗੇ ਹੈ ਨਾ, ਜੇ ਨੈਕਸਟ ਸੀਜ਼ਨ ਤੱਕ ਨਹੀਂ ਕੱਟੂਗਾ ਤਾਂ ਫਿਰ ਆਪਾਂ ਕਿੱਦਾਂ ਐਗਰੀਕਲਚਰ ਨੂੰ ਇਮੇਜਿਨ ਕਰ ਪਾਵਾਂਗੇ। ਹਾਊ ਲੌਂਗ ਡੂ ਦ ਸੀਡਸ ਰਿਮੇਨ ਅਲਾਈਵ ਆਫਟਰ ਦੇ ਆਰ ਡਿਸਪਰਸਡ। ਕਿੰਨਾ ਚਿਰ ਜਿਹੜੇ ਸੀਡ ਆ ਉਹ ਅਲਾਈਵ ਰਹਿੰਦਾ, ਇਹ ਵੇਰੀ ਕਰਦਾ ਹੈ ਨਾ, ਕਿਸੇ ਦੇ ਵਿੱਚ ਕੁਝ ਮਹੀਨੇ ਰਹਿੰਦਾ, ਕਿਸੇ ਦੇ ਵਿੱਚ 10-10 ਹਜ਼ਾਰ ਵੀ ਸਾਲ ਵੀ ਰਹਿ ਲੈਂਦਾ ਗਾ ਜਿਹੜਾ ਸੀਡ ਆ। ਦਿਸ ਪੀਰੀਅਡ ਅਗੇਨ ਵੇਰੀਜ਼ ਗ੍ਰੇਟਲੀ। ਠੀਕ ਹੈ, ਇਹ ਪੀਰੀਅਡ ਗ੍ਰੇਟਲੀ ਵੇਰੀ ਕਰਦਾ ਹੈਗਾ। ਇਨ ਅ ਫਿਊ ਸਪੀਸ਼ੀਜ਼ ਦਾ ਸੀਡਸ ਲੋਸ ਵਾਇਬਿਲਿਟੀ ਇਨ ਹਿਊਮਨਸ। ਕੁਝ ਸਪੀਸ਼ੀਜ਼ ਦੇ ਵਿੱਚ ਕੁਝ ਮਹੀਨੇ ਹੀ ਰਹਿ ਪਾਉਂਦੇ ਆ ਜਿਹੜਾ ਸੀਡ ਆ। ਠੀਕ ਹੈ, ਅਤੇ ਕੁਝ ਸੀਡਸ ਦੇ ਕੁਝ ਮਹੀਨਿਆਂ ਦੇ ਬਾਅਦ ਹੀ ਵਾਇਬਿਲਿਟੀ ਲੋਸ ਕਰਦਾ, ਮਤਲਬ ਕੁਝ ਮਹੀਨੇ ਟੱਪ ਕੇ ਉਦੋਂ ਬਾਅਦ ਜੇ ਤੁਸੀਂ ਉਹਨੂੰ ਸੋ ਕਰੋਗੇ ਤਾਂ ਉਹ ਜਰਮੀਨੇਟ ਨਹੀਂ ਕਰੂਗਾ। ਠੀਕ ਹੈ, ਐਂਡ ਸੀਡਸ ਆਫ ਲਾਰਜ ਨੰਬਰ ਆਫ ਸਪੀਸ਼ੀਜ਼ ਦੇ ਜਿਹੜੇ ਸੀਡਸ ਨੇ ਉਹ ਕੀ ਆ ਸੈਵਰਲ ਈਅਰਸ ਤੱਕ ਰਹਿੰਦੇ ਨੇ। ਕੁਝ ਜਿਹੜੇ ਆ ਉਹ 100 ਸਾਲਾਂ ਤੱਕ ਵੀ ਰਹਿ ਪਾਉਂਦੇ ਨੇ। ਕਾਫੀ ਰਿਕਾਰਡਸ ਵੀ ਨੇ। ਠੀਕ ਹੈ, ਇੱਦਾਂ ਦੀ ਓਲਡੈਸਟ ਰਿਕਾਰਡ ਹੈਗਾ ਗਾ ਲਿਊਪਾਈਨ ਦਾ। ਲਿਊਪਾਈਨਸ ਆਰਕਟਿਕਸ ਜਿਹੜਾ ਕਿ ਆਰਕਟਿਕ ਤੁੰਦਰਾ ਤੋਂ ਐਕਸਕੇਵੇਟ ਕੀਤਾ ਗਿਆ ਸੀਗਾ। ਉਹ ਦੇਖਿਆ ਗਿਆ ਸੀ ਕਿ ਉਹ 10,000 ਸਾਲਾਂ ਬਾਅਦ ਲੱਭਿਆ, ਅਤੇ 10,000 ਸਾਲਾਂ ਬਾਅਦ ਜਦੋਂ ਉਹਨੂੰ ਬੋ ਕੇ ਦੇਖਿਆ, ਬੀਜ ਕੇ ਦੇਖਿਆ, ਤਾਂ ਫਿਰ ਵੀ ਉਹ 'ਚੋਂ 10,000 ਸਾਲਾਂ ਤੋਂ ਬਾਅਦ 10,000 ਸਾਲਾਂ ਤੋਂ ਇੱਦਾਂ ਪਿਆ ਹੋਣ ਦੇ ਬਾਵਜੂਦ ਵੀ ਉਹ 'ਚੋਂ ਕੀ ਆ ਪਲਾਂਟ ਜਰਮੀਨੇਟ ਹੋ ਗਿਆ। ਠੀਕ ਹੈ, ਜਰਮੀਨੇਟ ਹੋ ਕੇ ਉਹਨੇ ਪਲਾਂਟ ਬਣਾਇਆ। ਠੀਕ ਹੈ, ਅਤੇ ਇੱਕ ਰੀਸੈਂਟ ਰਿਕਾਰਡ ਹੈਗਾ 2000 ਈਅਰ ਓਲਡ ਵਾਇਬਲ ਸੀਡ ਦਾ, ਜਿਹੜਾ ਕਿ ਫਿਨਿਕਸ ਟੈਕਟਾਈਲੀਫੈਰਾ ਡੇਟ ਪਾਮ ਦਾ ਲੱਭਿਆ ਗਿਆ ਸੀ ਫਰੋਮ ਦ ਕਿੰਗ ਹੈਰੋਡਸ ਪੈਲੇਸ ਡਿਊਰਿੰਗ ਐਕਸਕੇਵੇਸ਼ਨ ਨੀਅਰ ਦ ਡੈਡ ਸੀ। ਠੀਕ ਹੈ, ਆਰਕੋਲੋਜੀਕਲ ਐਕਸਕੇਵੇਸ਼ਨ, ਅਤੇ ਉਹ ਵੀ 2000 ਸਾਲਾਂ ਬਾਅਦ ਕੀ ਹੈ ਜਰਮੀਨੇਟ ਕੀਤਾ। ਠੀਕ ਹੈ, ਉੱਥੇ ਹੀ ਪਤਾ ਲੱਗਿਆ ਕਿ ਉਹ ਵਾਇਬਲ ਆ। ਠੀਕ ਹੈ, ਜਦੋਂ ਜਰਮੀਨੇਟ ਨਾ ਕਰਦਾ ਤਾਂ ਆਪਾਂ ਕਹਿ ਸਕਦੇ ਸੀ ਵਾਇਬਲ ਨਹੀਂ ਹੈਗਾ। After completing a brief account of sexual reproduction of flowering plants, it would be worth attempting to comprehend the enormous reproductive capacity of some flowering plants। ਠੀਕ ਹੈ, ਆਪਾਂ ਨੂੰ ਪਤਾ ਕਿ ਕਿੰਨੇ ਫਲਾਵਰਿੰਗ ਪਲਾਂਟਸ ਦੇ ਕੋਲ ਕਿੰਨੀ ਰਿਪਰੋਡਕਟਿਵ ਕੈਪੈਸਿਟੀ ਆ। ਫਸਟ ਆਫ ਆਲ ਇੱਕ ਪਲਾਂਟ ਦੇ ਉੱਪਰ ਕਿੰਨੇ ਜ਼ਿਆਦਾ ਫਲਾਵਰ ਲੱਗਦੇ ਆ ਹੈ ਨਾ, ਫਿਰ ਇੱਕ ਫਲਾਵਰ ਦੇ ਅੰਦਰ ਵੀ ਕਿੰਨੀ ਜ਼ਿਆਦਾ ਓਵਰੀਜ਼ ਹੁੰਦੀਆਂ ਨੇ, ਅਤੇ ਇੱਕ ਓਵਰੀ ਦੇ ਅੰਦਰ ਵੀ ਕਿੰਨੀ ਜ਼ਿਆਦਾ ਓਵਰੀਜ਼ ਹੁੰਦੀਆਂ, ਅਤੇ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿੰਨੇ ਜ਼ਿਆਦਾ ਉਹ ਅੱਗੇ ਸੀਡਸ ਬਣਾ ਸਕਦੇ ਆ। ਓ ਮਾਈ ਗॉड। ਠੀਕ ਹੈ, ਕੈਨ ਯੂ ਥਿੰਕ ਆਫ ਪਲਾਂਟਸ ਇਨ ਵਿਚ fruit contain very large number of seeds। ठीक है, हाँ, watermelon, papaya, orchid fruits are one such category। orchid is the example है, and each fruit contains thousands of tiny seeds। ਤੇ ਹਰੇਕ fruit ਦੇ ਅੰਦਰ ਕੀ ਹੁੰਦੇ ਨੇ ਹਜ਼ਾਰਾਂ ਹੀ tiny seeds ਹੁੰਦੇ ਆ। Similar is the case in fruits of some parasitic species such as Orobanche and Strega। ਠੀਕ ਹੈ, ਤੇ similar ਹੈਗਾ ਗਾ Orobanche ਅਤੇ Strega ਦੇ ਵਿੱਚ। Orobanche ਅਤੇ Strega ਕੀ ਨੇ ਹੈਗੀਆਂ ਇਹ parasitic species ਨੇ, parasitic plants ਨੇ ਇਹ। ਠੀਕ ਹੈ, ਬਟ ਇਹਨਾਂ ਦੇ ਵਿੱਚ ਵੀ ਇੱਕ ਫਰੂਟ ਦੇ ਵਿੱਚ ਆਪਾਂ ਨੂੰ ਕਾਫੀ ਸਾਰੇ ਸੀਡਸ ਦੇਖਣ ਨੂੰ ਮਿਲਦੇ ਨੇਗੇ। ਠੀਕ ਹੈ, ਅਤੇ ਕਦੇ ਤੁਸੀਂ ਛੋਟਾ ਜਿਹਾ ਸੀਡ ਦੇਖਿਆ ਗਾ ਫਾਈਕਸ ਦਾ, ਫਾਈਕਸ ਦਾ ਟਰੀ ਕਿੱਡਾ ਵੱਡਾ ਹੁੰਦਾ ਗਾ। ਠੀਕ ਹੈ,
ਤੇ ਫਾਈਕਸ ਦਾ ਟਰੀ ਕਿੰਨੇ ਹੀ ਕਰੋੜਾਂ ਸੀਡਸ ਉਗਾਉਂਦਾ, ਰਾਈਟ। ਕੈਨ ਯੂ ਇਮੇਜਿਨ ਐਨੀ ਅਦਰ ਸੱਚ ਐਗਜ਼ਾਮਪਲ? ਹਾਂ, ਹੋਰ ਵੀ ਕਾਫੀ ਸਾਰੇ ਐਗਜ਼ਾਮਪਲਸ ਨੇ ਜਿਨ੍ਹਾਂ ਦੇ ਵਿੱਚ ਟਰੀ ਬਹੁਤ ਵੱਡਾ, ਸੀਡ ਬਹੁਤ ਛੋਟਾ, ਅਤੇ ਇੱਕ ਟਰੀ ਦੇ ਉੱਪਰ ਬਹੁਤ ਸਾਰੇ ਸੀਡਸ ਲੱਗਦੇ ਹੋਣ। ਨੈਕਸਟ ਲਾਸਟ ਟੋਪਿਕ ਆਫ ਦ ਚੈਪਟਰ ਇਜ਼ ਐਪੋਮਿਕਸਿਸ ਐਂਡ ਪੋਲੀਅਮਬ੍ਰੋਨੀ। ਆਲ ਦੋ ਸੀਡਸ ਜਿਹੜੇ ਆ ਉਹ ਕੀ ਆ, ਫਰਟੀਲਾਈਜੇਸ਼ਨ ਦਾ ਪ੍ਰੋਡਕਟ ਹੁੰਦੇ ਆ। ਕੁਝ ਫਲਾਵਰਿੰਗ ਪਲਾਂਟਸ, ਕੁਝ ਸਪੀਸ਼ੀਜ਼ ਦੇ ਵਿੱਚ, ਜਿਵੇਂ ਕਿ ਐਸਟਰੇਸ਼ੀਏ ਅਤੇ ਗ੍ਰਾਸਿਸ, ਹੈ ਨਾ, ਉਹਨਾਂ ਨੇ ਸਪੈਸ਼ਲ ਮੈਕੈਨਿਜ਼ਮ ਕੀ ਕੀਤਾ ਹੋਏਗਾ, ਇਵੋਲਵ ਕੀਤਾ ਹੋਏਗਾ, ਜਿਹਦੇ ਵਿੱਚ ਉਹ ਸੀਡਸ ਪ੍ਰੋਡਿਊਸ ਕਰਦੇ ਨੇ ਵਿਦਾਊਟ ਦ ਫਰਟੀਲਾਈਜੇਸ਼ਨ। ਅਤੇ ਇਸ ਮੈਕੈਨਿਜ਼ਮ ਨੂੰ ਆਪਾਂ ਕਹਿੰਦੇ ਹਾਂ ਐਪੋਮਿਕਸਿਸ। ਉਹਦੇ ਵਿੱਚ ਕੀ ਹੁੰਦਾ, ਨਿਊਸੈਲਰ ਸੈੱਲ ਜਿਹੜਾ ਆ, ਇੱਕ ਸੈੱਲ ਮੈਗਾਸਪੋਰ ਮਦਰ ਸੈੱਲ ਦੀ ਇੰਟਰੈਕਟ ਕਰਦਾ, ਮੈਗਾਸਪੋਰ ਮਦਰ ਸੈੱਲ ਦੀ ਇੰਟਰੈਕਟ ਕਰਕੇ ਜਿਹੜਾ ਸੈੱਲ ਆ ਉਹ ਮਾਈਟੋਟਿਕਲੀ ਡਿਵਾਈਡ ਕਰਦਾ। ਮਾਈਟੋਟਿਕਲੀ ਡਿਵਾਈਡ ਕਰਕੇ ਉਹ ਕੀ ਬਣਾ ਲੈਂਦਾ, ਐਗ ਸੈੱਲ ਬਣਾ ਲੈਂਦਾ, ਅਤੇ ਐਗ ਸੈੱਲ ਤੋਂ ਸਿੱਧਾ ਹੀ ਕੀ ਬਣ ਜਾਂਦਾ, ਜ਼ਾਈਗੋਟ ਬਣ ਜਾਂਦਾ। ਅਤੇ ਸਾਰਾ ਕੁਛ ਹੁਣ ਡਿਪਲਾਇਡ ਆ, ਰਿਡਕਸ਼ਨ ਡਿਵੀਜ਼ਨ ਤਾਂ ਹੋਈ ਨਹੀਂ ਹੈਗੀ, ਤਾਂ ਸਿੱਧਾ ਹੀ ਜਿਹੜਾ ਐਂਬਰਿਓ ਆ, ਤੁਸੀਂ ਕਹਿ ਸਕਦੇ ਹੋ ਯੂਨੀਸੈਲਰ ਸੈੱਲ 'ਚ ਕੀ ਬਣਿਆ, ਸਿੱਧਾ ਹੀ ਐਂਬਰਿਓ ਬਣ ਗਿਆ ਵਿਦਆਊਟ ਫਰਟੀਲਾਈਜੇਸ਼ਨ, ਠੀਕ ਹੈ। ਤਾਂ ਇੱਦਾਂ ਦੇ ਵੀ ਆਪਾਂ ਨੂੰ ਪਲਾਂਟਸ ਦੇਖਣ ਨੂੰ ਮਿਲਦੇ ਜਿਨ੍ਹਾਂ ਦੇ ਵਿੱਚ ਵਿਦਆਊਟ ਫਰਟੀਲਾਈਜੇਸ਼ਨ ਹੀ ਸੀਡ ਜਿਹੜਾ ਹੈ ਬਣ ਜਾਂਦਾ ਹੈਗਾ। ਦੋ ਐਪੋਮਿਕਸਿਸ ਇਜ਼ ਅ ਫਾਰਮ ਆਫ ਏਸੈਕਸ਼ੁਅਲ ਰਿਪਰੋਡਕਸ਼ਨ। ਹਾਲਾਂਕਿ ਏਸੈਕਸ਼ੁਅਲ ਰਿਪਰੋਡਕਸ਼ਨ ਦਾ ਹੀ ਫਾਰਮ ਹੁੰਦਾ, ਕਿਉਂਕਿ ਇਹਦੇ ਵਿੱਚ ਫਰਟੀਲਾਈਜੇਸ਼ਨ ਤਾਂ ਹੋਈ ਨਹੀਂ, ਕੁਛ ਵੀ ਪੋਲਿਨੇਸ਼ਨ ਵਗੈਰਾ ਕੋਈ ਵੀ ਇੰਨਾ ਕੰਪਲੀਕੇਟਡ ਸਟੈਪ ਨਹੀਂ ਹੋਇਆ, ਹੈ ਨਾ। ਬਟ ਇਹ ਕੀ ਹੈ, ਸੈਕਸ਼ੁਅਲ ਰਿਪਰੋਡਕਸ਼ਨ ਨੂੰ ਮਿਮਿਕ ਕਰਦੀ ਹੈ। ਸੈਕਸ਼ੁਅਲ ਰਿਪਰੋਡਕਸ਼ਨ ਕਿਉਂ ਮਿਮਿਕ ਕਰਦੀ ਹੈ? ਕਿਉਂਕਿ ਸੈਕਸ਼ੁਅਲ ਰਿਪਰੋਡਕਸ਼ਨ ਹੀ ਇੱਕ ਅਜਿਹੀ ਰਿਪਰੋਡਕਸ਼ਨ ਆ ਜਿਹਦੇ ਵਿੱਚ ਸੀਡ ਬਣਦੇ ਨੇ, ਹੈ ਨਾ। ਬਟ ਐਪੋਮਿਕਸਿਸ ਹੈਗੀ ਸੈਕਸ਼ੁਅਲ ਰਿਪਰੋਡਕਸ਼ਨ ਆ, ਬਟ ਉਹਦੇ ਵਿੱਚ ਵੀ ਸੀਡ ਬਣਦੇ ਨੇ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਇਹ ਸੈਕਸ਼ੁਅਲ ਰਿਪਰੋਡਕਸ਼ਨ ਨੂੰ ਕਾਪੀ ਕਰਦੀ ਆ। ਦੇਰ ਆਰ ਸੈਵਰਲ ਵੇਜ਼ ਆਫ ਡਿਵੈਲਪਮੈਂਟ ਆਫ ਐਪੋਮਿਕਟਿਕ ਸੀਡਸ, ਠੀਕ ਹੈ, ਕਾਫੀ ਸਾਰੇ ਤਰੀਕੇ ਨੇ ਐਪੋਮਿਕਟਿਕ ਸੀਡਸ ਦੀ ਡਿਵੈਲਪਮੈਂਟ ਦੀ। ਇਨ ਸਮ ਸਪੀਸ਼ੀਜ਼ ਦ ਡਿਪਲੋਇਡ ਐਗ ਸੈਲ ਇਜ਼ ਫਾਰਮਡ ਵਿਦਾਊਟ ਰਿਡਕਸ਼ਨ ਡਿਵੀਜ਼ਨ ਐਂਡ ਡਿਵੈਲਪਸ ਇਨਟੂ ਦ ਐਂਬਰਿਓ। ਕੁਝ ਸਪੀਸ਼ੀਜ਼ ਦੇ ਵਿੱਚ ਜਿਹੜਾ ਡਿਪਲੋਇਡ ਐਗ ਸੈਲ ਆ ਉਹ ਰਿਡਕਸ਼ਨ ਡਿਵੀਜ਼ਨ ਤੋਂ ਬਿਨਾਂ ਹੀ ਬਣ ਜਾਂਦਾ, ਸਿੱਧਾ ਯੂਨੀਸੈਲਰ ਸੈਲ ਤੋਂ ਡਿਪਲੋਇਡ ਐਗ ਸੈਲ ਬਣ ਜਾਂਦਾ ਗਾ, ਠੀਕ ਹੈ, ਜਿਸ ਦੇ ਉਹ ਐਂਬਰਿਓ ਦੇ ਵਿੱਚ ਡਿਵੈਲਪ ਕਰ ਜਾਂਦਾ ਗਾ। ਮੋਰ ਓਫਨ ਐਜ਼ ਇਨ ਮੈਨੀ ਸਿਟਰਸ ਐਂਡ ਮੈਂਗੋ, ਠੀਕ ਹੈ, ਕਾਫੀ ਸਿਟਰਸ ਅਤੇ ਮੈਂਗੋ ਦੇ ਵੈਰਾਈਟੀਜ਼ ਦੇ ਵਿੱਚ ਕੁਝ ਯੂਨੀਸੈਲਰ ਸੈਲਸ ਜਿਹੜੇ ਐਂਬਰਿਓ ਸੈਕ ਨੂੰ ਸਰਾਊਂਡ ਕਰਦੇ ਹੁੰਦੇ ਆ, ਠੀਕ ਹੈ, ਉਹ ਡਿਵਾਈਡ ਕਰਨਾ ਸ਼ੁਰੂ ਕਰ ਦਿੰਦੇ ਆ ਅਤੇ ਐਂਬਰਿਓ ਸੈਕ ਦੇ ਵਿੱਚ ਪ੍ਰੋਟਰੂਡ ਕਰ ਦਿੰਦੇ ਆ, ਠੀਕ ਹੈ, ਅਤੇ ਐਂਬਰਿਓਸ ਦੇ ਵਿੱਚ ਉਹ ਡਿਵੈਲਪ ਕਰ ਜਾਂਦੇ ਆ, ਠੀਕ ਹੈ। ਕੁਝ ਕਈ ਵਾਰੀ ਇੱਦਾਂ ਹੋ ਸਕਦਾ ਕਿ ਆਹ ਐਂਬਰਿਓ ਸੈਕ ਸੀ ਉਹਦੇ ਜਿਹੜੇ ਸਰਾਊਂਡਿੰਗ ਸੈਲਸ ਹੋਣ ਉਹ ਐਪੋਮਿਕਸਿਸ ਵਾਲੇ ਤਰੀਕੇ ਨਾਲ ਐਡਵੈਂਟਿਵ ਜਿਹੜੀ ਪੋਲੀਐਮਬ੍ਰੋਨੀ ਹੁੰਦੀ ਆ ਐਪੋਮਿਕਸਿਸ ਵਾਲੇ ਤਰੀਕੇ ਨਾਲ, ਮਤਲਬ ਸਿੱਧਾ ਹੀ ਡਿਪਲੋਇਡ ਐਗ ਸੈਲ ਤੋਂ ਡਿਪਲੋਇਡ ਨਿਊਸੈਲਰ ਸੈਲ ਤੋਂ ਡਿਪਲੋਇਡ ਐਗ ਸੈਲ ਬਣ ਗਿਆ, ਉਹ ਐਂਬਰਿਓ ਦੇ ਵਿੱਚ ਡਿਵੈਲਪ ਹੋ ਗਿਆ। ਇੱਦਾਂ ਵੀ ਹੋ ਸਕਦਾ ਹੈਗਾ, ਜਾਂ ਕਈ ਵਾਰੀ ਇੱਦਾਂ ਹੁੰਦਾ ਕਿ ਇਹ ਇੱਕ ਕੋਈ ਹੋਰ ਸੈੱਲ ਵੀ ਮੈਗਾਸਪੋਰ ਮਦਰ ਸੈਲ ਡਾਇਰੈਕਟ ਕਰਕੇ ਮਿਓਟਿਕਲੀ ਡਿਵਾਈਡ ਕਰਕੇ ਇੱਕ ਹੋਰ ਐਂਬਰਿਓ ਸੈਕ ਬਣਾ ਲੇ, ਠੀਕ ਹੈ, ਇੱਦਾਂ ਵੀ ਹੋ ਸਕਦਾ, ਰਾਈਟ। ਐਕਸੈਪਸ਼ਨਸ ਆਰ ਐਵਰੀਵੇਅਰ, ਠੀਕ ਹੈ। ਇਨ ਸੱਚ ਸਪੀਸ਼ੀਜ਼ ਈਚ ਓਵਿਊਲ ਕੰਟੇਨਸ ਮੈਨੀ ਐਂਬਰਿਓ, ਠੀਕ ਹੈ, ਇਹਦੀ ਸਪੀਸ਼ੀਜ਼ ਦੇ ਵਿੱਚ ਇੱਕ ਓਵਿਊਲ ਦੇ ਵਿੱਚ ਕਾਫੀ ਸਾਰੇ ਐਂਬਰਿਓਸ ਹੁੰਦੇ ਆ। ਆਪਾਂ ਨੇ ਉਦੋਂ ਪੜ੍ਹਿਆ ਸੀ ਕਿ ਜਨਰਲੀ ਇੱਕ ਓਵਿਊਲ ਦੇ ਸਿਰਫ ਇੱਕ ਐਂਬਰਿਓ ਹੁੰਦਾ, ਜਨਰਲੀ, ਬਟ ਨੋਟ ਆਲਵੇਜ਼, ਠੀਕ ਹੈ। ਅਕਰੈਂਸ ਆਫ ਇੱਥੇ ਚੈਪਟਰ ਦੇ ਐਂਡ ਦੀ ਤੁਹਾਨੂੰ ਐਕਸੈਪਸ਼ਨ ਦੇਖਣ ਨੂੰ ਮਿਲ ਗਿਆ। ਅਕਰੈਂਸ ਆਫ ਮੋਰ ਦੈਨ ਵਨ ਐਂਬਰਿਓ, ਕਿਹੜੀ ਸੀ, ਮੈਂਗੋਸ ਤੇ ਸਿਟਰਸ। ਅਕਰੈਂਸ ਆਫ ਮੋਰ ਦੈਨ ਵਨ ਐਂਬਰਿਓ ਇਨ ਅ ਸੀਡ ਇਜ਼ ਰੈਫਰ ਟੂ ਐਜ਼ ਪੋਲੀਐਮਬ੍ਰੋਨੀ, ਠੀਕ ਹੈ। ਪੋਲੀਐਮਬ੍ਰੋਨੀ ਕਿਹਨੂੰ ਕਹਿੰਦੇ ਆ? ਇੱਕ ਸੀਡ ਦੇ ਅੰਦਰ ਇੱਕ ਤੋਂ ਵੱਧ ਐਂਬਰਿਓ ਹੋਣਾ, ਇਟ ਇਜ਼ ਕਾਲਡ ਪੋਲੀਐਮਬ੍ਰੋਨੀ। ਸੀਡ ਔਰੇਂਜ ਦੇ ਸੀਡਸ ਲਓ, ਸਕੁਈਜ਼ ਕਰੋ, ਐਂਬਰਿਓਸ ਨੂੰ ਦੇਖੋ, ਓਬਜ਼ਰਵ ਕਰੋ ਕਿ ਕਿੰਨੇ ਐਂਬਰਿਓਸ ਨੇ ਉਹਦੇ ਅੰਦਰ, ਠੀਕ ਹੈ, ਡਿਫਰੈਂਟ ਸਾਈਜ਼ਸ ਅਤੇ ਸ਼ੇਪਸ ਦੇ ਨੇ, ਹਰੇਕ ਸੀਡ ਦੇ ਵਿੱਚ ਹੋਣਗੇ, ਅਤੇ ਐਂਬਰਿਓਸ ਨੂੰ ਕਾਊਂਟ ਕਰੋ ਕਿੰਨੇ ਨੇ, ਠੀਕ ਹੈ, ਅਤੇ ਜੈਨੇਟਿਕ ਨੇਚਰ ਦੇਖੋ ਕਿ ਐਪੋਮਿਕਟਿਕ ਐਂਬਰਿਓਸ ਦਾ ਜੈਨੇਟਿਕ ਨੇਚਰ ਕੀ ਹੁੰਦਾ। ਐਪੋਮਿਕਟਿਕ ਐਂਬਰਿਓਸ ਵੀ ਹੋ ਸਕਦੇ ਆ ਅਤੇ ਫਰਟੀਲਾਈਜ਼ਡ ਵੀ ਹੋ ਸਕਦੇ ਆ, ਰਾਈਟ, ਸਭ ਕੁਝ ਤਰ੍ਹਾਂ ਦੇ ਹੋ ਸਕਦੇ। ਜੇ ਤੁਸੀਂ ਐਪੋਮਿਕਸਿਸ ਨੂੰ ਧਿਆਨ ਨਾਲ ਹੋਰ ਡਿਟੇਲ ਦੇ ਵਿੱਚ ਪੜ੍ਹਨਾ ਤਾਂ ਤੁਸੀਂ ਐਂਡਲੀ ਵੀਡੀਓ ਦੇਖ ਸਕਦੇ ਹੋ ਇਸ ਚੈਪਟਰ ਦੀ, ਜਦੋਂ ਮੈਂ ਸਾਰਾ ਚੈਪਟਰ ਡਿਟੇਲ ਦੇ ਵਿੱਚ ਪੜ੍ਹਾਇਆ ਸੀ, ਹੈ ਨਾ, ਉਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਪੜ੍ਹਾਇਆ ਹੋਇਆ ਆਪਾਂ ਨੇ, ਉਹਦੇ ਵਿੱਚ ਦੇਖ ਸਕਦੇ ਹੋ ਤੁਸੀਂ, ਠੀਕ ਹੈ। ਕਲੋਨ ਹੋਣਗੇ, ਹਾਂ, ਕਿਉਂਕਿ ਉਹ ਸਿੱਧਾ ਹੀ ਸੈਕਸ਼ੁਅਲ ਫਰਟੀਲਾਈਜੇਸ਼ਨ ਦੇ ਬਣੇ ਹੁੰਦੇ। ਸੈਕਸ਼ੁਅਲ ਫਰਟੀਲਾਈਜੇਸ਼ਨ ਦੇ ਜਿਹੜੇ ਪ੍ਰੋਡਕਟਸ ਹੁੰਦੇ ਉਹ ਤਾਂ ਕਲੋਨ ਹੀ ਹੁੰਦੇ ਆ ਨਾ। ਹਾਈਬ੍ਰਿਡ ਵੈਰਾਈਟੀਜ਼ ਸੈਵਰਲ ਆਫ ਆਰ ਫੂਡ ਐਂਡ ਵੈਜੀਟੇਬਲ ਕ੍ਰੋਪਸ ਆਰ ਬੀਇੰਗ ਐਕਸਟੈਂਸਿਵਲੀ ਕਲਟੀਵੇਟਡ, ਆਪਾਂ ਐਕਸਟੈਂਸਿਵਲੀ ਯੂਜ਼ ਕਰਦੇ ਆਂਗੇ ਫੂਡ ਅਤੇ ਵੈਜੀਟੇਟਿਵ ਕ੍ਰੋਪਸ ਦੀਆਂ ਹਾਈਬ੍ਰਿਡ ਵੈਰਾਈਟੀਜ਼। ਕਲਟੀਵੇਸ਼ਨ ਆਫ ਹਾਈਬ੍ਰਿਡਸ ਹੈਜ਼ ਟ੍ਰੈਮੈਂਡਸਲੀ ਇਨਕਰੀਜ਼ ਪ੍ਰੋਡਕਟਿਵਿਟੀ, ਅਤੇ ਹਾਈਬ੍ਰਿਡ ਵੈਰਾਈਟੀਜ਼ ਨੂੰ ਕਲਟੀਵੇਟ ਕਰਕੇ ਆਪਣੀ ਪ੍ਰੋਡਕਟਿਵਿਟੀ 100 ਗੁਣਾ ਹੋ ਚੁੱਕੀ ਆ, ਹੈ ਨਾ, 10 ਗੁਣਾ ਤਾਂ ਹੋ ਚੁੱਕੀ ਘੱਟੋ ਘੱਟ, ਕੁਝ ਚੀਜ਼ਾਂ ਨਹੀਂ, ਵੈਸੇ ਕਣਕ ਵਗੈਰਾ ਦੀ ਬਹੁਤ ਜ਼ਿਆਦਾ ਪ੍ਰੋਡਕਟਿਵਿਟੀ ਆ। ਵਨ ਆਫ ਦ ਪ੍ਰੋਬਲਮ ਆਫ ਹਾਈਬ੍ਰਿਡ ਇਜ਼ ਦੈਟ ਹਾਈਬ੍ਰਿਡ ਦੀ ਪ੍ਰੋਬਲਮ ਇਹ ਆ ਕਿ ਹਾਈਬ੍ਰਿਡ ਸੀਡਸ ਨੂੰ ਆਏ ਸਾਲ ਬਣਾਉਣਾ ਪੈਂਦਾ, ਪ੍ਰੋਡਿਊਸ ਕਰਨਾ ਪੈਂਦਾ ਗਾ। ਜੇ ਇਹ ਸੀਡਸ ਜਿਹੜਾ ਆਪਾਂ ਹਾਈਬ੍ਰਿਡ ਤੋਂ ਕਲੈਕਟ ਕੀਤੇ ਆ ਉਹਨਾਂ ਨੂੰ ਸ਼ੋ ਕਰੀਏ ਤਾਂ ਜਿਹੜੇ ਹਾਈਬ੍ਰਿਡ ਵਾਲੇ ਕਰੈਕਟਰਸ ਹੋਣਗੇ ਸੈਗਰੀਗੇਟ ਕਰ ਜਾਣਗੇ ਐਂਡ ਹਾਈਬ੍ਰਿਡ ਕਰੈਕਟਰਸ ਮੇਨਟੇਨ ਨਹੀਂ ਹੋਣਗੇ, ਹੈ ਨਾ। ਪ੍ਰੋਡਕਸ਼ਨ ਆਫ ਹਾਈਬ੍ਰਿਡ ਸੀਡਸ ਇਜ਼ ਕੋਸਟਲੀ, ਅਤੇ ਲੈਬਸ ਦੇ ਵਿੱਚ ਹਾਈਬ੍ਰਿਡ ਸੀਡਸ ਬਣਾਉਣਾ ਇਜ਼ ਵੈਰੀ ਕੋਸਟਲੀ, ਤਾਂ ਕਰਕੇ ਕੋਸਟ ਆਫ ਹਾਈਬ੍ਰਿਡ ਸੀਡਸ ਬਿਕਮ ਟੂ ਐਕਸਪੈਂਸਿਵ ਫॉर द ਫਾਰਮਰਸ। ਇਸ ਕਰਕੇ ਹਾਈਬ੍ਰਿਡ ਸੀਡਸ ਦੀ ਜਿਹੜੀ ਕੋਸਟ ਆ ਉਹ ਫਾਰਮਰਸ ਦੇ ਲਈ ਕਾਫੀ ਜ਼ਿਆਦਾ ਐਕਸਪੈਂਸਿਵ ਆ। ਜੇ ਇਹ ਜਿਹੜੇ ਹਾਈਬ੍ਰਿਡਸ ਨੇ
ਉਹਨਾਂ ਨੂੰ ਆਪਾਂ ਐਪੋਮਿਕਸ ਬਣਾ ਲਈਏ ਤਾਂ ਸੈਗਰੀਗੇਸ਼ਨ ਨਹੀਂ ਹੋਊਗੀ, ਇਸ ਦਾ ਕਲੋਨ ਹੋਣਗੇ। ਠੀਕ ਹੈ, ਅਤੇ ਇਨਬਰੀਡਿੰਗ ਡਿਪਰੈਸ਼ਨ ਤਾਂ ਹੋਣਾ ਹੀ ਨਹੀਂ ਉਹਦੇ ਵਿੱਚ, ਤਾਂ ਉਹਦੀ ਤਾਂ ਕੋਈ ਉਹ ਹੀ ਨਹੀਂ ਹੈਗੀ, ਸਵਾਲ ਹੀ ਨਹੀਂ ਪੈਂਦਾ ਕੋਈ ਹੈਗੀ ਇਹ ਸੈਕਸ਼ੂਅਲ ਰਿਪਰੋਡਕਸ਼ਨ ਹੈਗੀ ਹੈ ਨਾ। ਤਾਂ ਫਿਰ ਜਿਹੜੇ ਫਾਰਮਰਸ ਨੇ ਉਹ ਕੀ ਹੈ ਹਾਈਬ੍ਰਿਡ ਸੀਡਸ ਨੂੰ ਕੀ ਰੱਖ ਸਕਦੇ ਨੇ ਅਤੇ ਆਏ ਸਾਲ ਮਤਲਬ ਉਹੀ ਪਲਾਂਟਸ ਤੋਂ ਉਹੀ ਸੀਡਸ ਤੋਂ ਪਲਾਂਟਸ ਗਰੋ ਕਰ ਸਕਦੇ ਆ। ਠੀਕ ਹੈ, ਅਤੇ ਉਹਨੂੰ ਹਾਈਬ੍ਰਿਡ ਸੀਡਸ ਆਈ ਵਾਰੀ ਨਹੀਂ ਖਰੀਦਣ ਦੀ ਲੋੜ ਨਹੀਂ ਪੈਣੀ। ਬਿਕੋਜ਼ ਆਫ ਦ ਇੰਪੋਰਟੈਂਸ ਆਫ ਐਪੋਮਿਕਸਿਸ ਇਨ ਹਾਈਬ੍ਰਿਡ ਸੀਡਸ ਇੰਡਸਟਰੀ ਐਕਟਿਵ ਰਿਸਰਚ ਇਜ਼ ਗੋਇੰਗ ਔਨ, ਅਤੇ ਇਸ ਕਰਕੇ ਹੀ ਐਕਟਿਵ ਰਿਸਰਚ ਚੱਲ ਰਹੀ ਹੈਗੀ ਮੈਨੀ ਲੈਬੋਰੇਟਰੀਜ਼ ਦੇ ਵਿੱਚ ਵਰਲਡ ਦੇ ਵਿੱਚ, ਕਿ ਆਪਾਂ ਐਪੋਮਿਕਸਿਸ ਦੇ ਜੈਨੇਟਿਕਸ ਦੇ ਉੱਪਰ, ਠੀਕ ਹੈ, ਐਪੋਮਿਕਟਿਕ ਜੀਨਸ ਨੂੰ ਹਾਈਬ੍ਰਿਡ ਵੈਰਾਈਟੀਜ਼ ਦੇ ਵਿੱਚ ਕਨਵਰਟ ਕਰਨ ਦੇ ਲਈ। So this was last chapter summary, तो चलो वन शॉट में नहीं होती। So thanks for watching.